यूनाइटेड नेशन इंस्टीट्यूट फॉर द ट्रेनिंग एंड रिसर्च। सर किनू ट्रेनिंग दिंदे ने, किहदी रिसर्च करते ने सर? सर ट्रेनिंग दिंदे ने डिप्लोमैट्स ਨੂੰ। सर डिप्लोमैट्स कौन ਹੁੰਦੇ ਨੇ सर डिप्लोमैट्स कौन ਹੁੰਦੇ ਨੇ? जो एक देश ਨੂੰ दूसरे देश ਵਿੱਚ रिप्रेजेंट ਕਰਦੇ ਨੇ सर। क्या बोलते हैं डिप्लोमैट्स। ਜਿਹੜੀ ਐਮਬੈਸੀ ਹੁੰਦੀ ਹੈ, ਐਮਬੈਸੀ ਜਿਹੜੇ ਸਾਡੇ ਲੋਕ ਉੱਥੇ ਕੰਮ ਕਰਦੇ ਨੇ, ਮੁਲਾਜ਼ਮ ਲੋਕ ਨੇ ਸਰ, ਉਹਨਾਂ ਨੂੰ ਸਾਰਿਆਂ ਨੂੰ ਕੀ ਬੋਲਦੇ ਨੇ? ਡਿਪਲੋਮੈਟ। ਕੀ ਬੋਲਦੇ ਨੇ? ਡਿਪਲੋਮੈਟ ਸਰ। क्या ਤੁਹਾਨੂੰ ਪਤਾ ਇੱਕ ਅੰਬੈਸਡਰ ਸ਼ਬਦ ਯੂਜ਼ ਹੁੰਦਾ ਡਿਪਲੋਮੈਟ ਦੀ ਦੁਨੀਆ 'ਚ? है क्या ਤੁਹਾਨੂੰ पता है एक अंबेसडर शब्द भी यूज होता है सर? अंबेसडर, आई थिंक SSADOR सर। ठीक है, अंबेसडर शब्द भी यूज होता है सर। क्या ਤੁਹਾਨੂੰ पता है अंबेसडर किनू बोलते हैं सर? डू यू नो अंबेसडर किनू बोलते हैं? हाँ जी, डू यू नो अंबेसडर किनू बोलते हैं सर? सर अंबेसडर शब्द किनू बोलते हैं? ਅੰਬੈਸਡਰ ਜੋ ਡਿਪਲੋਮੈਟ ਦਾ ਸਭ ਤੋਂ ਉੱਚ ਅਧਿਕਾਰੀ ਹੁੰਦਾ ਨਾ, ਉਸ ਨੂੰ ਅੰਬੈਸਡਰ ਬੋਲਿਆ ਜਾਂਦਾ ਹੈ। ਜੋ ਡਿਪਲੋਮੈਟਸ ਦਾ ਜੇ ਫਰਜ਼ੀ ਤੌਰ ਤੇ 50 ਬੰਦਿਆਂ ਦਾ ਸਟਾਫ ਕੰਮ ਕਰ ਰਿਹਾ ਕਿਸੇ ਐਮਬੈਸੀ 'ਚ, ਜੋ ਸਭ ਤੋਂ ਉੱਚ ਅਧਿਕਾਰੀ ਹੈ ਨਾ, ਉਸ ਨੂੰ ਕੀ ਬੋਲਿਆ ਜਾਂਦਾ ਹੈ? ਅੰਬੈਸਡਰ। ਕੀ ਬੋਲਿਆ ਜਾਂਦਾ ਹੈ? ਅੰਬੈਸਡਰ। क्या ਤੁਹਾਨੂੰ ਪਤਾ ਉਹ IFS ਰੈਂਕ ਅਧਿਕਾਰੀ ਹੁੰਦਾ, ਇੰਡੀਅਨ ਫੋਰਨ ਸਰਵਿਸ ਰੈਂਕ ਅਧਿਕਾਰੀ ਹੁੰਦਾ? ਜਿਹੜਾ ਅੰਬੈਸਡਰ ਬੰਦਾ ਹੁੰਦਾ ਉਹ ਇੰਡੀਅਨ ਫੋਰਨ ਸਰਵਿਸ ਰੈਂਕ ਅਧਿਕਾਰੀ ਹੁੰਦਾ ਸਰ। ਪੂਰੀ ਰਾਜਧਾਨੀ ਫੀਲਿੰਗ ਹੈ। ਬੜੇ ਸਾਰੇ ਐਸਪੀਰੈਂਟਸ ਜਿਨ੍ਹਾਂ ਦਾ IAS ਕ੍ਰੈਕ ਹੁੰਦਾ ਉਹ IAS ਸਰਵਿਸ ਆਪਟ ਨਹੀਂ ਕਰਦੇ, IFS ਆਪਟ ਕਰ ਲੈਂਦੇ ਨੇ, ਇੰਡੀਅਨ ਫੋਰਨ ਸਰਵਿਸ। ਤੁਸੀਂ ਦੇਸ਼ ਦੇ ਰਾਜਦੂਤ ਬਣ ਕੇ ਕਿਸੇ ਦੂਸਰੇ ਦੇਸ਼ 'ਚ ਜਾਣਾ ਹੈ, ਤੁਸੀਂ ਇਸ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਉਸ ਦੇਸ਼ ਵਿੱਚ, ਔਰ ਤੁਹਾਡਾ ਉੱਠਣਾ ਬੈਠਣਾ ਕੰਮ ਕਰਨਾ ਸਾਰਾ ਵਰਕ ਕਲਚਰ ਸਭ ਤੋਂ ਟੌਪ ਦੇ ਉੱਚ ਅਧਿਕਾਰੀਆਂ ਨਾਲ ਹੋਊਗਾ ਉਸ ਦੇਸ਼ ਦੇ। ਸਿਰ ਉਦਾਹਰਨ ਤੌਰ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਫਰਾਂਸ ਵਿੱਚ ਰਫਾਲ ਜੈਟ ਦਾ ਸੌਦਾ ਕਰਨ ਜਾ ਰਹੇ ਨੇ। ਸੌਦਾ ਹੈਗਾ 40,000 ਕਰੋੜ ਦਾ। ਤਾਂ ਜਦੋਂ ਉੱਥੇ ਉਹ ਜਹਾਜ਼ ਤੋਂ ਨੀਚੇ ਉਤਰਦੇ ਨੇ ਤਾਂ ਨੀਚੇ ਕਾਫੀ ਸਾਰੇ ਆਫੀਸਰਸ ਖੜੇ ਹੁੰਦੇ ਨੇ। ਜਿਹੜਾ ਫਸਟ ਔਰ ਸੈਕੰਡ ਨੰਬਰ ਤੇ ਖੜ ਕੇ ਜਿਹੜਾ ਹੱਥ ਮਿਲਾ ਰਿਹਾ ਹੁੰਦਾ ਕੌਣ ਹੁੰਦਾ ਹੈ? IFS ਰੈਂਕ ਦਾ ਅਧਿਕਾਰੀ ਹੁੰਦੇ ਸਰ। ਜਦੋਂ ਪ੍ਰਧਾਨ ਮੰਤਰੀ ਸਾਹਿਬ ਜਹਾਜ਼ ਤੋਂ ਨੀਚੇ ਉਤਰਦੇ ਨੇ ਤਾਂ ਨੀਚੇ ਸਲੂਟ ਮਾਰ ਕੇ ਉਹ ਹੱਥ ਮਿਲਾਉਂਦੇ ਨੇ ਸਰ। ਜਾਂ ਤਾਂ ਉਹ ਆਰਮੀ ਵਾਲੇ ਖੜੇ ਹੁੰਦੇ ਨੇ ਜਾਂ IFS ਰੈਂਕ ਅਧਿਕਾਰੀ ਖੜਾ ਹੁੰਦਾ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਸਰ। ਠੀਕ ਹੈ ਜੀ, ਜਾਂ ਉਸ ਦੇਸ਼ ਦੇ ਕੁਝ ਪ੍ਰਤੀਨਿਧੀ ਖੜੇ ਹੋਣਗੇ ਸਰ। ਠੀਕ ਹੈ, ਉਹ ਜਿਵੇਂ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਜਾਣਗੇ ਉਹ IFS ਨਾਲ ਰਹੇਗਾ ਸਰ ਹਮੇਸ਼ਾ। ਇੱਕ ਟੇਬਲ ਤੇ ਜਾ ਕੇ ਮੀਟਿੰਗ ਹੋਊਗੀ, ਉਹਦੇ ਪ੍ਰਧਾਨ ਮੰਤਰੀ ਸਾਹਿਬ ਬੈਠੇ ਹੋਣਗੇ, ਸਾਹਮਣੇ ਫਰਾਂਸ ਦੇ ਰਾਸ਼ਟਰਪਤੀ, ਨਾਲ IFS ਅਧਿਕਾਰੀ ਬੈਠੇ ਨੇ ਸਰ। ਸਾਰਾ ਕੰਮ ਉਹਨਾਂ ਨੇ ਦੇਖਣਾ ਹੈ ਸਰ। ਪ੍ਰਧਾਨ ਮੰਤਰੀ ਆਉਣ ਤੋਂ ਪਹਿਲੇ ਸਾਰਾ ਕੁਝ ਡਰਾਫਟ ਤਿਆਰ ਹੋ ਜਾਂਦਾ ਹੈ ਸਰ। ਸਾਰੀ ਬਾਰਗੇਨਿੰਗਸ ਵਗੈਰਾ, ਨੈਗੋਸੀਏਸ਼ਨਸ ਵਗੈਰਾ ਸਭ ਹੋ ਜਾਂਦੀਆਂ ਨੇ ਸਰ। ਇਸ ਸਭ ਤੋਂ ਵੱਡਾ ਰੋਲ ਕਿਹਦਾ ਹੁੰਦਾ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦਾ ਸਰ? IFS ਅਧਿਕਾਰੀ ਦਾ ਸਰ, ਇੰਡੀਅਨ ਫੋਰਨ ਸਰਵਿਸ। ਡਿਪਲੋਮੈਟਸ ਤਾਂ ਬਹੁਤ ਸਾਰੇ ਹੁੰਦੇ ਨੇ ਸਰ। ਠੀਕ ਹੈ, ਸੋ ਇਹਨਾਂ ਨੂੰ ਸਪੈਸ਼ਲ ਪ੍ਰਿਵਿਲੇजेस ਹੁੰਦੇ ਨੇ ਸਰ। ਉਦਾਹਰਨ ਤੌਰ ਤੇ ਇਹਨਾਂ ਦੀ ਆਮਦਨ ਦੇ ਉੱਪਰ ਟੈਕਸ ਨਹੀਂ ਲੱਗਦਾ ਉਸ ਦੇਸ਼ ਵਿੱਚ। ਜਿੰਨਾ ਸਾਰਾ ਪੈਸਾ ਕਮਾਉਂਦੇ ਨੇ, ਪਹਿਲੀ ਗੱਲ ਤਾਂ ਇਹ ਜਿਵੇਂ ਇੰਡੀਆ ਦਾ ਡਿਪਲੋਮੈਟਸ ਨੇ ਅਮਰੀਕਾ 'ਚ ਕੰਮ ਕਰ ਰਹੇ ਨੇ, ਪਹਿਲੀ ਗੱਲ ਤਾਂ ਉਹਨਾਂ ਦੀ ਸੈਲਰੀ ਮਿਲੂਗੀ ਐਸ ਪਰ ਦਾ ਅਮਰੀਕਨ ਸਟੈਂਡਰਡਸ ਮਿਲੂਗੀ। ਫਰਜ਼ ਕਰੋ ਉੱਥੇ ਘੱਟੋ ਘੱਟ ਵੇਜ ਰੇਟ $20 ਹੈ 1 ਘੰਟੇ ਦਾ, ਤਾਂ ਉਹ ਤਾਂ ਘੱਟ ਤੋਂ ਘੱਟ ਹੈ। ਉਹ ਕਿਹੜਾ ਉੱਥੇ ਲੇਬਰ ਕਰ ਰਹੇ ਨੇ ਸਰ। ਤਾਂ ਤੁਸੀਂ ਮੰਨ ਕੇ ਚੱਲੋ ਵੀ 30, 40, $45 ਪਰ ਆਰ ਇੱਕ ਅੱਛਾ ਖਾਸਾ ਪੈਕੇਜ ਮਿਲੇਗਾ ਸਰ ਉਹਨਾਂ ਨੂੰ ਸਰ। ਠੀਕ ਹੈ, ਸੋ ਮੇਰੇ ਕਹਿਣ ਦਾ ਮਤਲਬ ਕੀ ਹੈ, ਇੱਕ ਤਾਂ ਉਹਨਾਂ ਨੂੰ ਜਿਹੜੀ ਕਿੰਨੇ ਸੈਲਰੀ ਮਿਲਦੀ ਹੈ ਇੰਡੀਅਨ ਗਵਰਨਮੈਂਟ ਪੇ ਕਰਦੀ ਹੈ ਐਸ ਪਰ ਵਿਚ ਸਟੈਂਡਰਡਸ, ਐਸ ਪਰ ਜਿਹੜੇ ਬਾਹਰਲੇ ਦੇਸ਼ ਦੇ ਸਟੈਂਡਰਡਸ ਨੇ ਸਰ, ਜੋ ਨਿਯਮ ਨੇ ਉਹਨਾਂ ਦੇ ਅਕੋਰਡਿੰਗ ਸਰ। ਫਾਈਨ, ਪਹਿਲੀ ਗੱਲ। ਦੂਜੀ ਗੱਲ ਸਰ, ਬਲੂ ਪਾਸਪੋਰਟ ਇਸ਼ੂ ਹੁੰਦਾ, ਔਰ ਦੂਜਾ ਡਿਪਲੋਮੈਟਿਕ ਪਾਸਪੋਰਟ ਇਸ਼ੂ ਹੁੰਦਾ। ਸੌਰੀ, ਡਿਪਲੋਮੈਟਿਕ ਪਾਸਪੋਰਟ ਦੇ ਉੱਪਰ ਚੈਕਿੰਗ ਨਹੀਂ ਹੈ ਸਰ। ਤੁਸੀਂ 에어ਪੋਰਟ ਕ੍ਰੋਸ ਕਰੋਗੇ ਤਾਂ ਤੁਹਾਡੀ 100 ਤਰ੍ਹਾਂ ਦੀ ਚੈਕਿੰਗ ਹੈ ਸਰ। ਡਿਪਲੋਮੈਟਸ ਨੂੰ ਸਪੈਸ਼ਲ ਪ੍ਰਿਵਿਲੇਜ ਮਿਲਦੀ ਹੈ ਸਰ ਨਿਕਲਣ ਦੀ। ਵਧੀਆ ਫੀਲਿੰਗ ਹੈ ਪੂਰੀ। ਠੀਕ ਹੈ, ਤੀਸਰਾ, ਜਿੰਨੇ ਵੀ ਸਾਡੇ ਦਿੱਲੀ ਦੇ ਵਿੱਚ ਐਮਬੈਸੀਆਂ ਨੇ ਨਾ, ਜਿਹੜਾ ਅਸੀਂ ਇਹਨਾਂ ਨੂੰ ਖਾਣਾ ਦਿੰਦੇ ਹਾਂ, ਭੋਜਨ ਦਿੰਦੇ ਹਾਂ, ਅਸੀਂ ਸਭ ਇਨਸ਼ੋਰ ਕਰਦੇ ਕਿ ਉਹ ਸੁਰੱਖਿਅਤ ਹੋਵੇ ਸਰ। ਵੀ ਇਨਸ਼ੋਰ ਦਾ ਕੁਆਲਿਟੀ, ਵੀ ਇਨਸ਼ੋਰ ਦਾ ਸਿਕਿਉਰਿਟੀ, ਵੀ ਇਨਸ਼ੋਰ ਐਵਰੀਥਿੰਗ ਸਰ। ਅਸੀਂ ਉਹਨਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਦੇ ਹਾਂ। ਅਸੀਂ ਉਹਨਾਂ ਦੀ ਜੋ ਆਪਣਾ ਕਿਆ ਨਾਮ ਹੈ, ਇਹ ਆਪਣਾ ਖਾਣ ਪੀਣ ਦਾ ਹੈਗਾ, ਉਹ ਸਭ ਅਸੀਂ ਸਹੀ ਕੁਆਲਿਟੀ ਇਨਸ਼ੋਰ ਕਰਦੇ ਹਾਂ ਸਰ। ਇੱਕ ਤੁਹਾਨੂੰ ਹੋਰ ਦੱਸਦਾ ਸਰ, ਇਹਨਾਂ ਤੇ ਕਦੇ ਕੇਸ ਫਾਈਲ ਨਹੀਂ ਹੋ ਸਕਦਾ। ਇੱਕ ਸਾਡੇ ਐਮਬੈਸਡਰ ਸੀਗੀ, ਆਈ ਥਿੰਕ 2014-15 ਦਾ ਕੇਸ ਹੈ, ਤੈਨਾਤ ਸੀਗੀ ਉੱਥੇ, ਆਪਣਾ IFS ਰੈਂਕ ਦੇ ਅਧਿਕਾਰੀ ਸੀਗੀ ਮੈਡਮ, ਤੈਨਾਤ ਸੀਗੀ ਅਮਰੀਕਾ ਦੇ ਵਿੱਚ। ਅਮਰੀਕਾ ਉੱਥੇ ਜਿਹੜੀ ਉਹਦੀ ਮੇਡ ਸੀਗੀ, ਜਿਹੜੀ ਉੱਥੇ ਦੀ ਮੇਡ ਸੀਗੀ, ਉੱਥੇ ਉਹਨਾਂ ਨੂੰ ਵਧੀਆ ਰਹਿਣ ਸਹਿਣ ਤਾਂ ਸਰਕਾਰ ਮੁਹੱਈਆ ਕਰਾਉਂਦੀ ਹੈ, ਅੱਛੀ ਸੈਲਰੀ ਦਿੰਦੀ ਹੈ, ਉਹਨਾਂ ਦੇ ਬੱਚੇ ਅੱਛੇ ਸਕੂਲ 'ਚ ਪੜ੍ਹਦੇ ਨੇ, ਉਹ ਸਾਰੀ ਫੀਸ ਸਰਕਾਰ ਪੇ ਕਰਦੀ ਹੈ ਸਰ।
ਚਾਹੇ ਉਹ ਜਿਹੜੇ ਮਰਜ਼ੀ ਲੈਵਲ ਤੇ ਸਕੂਲਸ ਪੜਨ ਸਰ। ਐਸੀਆਂ ਸਹੂਲਤਾਂ ਤੋਂ ਇਲਾਵਾ ਉਹਨਾਂ ਨੂੰ ਹੋਰ ਉਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਸਿਕਿਉਰਿਟੀ ਜਾਂ ਮੇਡ ਜਾਂ ਜੋ ਸਭ ਕੁਝ ਰੱਖਿਆ ਗਿਆ ਉੱਥੇ ਉਹਦੀਆਂ ਸਹੂਲਤਾਂ ਮਿਲਦੇ ਨੇ। ਉੱਥੇ ਦੀ ਮੇਡ ਨੇ ਇਲਜ਼ਾਮ ਲਗਾਤੇ ਕਿ ਭਾਈ ਇਹ ਮੈਨੂੰ ਨਾ ਮੇਰਾ ਇਕਨੋਮਿਕ ਸ਼ੋਸ਼ਣ ਕਰਦੀ ਹੈ, ਮੈਨੂੰ ਇਹ ਸਹੀ ਵੇਜ ਰੇਟ ਨਹੀਂ ਪੇ ਕਰਦੀ ਜੋ ਐਸ ਪਰ ਮੈਨੂੰ ਮਿਨੀਮਮ ਮਿਲਣਾ ਚਾਹੀਦਾ ਐਸ ਪਰ ਅਮਰੀਕਨ ਲਾਅ ਸਰ। ਉੱਥੇ ਦੀ ਮਤਲਬ ਕਿ ਅਧਿਕਾਰੀਆਂ ਨੇ, ਉੱਥੇ ਦੇ ਪ੍ਰਸ਼ਾਸਨ ਨੇ ਉਹਦੇ ਖਿਲਾਫ ਕਾਰਵਾਈ ਸ਼ੁਰੂ ਕਰਤੀ ਸਰ। भारत सरकार ने बड़ा कड़ा संदेह हो लिया, स्टैंड लिया उस चीज से। भारत सरकार ने उरो स्पेशल हवाई जहाज रवाना किया कि ਉਹਨੂੰ ਲੈ ਕੇ ਆਓ ਉਰੇ ਵਾਪਸ। ਸਰ ਕੋਈ ਸਾਡੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਿਹਾ ਨਾ ਤਾਂ ਉਹਨੂੰ ਨਾ ਦੇਖੋ ਸਰ, ਉਹ ਤਾਂ ਸਿਰਫ ਇੱਕ ਰਿਪਰੈਜ਼ੈਂਟੇਟਿਵ ਹੈ ਸਰ, ਅਲਟੀਮੇਟਲੀ ਉਹ ਦੇਸ਼ ਹੈ। ਉਸ ਤੇ ਪਰਚਾ ਕਰਨਾ ਮਤਲਬ ਦੇਸ਼ ਤੇ ਪਰਚਾ ਕਰਨ ਦੇ ਸਮਾਨ ਮੰਨਿਆ ਜਾਂਦਾ ਹੈ ਸਰ। ਇੱਕ ਇੰਟਰਨੈਸ਼ਨਲ ਟ੍ਰੀਟੀ ਸਾਈਨ ਹੋਈ ਪਈ ਹੈ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਤੇ ਵੀ ਸਾਰੇ ਦੇਸ਼ ਇੱਕ ਦੂਜੇ ਦੇ ਪ੍ਰਤੀਨਿਧੀ ਨੂੰ ਇੱਜ਼ਤ ਦੇਣਗੇ ਸਰ, ਸਪੈਸ਼ਲ ਪ੍ਰਿਵਿਲੇਜ ਦੇਣਗੇ ਸਰ। ਆਪਾਂ ਵੀ ਆਪਣੇ ਘਰ ਆਏ ਮਹਿਮਾਨ ਨੂੰ ਸਨਮਾਨ ਦਿੰਦੇ ਆ ਸਰ, ਇੱਜ਼ਤ ਦਿੰਦੇ ਆ, ਉਹਦੀ ਖਾਤਰਦਾਰੀ ਕਰਦੇ ਆ ਸਰ, ਨਾ ਕਿ ਉਹਨਾਂ ਦੇ ਪਰਚਾ ਦੇ ਦਿੰਦੇ ਆ ਸਰ। ਅਗਰ ਕੋਈ ਕਿਸੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਤਾਂ ਦੈਟ ਮੀਨਸ ਉਹ ਦੇਸ਼ ਹੈ ਸਰ। ਅਗਰ ਕੋਈ ਵੀ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਤਾਂ ਉਹ ਜਿਹੜਾ ਉਹਨਾਂ ਨੇ ਐਸ ਪਰ ਦਾ ਐਗਰੀਮੈਂਟ, ਐਸ ਪਰ ਦਾ ਇੰਟਰਨੈਸ਼ਨਲ ਐਗਰੀਮੈਂਟ, ਤਾਂ ਜਿਹੜਾ ਕੰਸਰਨਡ ਦੇਸ਼ ਹੈ, ਫॉर एग्जांपल ਭਾਰਤ ਦੇਸ਼ ਹੈ, ਤਾਂ ਭਾਰਤ ਦੇਸ਼ ਕਰੇਗਾ ਸਰ ਕਾਰਵਾਈ। ਅਗਰ ਕੋਈ ਦਿੱਕਤ ਹੈ ਤਾਂ ਅਮਰੀਕਾ ਸਾਨੂੰ ਲਿਖ ਕੇ ਭੇਜ ਦੇਵੇ, ਸਾਡੀ ਕੋਰਟਸ ਉਹ ਕਾਰਵਾਈ ਕਰਨਗੀਆਂ ਸਰ, ਤੁਸੀਂ ਕੁਝ ਨਹੀਂ ਕਰੋਗੇ ਉੱਥੇ ਸਰ ਉਸ ਤੇ। ਪਰ ਉਹਨਾਂ ਨੇ ਕਾਰਵਾਈ ਸ਼ੁਰੂ ਕਰਤੇ ਤਾਂ ਕਹਿੰਦੇ ਐਸੇ ਕਈ ਤਰ੍ਹਾਂ ਦੇ ਪਰਚੇ ਅਸੀਂ ਵੀ ਦੇ ਸਕਦੇ ਹਾਂ ਉਰੇ, ਗੱਲਾਂ ਸਾਨੂੰ ਵੀ ਕਈ ਕਰਨੀਆਂ ਆਉਂਦੀਆਂ ਨੇ ਸਰ, ਅਗਰ ਇਹਨੇ ਪਰਚੇ ਦੇਣੇ ਸ਼ੁਰੂ ਕਰਨੇ ਆ ਸਰ, ਠੀਕ ਹੈ ਨਾ। ਤਾਂ ਉਹ ਜਹਾਜ਼ ਰਵਾਨਾ ਕੀਤਾ, ਉਹ ਲੈ ਕੇ ਆਏ, ਨਵਾਂ ਉੱਥੇ ਆਈਐਫਐਸ ਤੈਨਾਤ ਕੀਤਾ ਵੀ ਖਬਰਦਾਰ ਸਾਡੇ ਬੰਦੇ ਨੇ ਕੁਝ ਕਿਹਾ ਤੁਸੀਂ ਸਰ। ਪਹਿਲੀ ਗੱਲ ਸਰ। ਦੂਜੀ ਗੱਲ, ਇਹਨਾਂ ਤੋਂ ਇਲਾਵਾ, ਇਹਨਾਂ ਪ੍ਰਿਵਿਲੇजेस ਤੋਂ ਇਲਾਵਾ ਸਰ ਉਸ ਦਿਨ ਮੈਨੂੰ ਲੱਗਦਾ ਕਿ ਸ਼ਾਇਦ 2-3 ਹੋਰ ਕੁਝ ਮੀਟਿੰਗਸ ਜਾਂ ਸੈਮੀਨਾਰਸ ਸੀਗੀਆਂ। ਸਾਡੇ ਦੇਸ਼ ਦੇ ਵਿਦੇਸ਼ ਮੰਤਰੀ ਨੇ ਜਾਣਾ ਸੀਗਾ, ਅਮਰੀਕਾ ਰਵਾਨਾ ਹੋਣਾ ਸੀ, ਉਹ ਵੀ ਦੌਰਾ ਕੈਂਸਲ ਕਰਤਾ ਨਾਲ ਦੀ ਨਾਲ ਇਸ ਕਾਰਨ ਕਰਕੇ ਸਰ। ਦੇਸ਼ ਦੇ ਵਿਦੇਸ਼ ਮੰਤਰੀ ਨੇ, ਦੇਸ਼ ਦੇ ਮੰਤਰੀ ਨੇ ਦੌਰਾ ਹੀ ਕੈਂਸਲ ਕਰਤਾ ਸਰ। ਰੀਜ਼ਨ ਬਿੰਗ ਕੀ ਹੈ ਕਿ ਉਹਨਾਂ ਨੇ ਸਾਡੀ ਜਿਹੜੀ ਆਈਐਫਐਸ ਅਧਿਕਾਰੀ ਹੈ ਉਸ ਨੂੰ ਸਹੀ ਟ੍ਰੀਟ ਨਹੀਂ ਕੀਤਾ ਸਰ। ਤਾਂ ਉਹਨਾਂ ਦਿਨਾਂ ਦੇ ਵਿੱਚ ਉਹ ਮਹੀਨਾ ਡੇਢ ਮਹੀਨਾ ਸਾਡੀ ਅਮਰੀਕਾ ਦੇ ਨਾਲ ਹਨੀ ਰਹੀ ਸਰ ਪੂਰੀ। ਸੋ ਇਹ ਸਟੈਂਡ ਲਿਆ ਜਾਂਦਾ ਹੈ, ਇਹ ਸਟੈਂਡ ਲਿਆ ਜਾਂਦਾ ਹੈ ਆਰਾਮ ਨਾਲ, ਇਹ ਸਟੈਂਡ ਲਿਆ ਜਾਂਦਾ ਹੈ ਜਦੋਂ ਕੋਈ ਡਿਪਲੋਮੈਟ ਨੂੰ ਕੋਈ ਦਿੱਕਤ ਆਉਂਦੀ ਹੈ ਸਰ। ਫਾਈਨ, ਤਾਂ ਡਿਪਲੋਮੈਟ ਨੂੰ ਸਪੈਸ਼ਲ ਪ੍ਰਿਵਿਲੇਜ ਮਿਲਦੀ ਹੈ ਸਰ। ਤਾਂ ਜਿੰਨੇ ਸਾਰੇ ਲੋਕ ਐਮਬੈਸੀ 'ਚ ਕੰਮ ਕਰਦੇ ਉਹਨਾਂ ਸੇ ਕੀ ਬੋਲਦੇ ਹਨ? ਡਿਪਲੋਮੈਟ। ਜੋ ਸਭ ਤੋਂ ਮੁੱਖ ਅਧਿਕਾਰੀ ਹੁੰਦਾ, ਸਭ ਤੋਂ ਟੌਪ ਦਾ ਅਧਿਕਾਰੀ ਹੁੰਦਾ, ਉਹਨੂੰ ਕੀ ਬੋਲਦੇ ਆ? ਅੰਬੈਸਡਰ। ਕੀ ਬੋਲਦੇ ਆ? ਅੰਬੈਸਡਰ ਸਰ। ਉਸ ਤੋਂ ਬਾਅਦ ਇਹ ਜਿਹੜਾ ਅੰਬੈਸਡਰ ਹੁੰਦਾ ਉਹ ਆਈਐਫਐਸ ਰੈਂਕ ਦਾ ਅਧਿਕਾਰੀ ਹੁੰਦਾ, ਯੂਪੀਐਸਸੀ ਕ੍ਰੈਕਡ ਹੁੰਦਾ ਸਰ। ਮੇਰੀ ਗੱਲ ਸਮਝ ਆ ਰਹੀ ਕਿ ਤੁਸੀਂ ਯੂਪੀਐਸਸੀ ਐਗਜ਼ਾਮ ਕ੍ਰੈਕ ਕੀਤਾ ਹੋਇਆ ਸਰ। ਐਦਾਂ ਨਹੀਂ ਹੁੰਦਾ ਵੀ ਕੋਈ ਵੀ ਬੰਦਾ ਯੂਪੀਐਸਸੀ ਦਾ ਐਗਜ਼ਾਮ ਕ੍ਰੈਕ ਕਰੂਗਾ, ਆਈਐਫਐਸ ਕ੍ਰੈਕ ਕਰੂਗਾ ਤੇ ਜਾਂਦੇ ਸਰ ਅਮਰੀਕਨ ਅੰਬੈਸਡਰ ਬਣ ਜਾਊਗਾ ਸਰ। ਸਰ ਤਕਰੀਬਨ 204 206 ਮੁਲਕ ਨੇ, ਠੀਕ ਹੈ। ਐਗਜ਼ੈਕਟ ਪੈਮਾਨਾ ਮੈਂ ਕਿਉਂ ਨਹੀਂ ਬੋਲਦਾ ਕਿੰਨੇ ਮੁਲਕ ਨੇ ਸਰ, ਕਿਉਂਕਿ ਹਰ ਇੱਕ ਦੇ ਆંકੜੇ ਆਪਣੇ ਆਪਣੇ ਨੇ ਸਰ। ਤਿੱਬਤ ਕਹਿੰਦਾ ਮੈਂ ਵੱਖਰਾ, ਚਾਈਨਾ ਕਹਿੰਦਾ ਮੇਰਾ ਪਾਰਟ ਹੈ, ਹਾਂਗਕਾਂਗ ਕਹਿੰਦਾ ਮੈਂ ਅਲੱਗ ਹਾਂ, ਚਾਈਨਾ ਕਹਿੰਦਾ ਮੇਰਾ ਪਾਰਟ ਹੈ ਸਰ। ਕਿਉਂਕਿ ਕੁਝ 2-4 ਦੇਸ਼ਾਂ ਦਾ ਹੈ ਕ੍ਰਾਈਸਿਸ ਕਿ ਉਹਨੇ ਹੋਣ ਦੀ ਹੋਂਦ ਆਪਣੀ ਹੈ ਕਿ ਨਹੀਂ ਹੈ ਸਰ, ਠੀਕ ਹੈ ਜੀ। ਤਾਂ ਐਨੀ ਉਹ ਜੋ ਅਸੀਂ ਯੂਨਾਈਟਿਡ ਨੇਸ਼ਨ ਦਾ ਮੰਨ ਲੈਂਦੇ ਹਾਂ ਸਰ, ਜੋ ਐਗਜ਼ੈਕਟ ਆંકੜਾ ਹੈਗਾ ਸਰ, ਠੀਕ ਹੈ। ਤਾਂ ਲਗਭਗ 204 206 ਮੁਲਕ ਨੇ ਸਰ, ਠੀਕ ਹੈ। ਤੇ ਤੁਸੀਂ ਐ ਮੰਨ ਕੇ ਚਲੋ ਵੀ ਇਦਾਂ ਨਹੀਂ ਹੁੰਦਾ ਵੀ ਹਰ ਇੱਕ ਨੂੰ ਅਮਰੀਕਾ ਸੰਭਾਲ ਦੇਣਗੇ ਸਰ। ਜਿਹੜੇ 30-30 40-40 ਸਾਲ ਪੁਰਾਣੇ ਆਫੀਸਰ ਹੁੰਦੇ ਨੇ ਉਹਨਾਂ ਨੂੰ ਅਮਰੀਕਾ ਭੇਜਿਆ ਜਾਂਦਾ ਸਰ। ਅਮਰੀਕਾ ਇਜ਼ ਅ ਵੈਰੀ ਕ੍ਰੂਸ਼ੀਅਲ ਕੰਟਰੀ ਸਰ, ਬੜਾ ਇੰਪੋਰਟੈਂਟ ਦੇਸ਼ ਹੈ, ਉਸ ਨੂੰ ਡੀਲ ਕਰਨਾ ਸਰ। ਤੁਸੀਂ ਆਈਐਸ ਕ੍ਰੈਕ ਕੀਤਾ ਹੈ, ਅਮਰੀਕਾ ਨੂੰ ਕੋਈ ਚਿੱਤ ਨਹੀਂ ਇਸ ਚੀਜ਼ ਦਾ ਸਰ। ਅਸੀਂ ਬਸ ਇਹ ਚਾਹੁੰਦੇ ਹਾਂ ਵੀ ਸਾਡੀ ਕੁਆਲਿਟੀ ਕਰੀਮ ਜਾ ਕੇ ਉੱਥੇ ਸਾਨੂੰ ਰਿਪਰੈਜ਼ੈਂਟ ਕਰੇ ਸਰ। ਜਿਹੜਾ ਕਈ ਕਰੋਨਾ ਚ ਇੱਕ ਬੰਦਾ ਹੋਏਗਾ ਉਹ ਸਾਨੂੰ ਰਿਪਰੈਜ਼ੈਂਟ ਕਰੇ ਉੱਥੇ ਜਾ ਕੇ ਸਰ। ਜਿਹਦੇ ਕੋਲ ਸਹੀ ਆਈਕਿਊ ਹੋਏਗਾ, ਉਸ ਲੈਵਲ ਦਾ ਅਫਸਰ ਬਣਨ ਦਾ ਰੁਤਬਾ ਹੋਏਗਾ ਸਰ, ਹਨਾ, ਉਹ ਡਿਜ਼ਰਵ ਕਰਦਾ ਹੋਏਗਾ ਸਰ। ਤੁਸੀਂ ਕੋਈ ਐਗਜ਼ਾਮ ਕ੍ਰੈਕ ਕਰਕੇ ਆਏ ਹੋ ਤਾਂ ਅਮਰੀਕਾ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਨਾਲ ਸਰ। ਗੱਲ ਇਹ ਹੈ ਵੀ ਤੁਸੀਂ ਉੱਥੇ ਕੰਮ ਕਿਸ ਤਰੀਕੇ ਨਾਲ ਕਰ ਰਹੇ ਹੋ, ਕਿਉਂਕਿ ਐਗਜ਼ਾਮ ਕਲੀਅਰ ਕਰਨ ਦੀ ਇੱਕ ਜਿਹੜੀ ਇੰਪੋਰਟੈਂਸ ਹੁੰਦੀ ਉਹ ਇੱਕ ਲੈਵਲ ਤੱਕ ਹੀ ਹੈ ਸਰ। ਉਸ ਤੋਂ ਬਾਅਦ ਤੁਸੀਂ ਫੀਲਡ 'ਚ ਤਾਂ ਕੰਮ ਕਰਨਾ ਹੈ ਸਰ ਔਰ ਆਪਣਾ ਬੈਸਟ ਦੇਣਾ ਹੈ ਸਰ। ਉਹ ਤਦ ਹੀ ਦਿੱਤਾ ਜਾ ਸਕਦਾ ਅਗਰ ਅੱਛੀ ਸਹੀ ਕੁਆਲਿਟੀ ਕਰੀਮ ਜਾਏਗੀ ਸਰ। ਤਾਂ ਨਵੇਂ ਅਧਿਕਾਰੀਆਂ ਨੂੰ ਮੋਸਟਲੀ ਅਮਰੀਕਾ ਨਹੀਂ ਭੇਜਦੇ ਸਰ, ਪਹਿਲੇ ਛੋਟੇ ਮੋਟੇ ਮੁਲਕਾਂ ਦਾ ਐਕਸਪੀਰੀਅੰਸ ਕਰਾਇਆ ਜਾਂਦਾ ਹੈ, ਠੀਕ ਹੈ ਨਾ। ਕੁਝ ਸਾਲ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਵਿਦੇਸ਼ ਮੰਤਰਾਲੇ 'ਚ ਨੌਕਰੀ ਕਰਨੀ ਪੈਂਦੀ ਹੈ ਸਰ। ਆਹਿਸਤਾ ਆਹਿਸਤਾ ਜਿਵੇਂ ਉਹ ਇਨਸਾਨ ਨੂੰ ਲਾਈਕ ਇੰਪਰੂਵ ਹੁੰਦਾ ਜਾਂਦਾ ਫਿਰ ਉਹਨੂੰ ਹੌਲੀ ਹੌਲੀ ਇੰਪਰੂਵ ਕਰਦੇ ਨੇ ਸਰ। ਉਦਾਹਰਨ ਤੌਰ ਤੇ ਐਸ ਜੈਸ਼ੰਕਰ ਸਾਹਿਬ ਸਰ, ਐਸ ਜੈਸ਼ੰਕਰ ਸਾਡੇ ਇਸ ਸਮੇਂ ਵਿਦੇਸ਼ ਮੰਤਰੀ ਨੇ ਸਰ। ਜਦੋਂ ਮੋਦੀ ਸਾਹਿਬ ਦੀ ਪਹਿਲੀ ਸਰਕਾਰ ਸੀਗੀ ਉਹ ਆਈਐਫਐਸ ਅਧਿਕਾਰੀ ਸੀਗੇ ਸਰ। ਉਹਨਾਂ ਨੇ ਈਵਨ ਕਿ ਅਮਰੀਕਾ ਦੇ ਵਿੱਚ ਵੀ ਨੌਕਰੀ ਕੀਤੀ ਹੈ ਬਤੌਰ ਅੰਬੈਸਡਰ ਸਰ। ਉਹਨਾਂ ਨੇ ਬੜੇ ਬੜੇ ਮੁਲਕਾਂ ਦੇ ਵਿੱਚ ਈਵਨ ਕਿ ਸਾਨੂੰ ਯੂਨਾਈਟਿਡ ਨੇਸ਼ਨ 'ਚ ਰਿਪਰੈਜ਼ੈਂਟ ਕੀਤਾ ਸਰ।
ਮੋਦੀ ਸਾਹਿਬ ਉਹਨਾਂ ਦੇ ਲਾਈਕ ਕੰਮ ਕਰਨ ਦੇ ਸਟਾਈਲ ਤੋਂ ਇੰਨੇ ਪ੍ਰਭਾਵਿਤ ਸੀਗੇ ਕਿ ਉਹਨਾਂ ਨੂੰ ਮੰਤਰੀ ਬਣਨ ਦਾ ਆਫਰ ਦਿੱਤਾ ਸਰ, ਜਦ ਕਿ ਉਹ ਕੋਈ ਪੋਲੀਟੀਸ਼ੀਅਨ ਨਹੀਂ ਹੈਗੇ ਸਰ। ਉਹ ਇਲੈਕਸ਼ਨ ਲੜਨ ਜਾਂਦੇ, ਇਲੈਕਸ਼ਨ 100% ਹਾਰ ਜਾਂਦੇ ਸਰ, ਕਿਹੜਾ ਸਰ ਪੋਲੀਟੀਸ਼ੀਅਨ ਨੇ ਸਰ। ਇਲੈਕਸ਼ਨ ਜਿੱਤਣ ਲਈ ਕਾਫੀ ਕੁਝ ਕਰਨਾ ਪੈਂਦਾ, ਕਾਫੀ ਝੂਠ ਬੋਲਣਾ ਹੈ, ਰੈਲੀਆਂ ਕਰਨੀਆਂ ਨੇ ਹਨਾ, ਇੱਕ ਬੇਸ ਚਾਹੀਦਾ ਹੈ, ਪਤਾ ਨਹੀਂ ਕਿਆ ਕਿਆ ਕਰਨਾ ਪਏਗਾ ਅਗਲੇ ਨੂੰ ਸਰ। ਉਹ ਤਾਂ ਪੜ੍ਹੇ ਲਿਖੇ ਬੰਦੇ ਨੇ, ਉਹ ਤਾਂ ਉਹਨੂੰ ਉਮਰ ਹੋ ਗਈ ਸਰ ਨਾ, ਇਸ ਉਮਰ ਦੇ ਵਿੱਚ ਹੁਣ 60-65 ਸਾਲ ਦੀ ਉਮਰ ਦੇ ਵਿੱਚ ਸਾਰੀ ਉਮਰ ਪੜ੍ਹਾਈ ਲਿਖਾਈ ਕੀਤੀ ਹੈ। ਤਾਂ ਵਾਟ ਯੂ ਐਕਸਪੈਕਟ ਫਰਮ ਐਸ ਜयशंकर ਸਾਹਿਬ ਕਿ ਉਹ ਇਲੈਕਸ਼ਨ ਜਿੱਤ ਜਾਣਗੇ ਸਰ। ਇਲੈਕਸ਼ਨ ਤਾਂ ਸਾਡੇ ਡਾਕਟਰ ਮਨਮੋਹਨ ਸਿੰਘ ਸਾਹਿਬ ਨੇ ਜਿੱਤ ਪਾਏ। ਇਸ ਦੇਸ਼ ਦੇ ਸਭ ਤੋਂ ਬੜੇ ਹੀਰੇ, ਇਸ ਦੇਸ਼ ਦਾ ਸਭ ਤੋਂ ਬੜਾ ਕੋਹੀਨੂਰ ਇਲੈਕਸ਼ਨ ਤਾਂ ਉਹ ਨਹੀਂ ਜਿੱਤ ਪਾਇਆ। ਕਿਉਂ ਨਹੀਂ ਜਿੱਤ ਪਾਏ ਸਰ? ਉਹਨਾਂ ਨੂੰ ਝੂਠ ਨਹੀਂ ਬੋਲਣਾ ਆਉਂਦਾ, ਉਹਨਾਂ ਨੂੰ ਮੰਡੀਰ ਨਹੀਂ ਇਕੱਠੀ ਕਰਨੀ ਆਉਂਦੀ, ਉਹ ਬਾਈਕ ਤੇ ਰੈਲੀਆਂ ਨਹੀਂ ਕੱਢਣੀਆਂ ਆਉਂਦੀਆਂ ਉਹਨਾਂ ਨੂੰ। ਇਕਨੋਮਿਸਟ ਬੰਦੇ ਨੇ ਬਾਈ, ਆਰਬੀਆਈ ਦੇ ਪ੍ਰਮੁੱਖ ਰਹੇ ਨੇ, ਨਹੀਂ ਸਮਝੇ, ਠੀਕ ਹੈ ਨਾ। ਤਾਂ ਬਤੌਰ ਪ੍ਰੋਫੈਸਰ ਨੌਕਰੀ ਕੀਤੀ ਆਕਸਫੋਰਡ ਯੂਨੀਵਰਸਿਟੀ ਵਿੱਚ, ਠੀਕ ਹੈ, ਤੋਂ ਬੜੇ ਬੜੇ ਅਹੁਦੇ ਸੰਭਾਲੇ ਹੋਏ ਨੇ ਸਰ, ਠੀਕ ਹੈ ਨਾ। ਸੋ ਪਲੈਨਿੰਗ ਕਮਿਸ਼ਨ ਤੋਂ ਲੈ ਕੇ ਪਤਾ ਨਹੀਂ ਕਿਹੜੇ ਕਿਹੜੇ ਉਹਨਾਂ ਨੇ ਕੰਮ ਕੀਤਾ ਹੈ ਸਰ। ਤੁਸੀਂ ਵਿਕੀਪੀਡੀਆ ਪੇਜ ਖੋਲ ਕੇ ਦੇਖੋ, ਤੁਹਾਨੂੰ ਰਿਜ਼ਿਊਮ ਤਿਆਰ ਕਰਨ ਲੱਗੋ, ਤੁਹਾਡੇ ਪੰਨੇ ਖਤਮ ਹੋ ਜਾਣਗੇ, ਉਹਨਾਂ ਦੀ ਪੋਜੀਸ਼ਨਸ ਨਹੀਂ ਖਤਮ ਹੋਣ ਵਾਲੀਆਂ। ਇੱਕ ਇਨਸਾਨ ਆਪਣੀ ਜ਼ਿੰਦਗੀ 'ਚ ਕੀ ਲਿਖ ਲੂਗਾ ਵੱਧ ਤੋਂ ਵੱਧ ਸਰ? 2-3 ਅੱਖਰ ਹੀ ਲਿਖ ਸਕਦਾ ਹੈ। ਆਈਐਸ ਲਿਖ ਲੂ, ਕਿਆ ਲਿਖ ਲੂਗਾ ਆਪਣੇ ਅੱਗੇ ਸਰ? ਉਹਨਾਂ ਦੇ ਲਿਖਣੇ ਸ਼ੁਰੂ ਕਰੋ ਜੇ ਪੰਨੇ ਨਾ ਖਤਮ ਹੋ ਜਾਣ ਸਰ, ਤਾਂ ਸਮਝ ਆਏਗਾ ਵੀ ਡਾਕਟਰ ਸਾਹਿਬ ਦਾ ਕਿੰਨਾ ਬੜਾ ਰੁਤਬਾ ਹੈ ਸਰ। ਜਾਨ ਤੋਂ ਬਾਅਦ ਜ਼ਿਆਦਾ ਕਮੀ ਮਹਿਸੂਸ ਹੁੰਦੀ ਹੈ ਇਨਸਾਨ ਦੀ, ਤਾਂ ਦੇਸ਼ ਉਹਨਾਂ ਦੀ ਕਮੀ ਮਹਿਸੂਸ ਕਰਦਾ ਹੈ। ਤਾਂ ਮੇਰੇ ਕਹਿਣ ਦਾ ਮਤਲਬ ਕੀ ਹੈ, ਇਲੈਕਸ਼ਨ ਤਾਂ ਉਹ ਨਹੀਂ ਜਿੱਤ ਪਾਏ। ਇਲੈਕਸ਼ਨ ਲੜੀ ਕਾਂਗਰਸ ਦੀ ਟਿਕਟ ਤੇ ਉਹਨਾਂ ਨੇ, ਆਈ ਥਿੰਕ 56 ਪਤਾ ਨਹੀਂ ਕਿੰਨੀਆਂ 54 ਵੋਟਾਂ ਪਈਆਂ ਸੀਗੀਆਂ ਪੂਰੀ, ਉਥੋਂ ਨਾਰਥ ਈਸਟ ਕਰਨੀ ਬੜੀ ਸੀਗੀ 50-55। ਅੱਜ ਤੱਕ ਦੀ ਕਾਂਗਰਸ ਦੀ ਸਭ ਤੋਂ ਬੜੀ ਡਿਫੀਟ ਸੀਗੀ ਸਰ ਇਤਿਹਾਸ ਦੀ, ਹੋਣੀ ਉਹ ਸੀ। ਮੈਂ ਤਾਂ ਸੋਚਿਆ 50 ਕਿਹੜੇ ਵੋਟ ਪਾ ਕੇ, ਨਹੀਂ ਸਮਝ ਆਏ, ਸੋਚ ਕੇ ਵੋਟ ਪਾ ਕੇ ਨੇ ਇੰਨੇ ਸਰ। ਡਾਕਟਰ ਕਲਾਮ ਸਾਹਿਬ ਲੜ ਲੈਣ ਇਲੈਕਸ਼ਨ, ਉਹ ਨਹੀਂ ਜਿੱਤਦੇ ਸਰ, ਨਹੀਂ ਸਮਝੇ। ਤੁਹਾਡੀ ਗਲੀ ਦਾ ਸਰਪੰਚ ਭਾਵੇਂ ਜਿੱਤੇ, ਕਲਾਮ ਸਾਹਿਬ ਨਹੀਂ ਜਿੱਤਦੇ। ਕਾਰਨ ਸਰ ਸਾਇੰਟਿਸਟ ਬੰਦੇ, ਉਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਆਉਂਦੀਆਂ ਨੇ। ਸੋ ਸੇਮ ਮੈਂ ਗੱਲ ਕਰ ਰਿਹਾ ਐਸ ਜयशंकर ਸਾਹਿਬ ਦੀ ਸਰ। ਫਿਰ ਜਿਹੜੇ ਇਸ ਤਰੀਕੇ ਦੇ ਬੰਦੇ ਹੁੰਦੇ ਨੇ ਨਾ, ਉਹਦੇ ਲਈ ਰਾਜ ਸਭਾ ਦਾ ਰੂਟ ਹੁੰਦਾ ਹੈ। ਰਾਜ ਸਭਾ 'ਚ ਡਾਇਰੈਕਟ ਇਲੈਕਸ਼ਨ ਨਹੀਂ ਹੁੰਦੀ, ਰਾਜ ਸਭਾ 'ਚ ਇਨਡਾਇਰੈਕਟ ਇਲੈਕਸ਼ਨ ਹੁੰਦੀ ਹੈ, ਜਿਸ 'ਚ ਐਮਐਲਏ ਪਾਰਟਿਸਿਪੇਟ ਕਰਦੇ ਨੇ। ਤਾਂ ਹੁਣ ਜ਼ਾਹਿਰ ਜੀ ਗੱਲ ਹੈ, ਜਿਵੇਂ ਹੁਣ ਗੁਜਰਾਤ ਵਿਧਾਨ ਸਭਾ 'ਚ ਅੱਛੀ ਖਾਸੀ ਸੀਟਾਂ ਬੀਜੇਪੀ ਕੋਲ ਹੈਗੀਆਂ ਨੇ, ਤਾਂ ਜਿੰਨੇ ਗੁਜਰਾਤ ਤੋਂ ਰਾਜ ਸਭਾ ਐਮਪੀਜ਼ ਆਣਗੇ ਤਾਂ ਉਹਨਾਂ ਦਾ ਅੱਛਾ ਖਾਸਾ ਸ਼ੇਅਰ ਕਿਹਨਾਂ ਕੋਲ ਹੁੰਦਾ ਹੈ? ਜਿਹੜੇ ਗੁਜਰਾਤ ਦੇ ਵਿੱਚ ਬੀਜੇਪੀ ਦੇ ਐਮਐਲਏਜ਼ ਨੇ, ਤਾਂ ਉੱਥੋਂ ਟਿਕਟ ਦੇ ਕੇ ਉੱਥੋਂ ਭੇਜ ਦੋ ਰਾਜ ਸਭਾ 'ਚ। ਰਵਨੀਤ ਬਿੱਟੂ ਨੂੰ ਤਾਂ ਭੇਜਿਆ ਹੀ ਹੈ। ਰਵਨੀਤ ਬਿੱਟੂ ਨੇ ਲੋਕ ਸਭਾ ਇਲੈਕਸ਼ਨ ਲੜੀ, ਲੁਧਿਆਣੇ ਤੋਂ ਹਾਰ ਗਿਆ। ਅਮਿਤ ਸ਼ਾਹ ਸਾਹਿਬ ਰੈਲੀ ਕਰਨ ਆਏ ਸੀ ਤਾਂ ਵਾਅਦਾ ਕਰਕੇ ਗਏ ਸੀ ਵੀ ਇਹਨਾਂ ਨੂੰ ਜਿਤਾ ਦਿਓ ਜੀ, ਇਹਨਾਂ ਨੂੰ ਬੜਾ ਆਦਮੀ ਬਣਾ ਦੂੰਗਾ। ਉਹ ਇਲੈਕਸ਼ਨ ਹਾਰ ਗਿਆ। ਹੁਣ ਬੜਾ ਆਦਮੀ ਤਾਂ ਬਣਾਣਾ ਹੀ ਸੀਗਾ, ਤਾਂ ਬਣਾਤਾ ਅਗਲੇ ਨੂੰ ਮੰਤਰੀ ਸਰ, ਮਿਨਿਸਟਰ ਆਫ ਸਟੇਟ ਬਣਾਤਾ ਰੇਲਵੇ ਦੇ ਵਿੱਚ ਸਰ। ਸਰ ਰਾਜ ਸਭਾ ਦੀ ਇਲੈਕਸ਼ਨ ਕਿੱਦਾਂ ਹੁੰਦੀ ਹੈ ਸਰ? 2-4 ਦਿਨ ਤੱਕ ਨਾ ਪੋਲੀਟੀਕਲ ਸਾਇੰਸ ਦੀ ਪੂਰੀ ਸੀਰੀਜ਼ ਸ਼ੁਰੂ ਕਰਾਂਗੇ, ਕੱਲੀ ਚੀਜ਼ ਡਿਟੇਲ 'ਚ ਕਰਾਵਾਂਗੇ, ਇਲੈਕਸ਼ਨ ਕਿੱਦਾਂ ਹੁੰਦੀ ਹੈ, ਠੀਕ ਹੈ। ਰਾਸ਼ਟਰਪਤੀ ਦੀ ਇਲੈਕਸ਼ਨ ਦੇ ਵਿੱਚ ਕਿਹਦਾ ਵੋਟਿੰਗ ਸ਼ੇਅਰ ਹੈ। ਵੈਸੇ ਮੈਂ ਹੁਣ ਗੱਲ ਕਰ ਰਿਹਾ ਸੀਗਾ, ਜਿਹੜਾ ਕੱਲ ਬਿੱਲ ਗਿਰ ਗਿਆ, ਕਿੰਨੀ ਬੜੀ ਤੁਸੀਂ ਕਹਿ ਲਓ ਵੀ ਇਹ ਕਿਆ ਹੈ, ਸੈਟਬੈਕ ਹੈ ਸਰਕਾਰ ਦੇ ਲਈ। ਸਰਕਾਰ ਨੇ 131ਵਾਂ ਸੰਸ਼ੋਧਨ ਬਿੱਲ ਪੇਸ਼ ਕੀਤਾ, ਕਿੱਧਰ? ਪਾਰਲੀਮੈਂਟ ਦੇ ਵਿੱਚ। ਸੰਵਿਧਾਨਿਕ ਅਮੈਂਡਮੈਂਟ ਬਿੱਲ ਸੀਗਾ, 2/3 ਬਹੁਮਤ ਚਾਹੀਦਾ ਸੀਗਾ ਸਰ, ਬਹੁਮਤ ਮਿਲਿਆ ਨਹੀਂਗਾ, ਬਿੱਲ ਫੇਲ ਹੋ ਗਿਆ। ਬਹੁਤ ਰੇਅਰੈਸਟ ਆਫ ਰੇਅਰ ਹੁੰਦਾ ਹੈ ਸਰਕਾਰ ਬਿੱਲ ਪੇਸ਼ ਕਰੇ ਔਰ ਫੇਲ ਹੋ ਜਾਏ ਸਰ। ਸਰ ਬਿੱਲ ਤਾਂ ਆਰਟੀਕਲ 370 ਖਤਮ ਕਰਨ ਵਾਲਾ ਜਿਹੜਾ ਸੀਗਾ ਜੰਮੂ ਕਸ਼ਮੀਰ ਦਾ, ਉਹ ਫੇਲ ਨਹੀਂ ਹੋਇਆ, ਇਹ ਕਿੱਥੋਂ ਫੇਲ ਹੋ ਗਿਆ? ਇਹਦੇ 'ਚ ਕੀ ਸੀਗਾ? ਵੂਮਨ ਰਿਜ਼ਰਵੇਸ਼ਨ ਕੀ ਸੀਗਾ ਇਹਦੇ 'ਚ? 33% ਵੂਮਨ ਰਿਜ਼ਰਵੇਸ਼ਨ ਸਰ। ਆਪੋਜੀਸ਼ਨ ਅਗੇਂਸਟ ਵੋਟ ਪਾਤੀ। ਆਪੋਜੀਸ਼ਨ ਕਹਿੰਦੀ ਕਿ ਅਸੀਂ ਇਸ ਵੂਮਨ ਰਿਜ਼ਰਵੇਸ਼ਨ ਦੇ ਅਗੇਂਸਟ ਨਹੀਂ ਆ, ਤੁਸੀਂ 2011 ਦਾ ਸੈਂਸਸ ਯੂਜ਼ ਕਰ ਰਹੇ ਹੋ, ਅਸੀਂ ਉਸ ਦੇ ਅਗੇਂਸਟ ਆ ਸਰ। ਤੁਸੀਂ ਕਰੰਟ ਸੈਂਸਸ ਕੰਪਲੀਟ ਕਿਉਂ ਨਹੀਂ ਕਰਾਉਂਦੇ? ਤੁਸੀਂ, ਤੁਹਾਨੂੰ ਕਾਲੀ ਕੀ ਹੈ? ਤੁਸੀਂ 6 ਮਹੀਨੇ ਬਾਅਦ ਬਿੱਲ ਲਿਆਏ ਹੋ, ਜਿਹੜਾ ਲੇਟੈਸਟ ਸੈਂਸਸ ਹੈ ਉਸ ਅਕੋਰਡਿੰਗ ਰਿਜ਼ਰਵੇਸ਼ਨ ਦਿਓ। ਤੁਸੀਂ ਇਹਦੇ ਮੋਢੇ ਤੇ ਚੱਲ ਕੇ ਤੁਸੀਂ ਡੀਲਿਮਿਟੇਸ਼ਨ ਕਰ ਰਹੇ ਹੋ, ਉੱਤਰ ਨੂੰ ਜ਼ਿਆਦਾ ਸੀਟਾਂ, ਦੱਖਣ ਨੂੰ ਘੱਟ ਸੀਟਾਂ, ਕਿਉਂਕਿ ਤੁਹਾਡੇ ਦੱਖਣ ਕਮਜ਼ੋਰ ਹੈ ਤੁਹਾਡਾ ਬੀਜੇਪੀ ਦਾ, ਤਾਂ ਤੁਸੀਂ ਹੱਦਬੰਦੀ ਉੱਪਰ ਆ ਰਹੇ ਹੋ। ਤਾਂ ਸਾਨੂੰ ਇਹ ਚੀਜ਼ ਬਰਦਾਸ਼ਤ ਨਹੀਂ। ਜਿਹੜਾ ਤੁਸੀਂ 2023 ਚ ਡਰਾਫਟ ਲੈ ਕੇ ਆਏ ਸੀਗੇ, ਜਿਹਦੇ ਵਿੱਚ 1/3 ਰਿਜ਼ਰਵੇਸ਼ਨ ਸੀਗਾ, ਤੁਸੀਂ ਉਹ ਪੇਸ਼ ਕਰ ਦਿਓ। ਰਾਹੁਲ ਗਾਂਧੀ ਦਾ ਟਵੀਟ ਆਇਆ, ਅਸੀਂ ਹੁਣੇ ਵੋਟ ਪਾ ਦਾਂਗੇ ਸਰ, ਤੁਹਾਡਾ ਬਿੱਲ ਅਸੀਂ ਪਾਸ ਕਰਾ ਕੇ ਦੇਵਾਂਗੇ ਸਰ। ਤੁਸੀਂ ਲੋਕ ਸਭਾ ਤੋਂ ਨਹੀਂ ਪਾਸ ਹੋਇਆ, ਰਾਜ ਸਭਾ ਤੋਂ ਕਿੱਥੇ ਪਾਸ ਹੋ ਜਾਊਗਾ? ਤੁਸੀਂ ਮੇਰੀ ਗੱਲ ਸਮਝ ਆ ਰਹੀ ਕਿ ਨਹੀਂ? ਹੁਣ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਵੀ ਜਾਂ ਤਾਂ ਸਰਕਾਰ ਨੇ ਹੋਮਵਰਕ ਨਹੀਂ ਸਹੀ ਕੀਤਾ। ਕਦੇ ਵੀ ਬਿੱਲ ਆਉਂਦਾ ਤਾਂ ਸਰਕਾਰ ਪਹਿਲੇ ਸਾਰੇ ਪਾਰਟੀਆਂ ਨਾਲ ਕੋਆਰਡੀਨੇਟ ਕਰਦੀ ਹੈ, ਉਹਨਾਂ ਦੇ ਡਰਾਫਟ ਭੇਜੇ ਜਾਂਦੇ ਨੇ ਸਰ, ਰੀਡਿੰਗ ਹੁੰਦੀ, डिस्कशन ਹੁੰਦੀ है ਉਹਦੇ ਉੱਪਰ ਬਕਾਇਦਾ ਸਰ। ਕੋਈ ਪਰਸਨਲ ਥੋੜੀ ਕਰ ਰਿਹਾ, ਕੁਝ ਹਰ ਕੋਈ ਦੇਸ਼ ਲਈ ਕੰਮ ਕਰ ਰਿਹਾ।
ਨਹੀਂ ਉਹ ਵਿਧਾਨ ਸਭਾ ਦੇ ਚਾਹੁੰਦਾ ਐਮਐਲਏ ਨੂੰ ਨਾ, ਇਹ ਤਾਂ ਆਪਾਂ ਲੋਕ ਸਭਾ ਦੀ ਗੱਲ ਕਰ ਰਹੇ ਹਾਂ, ਠੀਕ ਹੈ ਨਾ। ਤੇ ਉਹ ਆਂਦਾ ਡਰ ਪੇਸ਼ ਹੁੰਦਾ ਸਰ, ਕਹਿੰਦੇ ਜੋ ਮੀਡੀਆ ਕਹਿ ਰਹੀ ਸੀਗੀ ਵੀ ਸਾਰੇ ਦਿਨ ਦੇ ਵਿੱਚ ਬੀਜੇਪੀ ਨੇ ਕਿਸੇ ਪਾਰਟੀ ਨਾਲ ਕਮਿਊਨੀਕੇਟ ਨਹੀਂ ਕੀਤਾ। ਹੁਣ ਰੱਬ ਜਾਣੇ ਸੱਚ ਹੈ ਝੂਠ ਹੈ, ਕਮਿਊਨੀਕੇਟ ਕੀਤਾ ਕਿ ਨਹੀਂ ਕੀਤਾ ਸਰ, ਪਹਿਲੀ ਗੱਲ। ਹੁਣ ਕਈ ਕਹਿ ਰਹੇ ਨੇ ਵੀ ਸਰਕਾਰ ਜਾਂ ਤਾਂ ਜਾਣਬੁੱਝ ਕੇ, ਮੀਡੀਆ ਲਈ ਕਹਿੰਦੇ ਵੀ ਜਾਣਬੁੱਝ ਕੇ ਸਰਕਾਰ ਲੈ ਕੇ ਆਈ ਹੈ ਬਿੱਲ, ਇਹ ਸਰਕਾਰ ਨੂੰ ਪਤਾ ਸੀ ਮੈਂ ਕੋਆਰਡੀਨੇਟ ਨਹੀਂ ਕਰੂੰਗਾ ਬਿੱਲ ਗਿਲ ਜੂਗਾ। ਅੱਗੇ ਹੁਣ ਵਿਧਾਨ ਸਭਾ ਇਲੈਕਸ਼ਨ ਆ ਰਹੀ ਤਮਿਲਨਾਡੂ ਤੇ ਵੈਸਟ ਬੰਗਾਲ ਦੀ, ਉਹ ਰੱਜ ਕੇ ਰੌਲਾ ਪਾਵਾਂਗੇ ਵੀ ਦੇਖੋ ਜੀ ਜਿਹੜੀ ਓਪੋਜੀਸ਼ਨ ਹੈਗੀ ਉਹ ਔਰਤਾਂ ਦੇ ਖਿਲਾਫ ਹੈ, ਵੂਮਨ ਰਿਜ਼ਰਵੇਸ਼ਨ ਦੇ ਖਿਲਾਫ ਹੈ, ਵੀ ਸਾਡਾ ਬਿੱਲ ਨਹੀਂ ਪਾਸ ਹੋਣ ਦਿੱਤਾ। नहीं समझे तो राहुल गांधी का बयान आया है, कांग्रेस पार्टी का बयान आया है भी जय बाबा राव अंबेडकर साहब ऐसी व्यवस्था करके गिने संविधान दे विच अगर सरकार पूरा जोर भी ला लवे ਤਾਂ ਵੀ ਉਹ ਸੰਵਿਧਾਨ ਨੂੰ ਅਮੈਂਡ ਨਹੀਂ ਕਰ ਸਕਦੀ ਜਦ ਤੱਕ ਬਾਕੀ ਸਾਰੇ ਕੌਨਫੀਡੈਂਸ ਨਹੀਂ ਹੈਗੇ, ਕੰਸੈਂਸਸ ਚ ਨਹੀਂ ਹੈਗੇ ਸਰ, ਠੀਕ ਹੈ ਨਾ। ਤਾਂ ਇੰਨਾ ਬੜਾ ਉਹਦੇ ਕੋਲ ਬਹੁਮਤ ਹੋਣ ਦੇ ਬਾਵਜੂਦ ਵੀ ਮਤਾ ਪਾਸ ਨਹੀਂ ਹੋਇਆ ਸਰ, ਠੀਕ ਹੈ ਨਾ। ਇਸ ਤਰੀਕੇ ਦੀ ਵਿਵਸਥਾ ਸੰਵਿਧਾਨ ਦੇ ਵਿੱਚ ਕੀਤੀ ਗਈ ਕਿ ਤੁਹਾਨੂੰ 2/3 ਬਹੁਮਤ ਚਾਹੀਦਾ ਹੈ ਲੋਕ ਸਭਾ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਵੀ ਸਰ। ਤੁਸੀਂ ਮੇਰੀ ਗੱਲ ਸਮਝ ਆ ਰਹੀ ਕਿ ਨਹੀਂ। ਪਰ ਮੈਂ ਤੁਹਾਨੂੰ ਕਿਹਾ ਪੋਲੀਟੀਕਲ ਸਾਇੰਸ ਕਰਾਉਂਗਾ, ਇੱਕ ਮਿੰਟ ਬਸ, ਮੈਂ ਤੁਹਾਨੂੰ ਪੋਲੀਟੀਕਲ ਸਾਇੰਸ ਅੱਗੇ ਕਰਾਉਂਗਾ। ਤਿੰਨ ਤਰੀਕੇ ਨਾਲ ਸੰਵਿਧਾਨ ਚੇਂਜ ਹੋ ਸਕਦਾ ਹੁੰਦਾ, ਇੱਕ ਤਾਂ ਸਿੰਪਲ ਰੈਜ਼ੋਲੂਸ਼ਨ ਹੁੰਦਾ, ਇੱਕ 2/3 ਬਹੁਮਤ ਹੁੰਦਾ ਹੈ, ਇੱਕ ਉਸ ਤੋਂ ਬਾਅਦ ਕੀ ਹੁੰਦਾ ਹੈ ਲੋਕ ਸਭਾ ਰਾਜ ਸਭਾ ਤੋਂ ਪਾਸ ਕਰਾ ਕੇ 2/3 ਬਹੁਮਤ ਨਾਲ, ਜਿਵੇਂ ਜੀਐਸਟੀ ਦਾ ਬਿੱਲ ਪਾਸ ਕਰਾਇਆ ਸੀਗਾ ਜਿੱਥੇ ਲਾਈਕ ਸਟੇਟਸ ਦਾ ਇੰਟਰਸਟ ਇਫੈਕਟ ਹੋਵੇ, ਅਗਰ ਸਟੇਟਸ ਦੇ ਹਿੱਤ ਇਫੈਕਟ ਹੋਣ ਤਾਂ ਫਿਰ ਉਹ 50% ਤੋਂ ਜ਼ਿਆਦਾ ਸਟੇਟਸ ਤੋਂ ਵੀ ਪਾਸ ਕਰਾਉਣਾ ਹੁੰਦਾ, ਜਿਵੇਂ 28 ਸਟੇਟਸ ਨੇ ਤਾਂ 15 ਸਟੇਟਾਂ ਤੋਂ ਪਾਸ ਕਰਾਉਣਾ ਪਏਗਾ, ਉਹਨੂੰ ਵਿਧਾਨ ਸਭਾ ਤੋਂ ਮਤਾ ਪਾਸ ਕਰਾਉਣਾ ਪੈਂਦਾ ਹੈ। ਤਾਂ ਉਸ ਤਰੀਕੇ ਦੇ ਸੰਸ਼ੋਧਨ ਜਿੱਥੇ ਸਟੇਟਸ ਦਾ ਹਿੱਤ ਇੰਪੈਕਟ ਹੁੰਦਾ ਹੈ ਉੱਥੇ ਸਿਰਫ ਔਰ ਸਿਰਫ ਲੋਕ ਸਭਾ ਰਾਜ ਸਭਾ ਚ 2/3 ਬਹੁਮਤ ਨਹੀਂ ਚਾਹੀਦਾ, ਬਕਾਇਦਾ ਤੁਹਾਨੂੰ ਵਿਧਾਨ ਸਭਾ ਚ ਬਹੁਮਤ ਚਾਹੀਦਾ ਸਰ। ਤੁਸੀਂ ਮੇਰੀ ਗੱਲ ਸਮਝ ਆ ਰਹੀ ਕਿ ਹਾਂਜੀ, ਪੁੱਛੋ ਕੀ ਰਹੇ। ਨਹੀਂ ਉਹ ਵਾਪਸ ਲੈ ਸਰਕਾਰ ਨੇ, ਪੁੱਛ ਰਹੇ ਨੇ ਕਹਿੰਦੇ ਵੀ 850 ਸੀਟਾਂ ਦਾ ਬਿੱਲ ਪਾਸ ਹੋ ਗਿਆ। ਸਰਕਾਰ ਨੇ ਵੂਮਨ ਰਿਜ਼ਰਵੇਸ਼ਨ ਪ੍ਰਪੋਜ਼ ਕੀਤਾ ਸੀਗਾ, ਇੱਕ ਆ ਡੀਲਿਮਿਟੇਸ਼ਨ ਪ੍ਰਪੋਜ਼ ਕੀਤਾ ਸੀਗਾ, ਸੈਂਸਸ ਸੀਗੇ, ਉਹ ਸਰਕਾਰ ਦਾ ਬਿੱਲ ਗਿਰ ਗਿਆ, ਬਾਕੀ ਸਰਕਾਰ ਨੇ ਨਾਲ ਦੋ ਵਾਪਸ ਲੈ ਲਏ ਸਰ। ਉਹ ਵੀ ਫੇਲ ਹੋ ਜਾਂਦੇ ਮੇਰੇ ਸਾਹਮਣੇ, ਜਿਸ ਤਰੀਕੇ ਨਾਲ ਮਾਹੌਲ ਸੀਗਾ ਲੋਕ ਸਭਾ ਚ, ਉਹ ਵੀ ਗਿਰ ਜਾਣੇ ਸੀ ਬਿੱਲ ਸਰ, ਹਨਾ। ਤੇ ਉਹ ਜ਼ਾਹਿਰ ਜੀ ਗੱਲ ਹੈ ਜਾਂ ਤਾਂ ਹੋਮਵਰਕ ਚ ਕਮੀ ਰਹੇਗੀ ਜਾਂ ਕੁਝ ਜਾਣਬੁੱਝ ਕੇ, ਲੈਟਸ ਸੀ ਦੇਖੋ ਕਿਆ ਹੁੰਦਾ। ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ, ਠੀਕ ਹੈ ਨਾ, ਜਿਵੇਂ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਤੁਸੀਂ ਪ੍ਰੀਵੀਅਸ ਕੁਐਸਚਨ ਪਰ ਕਰ ਰਹੇ ਹੋ ਵੀ ਕਿੱਦਾਂ ਚੱਲ ਰਿਹਾ ਨਾ, ਤੇ ਕਹਿੰਦਾ ਸਰ ਵੀ ਉਸ ਕੁਐਸਚਨ ਪੁੱਛਿਆ ਹੋਇਆ ਸੀਗਾ ਵੀ ਇਸ ਪ੍ਰੋਗਰਾਮ ਦਾ ਕਰੰਟ ਅਫੇਅਰਸ ਮੈਨੂੰ ਥੋੜਾ ਵੀਕ ਹੈ। ਤਾਂ ਮੈਂ ਇਹਨਾਂ ਨੂੰ ਪੁੱਛਿਆ ਵੀ ਕਰੰਟ ਅਫੇਅਰਸ ਕਿਹੜਾ ਪੁੱਛਿਆ ਜਾ ਰਿਹਾ ਕਨਸੈਪਟ, ਤੁਸੀਂ ਮੈਨੂੰ ਖੁਦ ਦੱਸੋ। ਉਹ ਕਹਿੰਦਾ ਸਰ ਕੱਲਾ ਪੰਜਾਬ ਦਾ ਨਹੀਂ ਪੁੱਛਿਆ ਜਾ ਰਿਹਾ, ਈਵਨ ਕਿ ਨੈਸ਼ਨਲ ਦਾ ਵੀ ਪੁੱਛਿਆ ਜਾ ਰਿਹਾ। ਮੈਂ ਕਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਹੁਣ ਮੈਂ ਅਗਲੀ ਕਲਾਸਿਸ ਨੈਸ਼ਨਲ ਕਰੰਟ ਅਫੇਅਰਸ ਦੇ ਲਊਂਗਾ ਤਾਂ ਤੁਸੀਂ ਇਹਨੂੰ ਅੱਖਾਂ ਨੇ ਮੀਚ ਕੇ ਬਹਿ ਜਾਓ ਵੀ ਆਣਾ ਨਹੀਂ ਪੇਪਰ ਚ। ਸੋ ਦੋਨੋਂ ਕਰੰਟ ਅਫੇਅਰਸ ਆਉਂਦੇ ਨੇ, ਅਗਲੇ 8-10 ਕੁਐਸਚਨ ਪੜਨੇ, 4-5 ਪੰਜਾਬ ਚ ਪਾ ਦੂਗਾ, 4-5 ਇੱਧਰ ਉੱਧਰ ਪਾ ਦੂਗਾ। ਤੁਸੀਂ ਮੇਰੀ ਗੱਲ ਸਮਝ ਆ ਰਹੀ ਕਿ ਨਹੀਂ, ਤਾਂ ਕੁਝ ਵੀ ਨਹੀਂ ਛੱਡ ਸਕਦੇ। ਫਿਰ ਇਹ ਮੈਨੂੰ ਕਹਿੰਦੇ ਵੀ ਉਹਦਾ ਕੁਐਸਚਨ ਪੁੱਛਿਆ ਸੀਗਾ ਕੀ ਨਾਮ ਸੀ ਐਮਪੀ ਦਾ, ਅੰਮ੍ਰਿਤਪਾਲ ਦਾ, ਕਹਿੰਦੇ ਜੀ ਅੰਮ੍ਰਿਤਪਾਲ ਦਾ ਕੁਐਸਚਨ ਆਇਆ ਹੋਇਆ ਸੀਗਾ ਪੇਪਰ ਪੁੱਛਿਆ ਹੋਇਆ ਸੀ ਵੀ ਕਿਹੜੀ ਸੀਟ ਤੋਂ ਜਿੱਤਿਆ ਸਰ, ਠੀਕ ਹੈ ਨਾ, ਖਡੂਰ ਸਾਹਿਬ ਤੋਂ, ਤਾਂ ਸਭ ਨੂੰ ਪਤਾ ਹੈ ਸਰ। ਐਕਚੁਅਲ ਚ ਕੀ ਹੈ ਤੁਸੀਂ ਗੱਲ ਨੂੰ ਸਮਝੋ, ਜਿਹੜੇ ਇੰਸਟੀਟਿਊਟਸ ਹੈ ਜੋ ਪ੍ਰੋਫੈਸ਼ਨਲ ਮੈਗਜ਼ੀਨਸ ਆਉਂਦੀਆਂ ਨੇ ਨਾ, ਸਾਰੇ ਅਸੀਂ ਜੋ ਕਰੰਟ ਅਫੇਅਰਸ ਤਿਆਰ ਕਰਦੇ ਸਾਡਾ ਫੋਕਸ ਸਾਇੰਟੀਫਿਕ ਨਿਊਜ਼ ਤੇ ਹੁੰਦਾ ਹੈ, ਜੁਡੀਸ਼ੀਅਲ ਜਜਮੈਂਟਸ ਤੇ ਹੁੰਦਾ ਹੈ ਸਰ, ਇਨਵਾਇਰਨਮੈਂਟ ਨਿਊਜ਼ ਤੇ ਫੋਕਸ ਹੁੰਦਾ ਹੈ ਸਰ, ठीक है ना, कोई लॉ बने उस पर फोकस होता है, कोई पॉलिसी स्कीम अवार्ड से फोकस होता है, पर्सनैलिटी से फोकस होता है। ਹੁਣ ਉਹਨਾਂ ਨੇ ਪਰਸੋਂ ਤੇ ਪਕਾ ਰਹੇ ਸੀਗੇ, ਇੱਕ ਉਹਨਾਂ ਨੇ ਵਿਧਾਨ ਸਭਾ ਸੀਟ ਪੁੱਛੀ ਹੋਈ ਸੀ, ਪਤਾ ਨਹੀਂ ਕਿਹੜੀ, ਉੱਚ ਕਿਹੜਾ ਜਿੱਤੇ ਆ ਸਰ। 117 ਸੀਟਾਂ ਨੇ, ਤੁਹਾਨੂੰ ਕੱਲੇ ਕੱਲੇ ਐਮਐਲਏ ਯਾਦ ਨਾਮ ਕਰਨੇ ਪੈਣਗੇ। ਤੋਬਾ ਤੋਬਾ ਤੋਬਾ, ਮੇਰੀ ਗੱਲ ਸਮਝ ਆ ਰਹੀ ਕਿ ਨਹੀਂ। ਚਲ ਐਮਪੀ ਦਾ ਫੇਰ ਬੰਦਾ ਸੋਚ ਲੇਗਾ ਵੀ 13 ਨੇ, ਉਹ ਤਾਂ 117 ਨੇ, ਉਹ ਤਾਂ ਪਲੱਸ ਮਾਈਨਸ ਹੁੰਦੇ ਰਹਿੰਦੇ ਨੇ ਸਰ। ਮੇਰੀ ਗੱਲ ਸਮਝ ਆ ਰਹੀ ਕਿ ਇਸ ਗੱਲ ਇਹ ਨਹੀਂ ਹੈ, ਗੱਲ ਇਹ ਹੈ ਵੀ ਜਿਹੜੀ ਖਡੂਰ ਸਾਹਿਬ ਵਾਲੀ ਸੀਟ ਸੀ ਨਾ, ਬਾਲੀ ਸੁਰਖੀਆਂ ਸੀਗੀ, ਉਹਨੇ ਸੁਰਖੀਆਂ ਬਹੁਤ ਬਟੋਰੀਆਂ ਨੇ ਸਰ ਅੰਮ੍ਰਿਤਪਾਲ ਨੇ ਸਰ, ਕਿਉਂਕਿ ਮੀਡੀਆ ਨੇ ਕਵਰ ਬਹੁਤ ਕੀਤਾ ਸਰ। ਤਾਂ ਉਹ ਇਹ ਐਗਜ਼ਾਮੀਨਰ ਇਹ ਚਾਹੁੰਦਾ ਵੀ ਤੁਸੀਂ ਅਖਬਾਰ ਪੜ੍ਹ ਰਹੇ ਹੋ ਕਿ ਨਹੀਂ ਪੜ੍ਹ ਰਹੇ। ਅਗਰ ਤੁਸੀਂ ਇੱਕ ਅਖਬਾਰ ਨੂੰ ਕੰਟੀਨਿਊਸ ਪੜ੍ਹ ਰਹੇ ਹੋਗੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਉਹ ਨਿਊਜ਼ ਦੇਖੀ ਹੋਏਗੀ ਵਾਰੀ-ਵਾਰੀ ਸਰ, ਦੈਟ ਸ਼ੋਜ਼ ਕਿ ਤੁਸੀਂ ਅਖਬਾਰ ਪੜ੍ਹ ਕੇ ਆਏ ਹੋ। ਤਾਂ ਸਰ ਕੁਝ ਚੀਜ਼ਾਂ ਨਾ ਨੈਚੁਰਲ ਹੁੰਦੇ ਨੇ, ਕੁਦਰਤ ਸਰ। ਅੱਜ ਤੋਂ 20 ਸਾਲ ਪਹਿਲੇ ਵੀ ਐਗਜ਼ਾਮ ਅਖਬਾਰ ਪੜ੍ਹ ਕੇ ਨਿਕਲਦੇ ਸੀਗੇ ਸਰ, ਅੱਜ ਵੀ ਜਿੰਨਾ ਮਰਜ਼ੀ ਕੋਈ ਮੀਡੀਆ ਐਕਟਿਵ ਹੋ ਜਾਏ ਸਰ, ਅਖਬਾਰ ਦੀ ਆਪਣੀ ਇੰਪੋਰਟੈਂਸ ਹੈ ਬਸ। ਮੇਰੀ ਗੱਲ ਸਮਝ ਆ ਰਹੀ ਕਿ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਕਿ ਪੋਲੀਟੀਕਲ ਬਿਆਨਬਾਜ਼ੀ ਨਹੀਂ ਪੜ੍ਹਨੀ ਸਰ, ਪੋਲੀਟੀਕਲ ਬਿਆਨਬਾਜ਼ੀ नहीं पढ़नी सर। पर गल ये है उदाहरण तौर पे उन्होंने अमृतपाल ने 2-3 बार 4 बार कितने बार अप्लाई किया कि मैंने लोकसभा सेशन पार्टिसिपेट करन दो, अप्रूवल नहीं मिली तो एक खबर छपी होगी ना, तो बारी बार सुर्खियां से आया होएगा ना सर। तो पॉलिटिकल बयानबाजी तो है नहीं ना, है तो उत्थों न्यूज़ कवर होंदी है सर। ये सारी तुम मेरी गल समझ आ रही कि नहीं।
तो ਉਂਝ ਹੀ ਕੁਛ ਅਨਾਪ ਸ਼ਨਾਪ ਨਹੀਂ ਪੁੱਛਿਆ ਜਾਂਦਾ ਹੁੰਦਾ। ਹੁਣ ਆਪਾਂ ਜਦੋਂ ਹੈਡਿੰਗ ਪੜ੍ਹਦੇ ਹਾਂ ਕਿਸੇ ਚੀਜ਼ ਦੀ ਵੀ ਇਹ ਪੋਲੀਟੀਕਲ ਬਿਆਨਬਾਜ਼ੀ ਹੈ, ਆਪਾਂ ਉਹਨੂੰ ਇਗਨੋਰ ਮਾਰ ਦਿੰਦੇ, ਆਪਾਂ ਅੰਦਰੋਂ ਨਹੀਂ ਪੜ੍ਹਦੇ ਉਹਦਾ। ਆਪਣਾ ਫੋਕਸ ਹੁੰਦਾ ਇਨਵਾਇਰਨਮੈਂਟ ਨਿਊਜ਼, ਸਾਇੰਟੀਫਿਕ ਨਿਊਜ਼, ਉਸ ਤੇ ਫੋਕਸ ਹੁੰਦਾ ਆਪਣਾ, ਆਪਾਂ ਉਹ ਨਹੀਂ ਪੜ੍ਹਦੇ ਹਨਾ। ਆਪਾਂ ਇੱਕ ਉਹਦੀ ਹੈਡਿੰਗ ਤੇ ਪੜ੍ਹ ਹੀ ਲੈਂਦੇ ਆ ਨਾ ਉਸਦੀ, ਫਿਰ ਆਪਾਂ ਡਿਸਾਈਡ ਕਰਦੇ ਆ ਵੀ ਨਹੀਂ ਇਹ ਹੈ ਨਹੀਂਗਾ। ਸਿਰਫ 2 ਸਕਿੰਟ ਲੱਗਦੇ ਨੇ, ਅਖਬਾਰ ਫਟਾਫਟ ਗੋ ਥਰੂ ਕਰ ਰਹੇ ਹੁੰਦੇ ਆ ਸਰ। ਹੁਣ ਅੱਜ ਮੈਨੂੰ ਕੱਲ ਪਤਾ ਸੀਗਾ, ਉਹ ਮੈਂ ਨਿਊਜ਼ ਦੇਖ ਰਿਹਾ ਸੀਗਾ ਕਿ 131 ਮਿੰਟ ਬਿੱਲ ਗਿਰ ਗਿਆ ਸਰ। ਮੈਂ ਰਾਤ ਵੀ ਘਰੇ ਗੱਲ ਕਰ ਰਿਹਾ ਸੀ, ਮੈਂ ਕਿਹਾ ਸਵੇਰੇ ਅਖਬਾਰ ਆਵੇ ਫਟਾਫਟ ਕੁਝ ਆਰਟੀਕਲਸ ਰੀਡ ਕਰੀਏ, ਦੇਖੀਏ ਹੋਰ ਕੀ ਪੁਆਇੰਟਸ ਹੈਗੇ ਨੇ ਹਨਾ। ਤੇ ਅੱਜ ਸਵੇਰੇ ਆਇਆ ਫਟਾਫਟ ਅਖਬਾਰ, ਮੈਂ ਫਟਾਫਟ ਚੱਕਿਆ ਤੇ ਮੈਂ ਫਟਾਫਟ ਪੜ੍ਹਨ ਬੈਠ ਗਿਆ ਸਰ। ਮੈਂ ਘੰਟਾ ਡੇਢ 2 ਘੰਟੇ ਲਾ ਕੇ ਆਇਆ ਉਸ ਚੀਜ਼ ਤੇ, ਕੁਝ ਹੋਰ 2-4 ਚੀਜ਼ਾਂ 2-4 ਐਂਗਲਸ ਉਹਦੇ ਸਮਝ ਸਕੀਏ ਸਰ। ਮੇਰੀ ਬਾਤ ਸਮਝ ਆ ਰਹੀ ਕਿ ਨਹੀਂ? ਤਾਂ ਅਖਬਾਰ ਤਾਂ ਬਹੁਤ ਵਧੀਆ ਚੀਜ਼ ਹੈ, ਤੁਸੀਂ ਸਾਰੀ ਨਿਊਜ਼ ਇੱਕ ਦਿਨ ਚ ਬੈਠ ਕੇ ਉੱਤੇ ਨਹੀਂ ਦੇਖ ਸਕਦੇ ਸਰ। ਤੁਸੀਂ ਕਿੰਨਾ ਕੁ ਯਾਰ ਪੀਟੀਸੀ ਦੇਖ ਲੋਗੇ, ਨਾਲੇ ਉਹਦੇ ਵਿੱਚ ਹੋਰ ਚੀਜ਼ਾਂ ਬਹੁਤ ਨੇ। ਉਹਨਾਂ ਨੇ ਆਪਣਾ ਦੇਖਣਾ ਟੀਆਰਪੀ ਵਗੈਰਾ, ਉਹਨਾਂ ਨੇ ਬਹੁਤ ਚੀਜ਼ਾਂ ਦੇਖਣੀਆਂ, ਉਹਨਾਂ ਕ੍ਰਿਮੀਨਲ ਨਿਊਜ਼ ਵੀ ਕਵਰ ਕਰਨੀ, ਉਹਨਾਂ ਨੇ ਆਪਣੇ ਅਕੋਰਡਿੰਗ ਚਲਾਉਣਾ ਹੈ। ਉਹ ਕਿਹੜਾ ਕੋਈ यूपीएससी ਚੈਨਲ ਚਲਾ ਰਹੇ ਨੇ ਸਰ, ਇਹ ਸਰਕਾਰੀ ਨੌਕਰੀ ਦੇ ਕੋਈ ਚੈਨਲ ਚਲਾ ਰਹੇ ਨੇ ਸਰ। ਅਖਬਾਰ ਹੀ ਇੱਕਮਾਤਰ ਐਸਾ ਸੋਰਸ ਹੈ ਵੀ ਤੁਹਾਨੂੰ 8-10 ਪੰਨਿਆਂ ਚ 12-15 ਪੰਨਿਆਂ ਚ ਸਾਰਾ ਕੁਝ ਕੁੰਡਲੀ ਮਿਲ ਜਾਂਦੀ ਹੈ, ਉਹ ਫਟਾਫਟ ਬੰਦਾ ਗੋ ਥਰੂ ਕਰੀ ਜਾਵੇ। ਅੱਧਾ ਪੌਣਾ ਘੰਟਾ ਜ਼ਰੂਰ ਕੁਝ ਰੱਖੇ ਸਰ, ਜਿੰਨਾ ਤੁਸੀਂ ਤੁਹਾਡੀ ਜਿਵੇਂ ਤੁਸੀਂ ਨਿਯਮ ਬਣਾਇਆ ਹੋਇਆ ਸਕਰੋਲਿੰਗ ਕਰਨ ਦਾ, ਉਹ ਅਖਬਾਰ ਪੜ੍ਹਨ ਦਾ ਨਿਯਮ ਬਣਾ ਲਓ, ਜ਼ਿੰਦਗੀ ਸਵਰਗ ਬਣ ਜੇ। ਅਗਰ ਸਕਰੋਲਿੰਗ ਤੋਂ ਨਿਕਲ ਕੇ ਉਹ ਕਰ ਲਈਏ ਤਾਂ ਬਹੁਤ ਇਫੈਕਟ ਹੋ ਜਾਏਗਾ ਉਸ ਚੀਜ਼ ਦਾ ਸਰ। ਤੁਸੀਂ ਮੇਰੀ ਗੱਲ ਸਮਝ ਰਹੇ ਹੋ ਨਾ? ਤਾਂ ਅਖਬਾਰ ਜ਼ਰੂਰ ਪੜ੍ਹਨਾ ਹੈ ਸਰ, ਜਿੰਨਾ ਮਰਜ਼ੀ ਕਰੰਟ ਅਫੇਅਰ ਪੜ੍ਹੋ, ਜਿੰਨਾ ਮਰਜ਼ੀ ਪੜ੍ਹੋ, ਕੋਈ ਦਿੱਕਤ ਨਹੀਂ ਹੈ ਸਰ। ਟੀਚਰਸ ਦਾ ਕਰੰਟ ਅਫੇਅਰ ਇਸ ਤਰੀਕੇ ਨਾਲ ਹੁੰਦਾ ਕਿ ਉਹ ਸਾਰਾ ਕੁਝ ਕੱਟ ਕਟਾ ਕੇ ਲੈ ਕੇ ਆਉਂਦਾ ਹੈ, ਪਰ ਟੀਚਰ ਕੀ ਹੁੰਦਾ, ਉਹ 100-150 ਵਰਡਸ ਪੜ੍ਹਦਾ ਤਾਂ ਉਹ 20 ਵਰਡਸ ਉਤਾਰ ਕੇ ਲੈ ਕੇ ਆਉਂਦਾ ਸਰ, ਫਿਰ ਉਹ ਆ ਕੇ ਉਸ ਨੂੰ ਪੜ੍ਹਾਉਂਦਾ ਹੈ ਸਰ। ਠੀਕ ਹੈ ਨਾ? ਪਰ ਟੀਚਰ ਕੋਲ ਤਾਂ 100-150 ਵਰਡ ਚਲੇ ਗਏ ਨਾ ਦਿਮਾਗ ਚੋਂ ਦੀ, ਤਾਂ ਟੀਚਰ ਦੀ ਜ਼ਿਆਦਾ ਪ੍ਰੈਕਟਿਸ ਹੋਈ ਨਾ, ਕਿ ਤੁਹਾਡੀ ਨਹੀਂ ਹੋਣੀ ਚਾਹੀਦੀ, ਹੋਣੀ ਚਾਹੀਦੀ ਹੈ ਸਰ। ਸਰ ਕਿਆ ਜਿਹੜਾ ਸਾਹਮਣੇ ਬੰਦਾ ਪੜਾ ਰਿਹਾ ਉਸਦਾ ਓਪੀਨੀਅਨ ਸੁਣ ਲੈਣਾ ਚਾਹੀਦਾ। ਹਾਂ, ਅੱਧਾ ਘੰਟਾ ਜਿਵੇਂ ਉਹ ਕਰ ਲਿਆ, ਅਖਬਾਰ ਖੁਦ ਪੜ ਲਿਆ, ਅੱਧਾ ਘੰਟਾ ਜਿਵੇਂ ਉਹਨੇ ਸਾਰੀ ਨਿਊਜ਼ ਨੂੰ ਡਿਫਾਈਨ ਕਰਤਾ, ਇੱਕ ਚੇਨ ਚ ਲਿਆ ਕੇ ਸੁਣਾਤਾ, ਸਾਰਾ ਕੁਝ ਉਹਨੇ ਸਮਝਾਤਾ ਸਰ, ਚੀਜ਼ਾਂ ਨੂੰ ਕੁਝ ਐਂਗਲਸ ਨਾਲ ਸਮਝਾਤਾ ਸਰ, ਕੁਝ ਵੱਖਰੇ ਨਜ਼ਰੀਏ ਨਾਲ, ਉਹ ਵੀ ਬੈਟਰ ਹੈ ਸਰ। ਦੋਨੋਂ ਚੀਜ਼ਾਂ ਬੈਟਰ ਨੇ ਸਰ। ਆਈ ਐਮ ਨਾਟ ਸੇਇੰਗ ਕਿ ਤੁਸੀਂ ਇੱਕ ਫੋਲੋ ਕਰੋ ਸਰ, ਅੱਧਾ ਘੰਟਾ ਐਲੋਕੇਟ ਕਰ ਲਓ ਸਰ। ਸਰ ਕੀ ਕੁਝ ਕਰੀਏ ਜੀ, ਤੁਸੀਂ ਕਹਿੰਦੇ ਹਿਸਟਰੀ ਕਰੋ, ਕੁਆਂਟ ਕਰੋ, ਰੀਜ਼ਨਿੰਗ ਕਰੋ ਸਰ। ਸਰ ਸ਼ੁਕਰ ਹੈ ਅਸੀਂ यूपीएससी नहीं कर रहे, फिर तो मथे हथ मारना से पता नहीं की कुछ करिए। और सिलेबस इतना ज्यादा वास्ट है सर, वो यूपीएससी सिलेबस इतना ज्यादा इसलिए वास्ट है क्योंकि ब्यूरोक्रेट तो चाहते हैं ब्यूरोक्रेट की 20 जगह लत फसी होंगी। ਹੁਣ ਡੀਸੀ ਹੈ, ਡੀਸੀ ਕੋਲ ਰੋਜ਼ 20 ਕਲੇਸ਼ ਨੇ, 100 ਕਲੇਸ਼ ਨੇ ਸਰ, ਉਹਦੀ 100 ਜਗ੍ਹਾ ਲੱਤ ਫਸੀ ਹੋਈ ਉਹਦੀ। ਉਹਨੂੰ ਕਦੇ ਕਿਹੜੇ ਮਹਿਕਮੇ ਦਾ ਫੋਨ ਆ, ਉਹਨੂੰ ਕਦੇ ਕਿਹੜੇ ਮਹਿਕਮੇ ਤੋਂ, ਉਹਨੇ ਕਦੇ ਕਿਹੜੀ ਫਾਈਲ ਅਪਰੂਵ ਕਰਨੀ, ਉਹਨੇ ਕਿੱਥੇ ਦੌਰਾ ਕਰਨਾ ਹੈ ਸਰ। ਤਾਂ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਹੀ ਉਸਦੀ ਉਹ ਕਲਾ ਹੁੰਦੀ ਹੈ ਸਰ। ਤੇ ਇਹ ਕਲਾ ਸੀਟ ਤੇ ਬੈਠਣ ਤੋਂ ਬਾਅਦ ਨਹੀਂ ਆਉਂਦੀ, ਇਨਸਾਨ ਚ ਕੁਦਰਤੀ ਹੁੰਦੀ ਹੈ। ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਕਿਵੇਂ ਕਰਨਾ ਹੈ, ਆਪਣਾ ਜੋ ਮੇਰਾ ਸਟੱਡੀ ਟਾਈਮ ਹੈ, ਸ਼ਡਿਊਲ ਟਾਈਮ ਹੈ, 7-8-10 ਘੰਟੇ ਮੈਂ ਜੋ ਵੀ ਪੜ੍ਹਦਾ ਉਹਦੇ ਚ ਮੈਂ ਸਾਰੀ ਚੀਜ਼ਾਂ ਮੈਨੇਜ ਕਿਵੇਂ ਕਰਨੀਆਂ ਨੇ, ਅੱਧਾ ਪੌਣਾ ਘੰਟਾ ਮੈਂ ਸਭ ਨੂੰ ਕਿਵੇਂ ਐਲੋਕੇਟ ਕਰਨਾ ਹੈ, ਇਹ ਇੱਕ ਸਕਿੱਲ ਹੈ ਸਰ। ਮੇਰੀ ਗੱਲ ਸਮਝ ਆ ਰਹੀ ਕਿ ਨਹੀਂ ਸਮਝ ਆ ਰਹੀ? ਅਗਲਾ ਕਹਿੰਦਾ ਸਰ, ਕਈ ਕਹਿੰਦੇ ਨੇ ਐਗਜ਼ਾਮ ਨਿਕਲ ਗਏ, ਕਹਿੰਦੇ ਨਹੀਂ ਨਿਕਲਿਆ। ਮੈਂ ਕਿਹਾ ਸਰ ਇੱਕ ਬੰਦੇ ਦਾ ਐਗਜ਼ਾਮ ਜ਼ਰੂਰ ਨਿਕਲਦਾ ਹੈ ਇਸ ਦੁਨੀਆ 'ਚ ਜੋ ਡਿਜ਼ਰਵ ਕਰਦਾ ਸਰ। ਉਸ ਸੀਟ ਤੇ ਬੈਠਣ ਤੋਂ ਪਹਿਲੇ ਉਹਨੂੰ ਡਿਜ਼ਰਵ ਕਰੋ। ਤੁਹਾਡੇ 'ਚ ਗੁਣ ਹੋਣੇ ਚਾਹੀਦੇ ਨੇ ਵੀ ਤੁਸੀਂ ਉਹ ਅਹੁਦਾ ਸੰਭਾਲ ਸਕੋ। ਤਾਂ ਦੇਖਣਾ ਪਰਮਾਤਮਾ ਆਟੋਮੈਟਿਕਲੀ ਉਹਦਾ ਐਗਜ਼ਾਮ ਕੱਢ ਦੇਗਾ ਸਰ, ਕਿਉਂਕਿ ਉਹਦਾ ਨੇਚਰ, ਤੁਹਾਡੀ ਹੈਬਿਟਸ ਉਸ ਤਰੀਕੇ ਦੀਆਂ ਹੋਣਗੀਆਂ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਉਸ ਤਰੀਕੇ ਨਾਲ ਹੀ ਕਰਦੇ ਹੋ ਹੈਂਡਲ ਸਰ। ਤੁਹਾਡੇ 'ਚ ਸਕਿੱਲ ਹੈ ਬੌਸ ਉਸ ਚੀਜ਼ ਦੀ। ਜਿਵੇਂ ਕੋਈ ਬੰਦਾ ਹੈ ਉਹ ਆਪਣੇ ਘਰ ਦੇ ਸਾਰੇ ਕੰਮ ਖੁਦ ਸਾਂਭਦਾ ਹੈ ਸਰ, ਉਹਦੀ ਇੱਥੇ ਵੀ ਲੱਤ ਫਸੀ ਹੈ, ਉੱਥੇ ਵੀ ਫਸੀ ਹੈ, ਇੱਥੇ ਫਸੀ ਹੈ ਸਰ। तो इतना टेंशन नहीं लेनी कि भाई मैं क्वांट करा कि रीजनिंग करा, टाइम एलोकेट करो, कोशिश करो 10-12 सिलेक्ट्स इकट्ठे ना चुको। ਤੁਹਾਡੇ ਕੋਲ ਤਾਂ ਮੈਨੇਜ ਹੈਗਾ, ਤੁਹਾਡੇ ਕੋਲ ਕਿਹੜਾ ਧੱਕਾ ਪੈਂਦਾ ਕੋਈ, ਪਹਿਲੇ 2-3-4 ਚੱਕ ਲਈ, ਉਹ ਕਵਰ ਕਰ ਲੈ ਚੰਗੀ ਤਰ੍ਹਾਂ। ਕਰੰਟ ਅਫੇਅਰਸ ਹਮੇਸ਼ਾ ਰੱਖੋ, ਜਿਹੜਾ ਮਰਜ਼ੀ ਸਬਜੈਕਟ ਚੱਲ ਰਿਹਾ ਹੈ, ਅਖਬਾਰ ਪੜ੍ਹਨ ਦਾ, ਰਸੋਈ ਦਾ ਇੱਕ ਅੱਧੇ ਪੌਣੇ ਘੰਟੇ ਦਾ ਨਿਯਮ ਹੋਣਾ ਹੀ ਚਾਹੀਦਾ ਸਰ। ਮੋਟਾ ਨਿਗਾਹ ਮਾਰ ਲਿਆ ਸਰ, ਕਿਹੜਾ ਅਖਬਾਰ ਪੜ੍ਹੀਏ ਸਰ, ਪੰਜਾਬ ਟਾਰਗੇਟ ਕਰ ਰਹੇ ਹੋ, ਪੰਜਾਬ ਨਿਊਜ਼ ਵੀ ਕਵਰ ਕਰਨੀ ਹੈ, ਨੈਸ਼ਨਲ ਵੀ ਕਵਰ ਕਰਨੀ ਹੈ, ਤਾਂ ਕੋਸ਼ਿਸ਼ ਕਰੋ ਤੁਸੀਂ ਕੋਈ ਜਿਵੇਂ ਪਟਿਆਲਾ ਬਾਣੀ ਨਾ ਪੜੋ, ਜਗਬਾਣੀ ਪੜ੍ਹ ਲਓ, ਉਹ ਸਾਰੀ ਕਵਰ ਕਰ ਲੇਗਾ ਸਰ। ਠੀਕ ਹੈ ਨਾ? ਤਾਂ ਉਹ ਕੋਈ ਰੀਜਨਲ ਨਾ ਪੜੋ, ਪਟਿਆਲਾ ਲੁਧਿਆਣਾ ਲੈਵਲ ਦਾ पूरा पढ़ लो। ये तो हो गया पंजाबी। अंग्रेजी इंडियन एक्सप्रेस पढ़ लो सर। सर ट्रिब्यून पढ़ लेना सर, ट्रिब्यून ना चंडीगढ़ का अखबार है, नॉर्थ इंडिया की ज्यादा न्यूज़ कवर करता है। नॉर्थ इंडिया की ਤੁਸੀਂ ਪੰਜਾਬ ਦੀ ਮੇਨ ਫੋਕਸ ਕਰਨਾ ਹੈ, ਉਹ ਥੋੜੀ ਜੀਤ ਹੈ, ਉਹ ਜਗਬਾਣੀ ਤੋਂ ਕਵਰ ਹੋਤਾ ਗਈ। ਬਾਕੀ ਵੀ ਤੁਸੀਂ ਨੈਸ਼ਨਲ ਲੈਵਲ ਤੇ ਥੋੜਾ ਜ਼ਿਆਦਾ ਕਮਾਂਡ ਰੱਖੋ, ਯਾਨੀ ਕਿ ਇੰਡੀਅਨ ਐਕਸਪ੍रेस ਦਾ ਹਿੰਦੂ ਫॉलो कर लो सर। अगर अच्छा वोकैब नहीं है तो दा हिंदू अपना वोकैब इंप्रूव करने ਲਈ, अगर स्टिल थोड़ा टफ लगता है ना, इंडियन एक्सप्रेस ठीक है सर। अदरवाइज ठीक है जी। उस तो बाद आगे मूव करते हैं। अच्छा सच एक और चीज,
ਅੰਬੈਸਡਰ ਹੋ ਗਿਆ ਸਰ। ਇੱਕ ਵਰਡ ਯੂਜ਼ ਹੁੰਦਾ ਹਾਈ ਕਮਿਸ਼ਨਰ। ਕੀ ਵਰਡ ਯੂਜ਼ ਹੁੰਦਾ ਹੈ? ਹਾਈ ਕਮਿਸ਼ਨਰ, ਡਬਲ ਐਮ ਡਬਲ ਐਸ ਨਾਲ, ਹਾਈ ਕਮਿਸ਼ਨਰ ਸਰ। ਸਰ ਕੁਝ ਦੇਸ਼ਾਂ ਦੀ ਅੰਬੈਸੀ ਦੇ ਪ੍ਰਮੁੱਖਾਂ ਨੂੰ ਹਾਈ ਕਮਿਸ਼ਨਰ ਬੋਲਦੇ ਨੇ, ਕੁਝ ਦੇਸ਼ਾਂ ਦੀ ਅੰਬੈਸੀ ਦੇ ਪ੍ਰਮੁੱਖਾਂ ਨੂੰ ਕਿਆ ਬੋਲਦੇ ਨੇ? ਅੰਬੈਸਡਰ ਬੋਲਦੇ ਨੇ। ਸੇਮ ਰੁਤਬਾ ਸੇਮ ਪੋਸਟ ਹੈ, ਬਸ ਨਾਮ ਦਾ ਫਰਕ ਹੈ। ਹਾਈ ਕਮਿਸ਼ਨਰ ਕਿਹਨੂੰ ਬੋਲਦੇ ਨੇ? ਜਿਹੜੇ ਕਾਮਨਵੈਲਥ ਗਰੁੱਪ ਨੇ ਪੜਾਇਆ ਸੀਗਾ ਨਾ ਉੱਪਰ, ਜਿਹਦਾ ਹੈਡਕੁਆਟਰ ਕਿੱਥੇ ਹੈ? ਲੰਡਨ। ਕਿੱਥੇ ਹੈ? ਲੰਡਨ ਸਰ, ਯੂਕੇ ਦੇ ਵਿੱਚ। ਤਾਂ ਜਿਹੜੇ ਦੇਸ਼ ਕਾਮਨਵੈਲਥ ਦੇ ਮੈਂਬਰਸ ਨੇ, ਇਨ ਅਦਰ ਵਰਡਸ ਜਿਹੜੇ ਕਿਸੇ ਜ਼ਮਾਨੇ ਦੇ ਵਿੱਚ ਅੰਗਰੇਜ਼ਾਂ ਦੇ ਗੁਲਾਮ ਰਹੇ ਨੇ, ਤਾਂ ਉਹ ਆਪਣੇ ਆਪ ਨੂੰ ਵਰਡ ਕਹਾਉਂਦੇ ਨੇ, ਵਰਡ ਯੂਜ਼ ਕਰਦੇ ਨੇ ਹਾਈ ਕਮਿਸ਼ਨਰ। ਉਦਾਹਰਨ ਤੌਰ ਤੇ ਜਿਹੜਾ ਪਾਕਿਸਤਾਨ ਦੀ ਜਿਹੜੀ ਇੰਡੀਆ ਚ ਅੰਬੈਸੀ ਹੈ, ਜਿਹੜਾ ਉਸਦਾ ਪ੍ਰਮੁੱਖ ਹੋਏਗਾ, ਉਹਨੂੰ ਅਸੀਂ ਵਰਡ ਯੂਜ਼ ਕਰਦੇ ਹਾਂ ਹਾਈ ਕਮਿਸ਼ਨਰ ਆਫ ਪਾਕਿਸਤਾਨ। ਮੈਨੂੰ ਬਾਤ ਸਮਝ ਆ ਰਹੀ ਕਿ ਨਹੀਂ? ਉਹ ਵੀ ਸਾਨੂੰ ਕਹਿੰਦੇ ਹੋਣਗੇ ਇੰਡੀਅਨ ਹਾਈ ਕਮਿਸ਼ਨਰ। ਅਸੀਂ ਆਪਸ ਇੱਕ ਦੂਜੇ ਨਾਲ ਕੀ ਵਰਡ ਯੂਜ਼ ਕਰਦੇ ਹਾਂ? ਹਾਈ ਕਮਿਸ਼ਨਰ। ਜਾਪਾਨ ਕਦੇ ਯੂਕੇ ਦਾ ਅਧੀਨ ਨਹੀਂ ਰਿਹਾ, ਜਰਮਨ ਕਦੇ ਅਧੀਨ ਨਹੀਂ ਰਿਹਾ, ਤਾਂ ਜਰਮਨ ਦਾ ਇੱਥੇ ਐਮਬੈਸਡਰ ਕਹਾਉਂਦਾ ਹੈ, ਜਾਪਾਨ ਦਾ ਇੱਥੇ ਐਮਬੈਸਡਰ ਕਹਾਉਂਦਾ ਹੈ। श्रीलंका ਦਾ ਹਾਈ ਕਮਿਸ਼ਨਰ ਹੈ, ਪਾਕਿਸਤਾਨ ਦਾ ਹਾਈ ਕਮਿਸ਼ਨਰ ਹੈ। ਬਾਂਗਲਾਦੇਸ਼ ਵੀ ਜ਼ਾਹਿਰ ਜੀ ਗੱਲ ਉਸ ਸਮੇਂ ਇੰਡੀਆ ਦਾ ਪਾਰਟ ਸੀਗਾ, ਤਾਂ ਅਧੀਨ ਸੀਗਾ, ਬਾਅਦ ਚ ਵੱਖਰਾ ਮੁਲਕ ਬਣ ਗਿਆ, ਤਾਂ ਉਹ ਵੀ ਹਾਈ ਕਮਿਸ਼ਨਰ ਸਰ। ਸਰ ਅਧੀਨ ਤਾਂ ਅਮਰੀਕਾ ਵੀ ਰਿਹਾ, ਤੁਹਾਨੂੰ ਪਤਾ ਹੀ ਹੈ, 1776 ਤੱਕ 85 ਤੱਕ ਸਰ। ਪਰ ਉਹ ਅੰਬੈਸਡਰ ਵਰਡ ਯੂਜ਼ ਕਰਦੇ ਨੇ ਸਰ, ਉਹਨਾਂ ਦੀ ਮਰਜ਼ੀ ਸਰ। ਮੇਰੀ ਗੱਲ ਸਮਝ ਆ ਰਹੀ ਕਿ ਨਹੀਂ? ਤਾਂ ਨਾਮ ਚ ਕੁਝ ਨਹੀਂ, ਅਲਟੀਮੇਟਲੀ ਤਾਂ ਮੇਨ ਪਾਵਰਸ ਉਹ ਮੈਟਰ ਕਰਦੀਆਂ ਨੇ ਸਰ, ਠੀਕ ਹੈ ਨਾ। ਉਹ ਸਿਰਫ ਇੱਕ ਨਾਮਕਰਨ ਹੈ ਸਰ। ਮੇਰੀ ਬਾਤ ਸਮਝ ਆ ਰਹੀ ਕਿ ਨਹੀਂ ਸਮਝ ਆ ਰਹੀ? ਉਹ ਡਿਪਲੋਮੈਟ ਦੇ ਉਸ ਫਰਕ ਕੀ ਹੁੰਦਾ ਹੈ? ਜਿਹੜਾ ਯੂਨਾਈਟਿਡ ਨੇਸ਼ਨ ਇੰਸਟੀਚਿਊਟ ਹੈ, ਕਿਹਨੂੰ ਟ੍ਰੇਨਿੰਗ ਦਿੰਦਾ ਸਰ? ਇਹ ਜਿਹੜਾ ਯੂਨਾਈਟਿਡ ਨੇਸ਼ਨ ਸਿਖਲਾਈ ਤੇ ਖੋਜ ਸੰਸਥਾ ਹੈ, ਟ੍ਰੇਨਿੰਗ ਕਿਹਦੀ ਦੇ ਰਿਹਾ ਹੈ? ਇਹ ਕਿਹਦੀ ਟ੍ਰੇਨਿੰਗ ਦੇ ਰਿਹਾ ਬੌਸ? ਕਿਹਦੀ ਟ੍ਰੇਨਿੰਗ ਦੇ ਰਿਹਾ ਬੌਸ? ਡਿਪਲੋਮੈਟਸ ਨੂੰ ਸਰ। ਕਿਹਨੂੰ ਦਿੰਦਾ ਇਹ? ਡਿਪਲੋਮੈਟਸ ਨੂੰ ਸਰ। ਡਿਪਲੋਮੈਟ ਸਮਝ ਆ ਗਿਆ ਤੁਹਾਨੂੰ ਕਿਹਨੂੰ ਬੋਲ ਰਹੇ? ਓਕੇ ਹੋ ਗਿਆ ਜੀ ਸਰ। ਅੱਗੇ मूव करो जी, ਤੁਸੀਂ ਬਹੁਤ ਟਾਈਮ ਲਗਾਤਾ ਇਸ ਤੇ ਅੱਜ ਸਰ। ਫਿਰ ਵੀ ਥੋੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਸਰ, ਤਾਂ ਕਰਕੇ ਦੱਸਿਆ ਸਰ ਨਾ। ਕਿਤੇ ਨੋਵਿਸ ਬਾਰੇ ਬਾਰੇ ਡਿਪਲੋਮੈਟਸ ਪੜੇ ਚਲੋ, ਹਜ਼ਾਰਾਂ ਵਾਰ ਵਰਡ ਸੁਣ ਰਹੇ ਤੁਹਾਨੂੰ ਡਿਪਲੋਮੈਟ ਦਾ ਮਤਲਬ ਹੀ ਨਹੀਂ ਪਤਾ ਸਰ, ਠੀਕ ਹੈ ਨਾ। ਉਹਦੇ ਪ੍ਰਿਵਿਲੇजेस ਕੀ ਨੇ ਉਹ ਨਹੀਂ ਪਤਾ ਤੁਹਾਨੂੰ ਸਰ, ਪਹਿਲੀ ਗੱਲ, ਠੀਕ ਹੈ। ਇੱਕ ਨਾ ਜਨੇਵਾ ਬਾਰੀ ਵਾਰ ਆ ਰਿਹਾ, ਤਾਂ ਮੈंने ਇੱਥੇ ਇੱਕ ਸਵਿਟਜ਼ਰਲੈਂਡ ਦਾ ਮੈਪ ਲਗਾਇਆ ਹੈ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਇਹ ਸਵਿਟਜ਼ਰਲੈਂਡ ਦਾ ਮੈਪ ਹੈ, ਠੀਕ ਹੈ ਬॉस। ਤੇ ਇਹ ਸਵਿਟਜ਼ਰਲੈਂਡ ਦਾ ਮੈਪ ਹੈ ਸਰ, ਦਿਖ ਰਿਹਾ ਤੁਹਾਨੂੰ ਵੀਡੀਓ 'ਚ, ਠੀਕ ਹੈ ਨਾ। ਇਹ ਸਵਿਟਜ਼ਰਲੈਂਡ ਦਾ ਮੈਪ ਹੋ ਗਿਆ ਸਰ, ਫਾਈਨ। ਤੁਸੀਂ ਦੇਖ ਲਓ, ਨਾਲ ਹੈਗਾ ਆਸਟਰੀਆ, ਨਾਲ ਹੈਗਾ ਆਸਟਰੀਆ ਸਰ, ਠੀਕ ਹੈ ਜੀ। ਲਿੰਟਨਸਟੀਨ ਹੋ ਗਿਆ, ਜਰਮਨ ਹੋ ਗਿਆ ਸਰ, फ्रांस हो गया खब्बे हथ उसके नीचे, हो गया इटली सर, ठीक है ना। उसके दक्षिण च क्या हो गया? इटली। और उसके अपना वैस्ट च केड़ा हो गया? पश्चिम च केड़ा हो गया? फ्रांस हो गया सर, ठीक है ना। ते तुसी ऊपर कह लो भी नॉर्थ ईस्ट विच केड़ा हो गया, ठीक है ना। उत्तर पूर्वी च केड़ा हो गया? अपना जर्मनी हो गया ते लिंटनस्टीन हो गया, ते ईस्ट च केड़ा हो गया? ਆਸਟਰੀਆ ਹੋ ਗਿਆ। ਇਹ ਚ ਨਾ ਕੁਝ ਮੇਨ ਸ਼ਹਿਰ ਹੈਗੇ ਨੇ, ਉਹ ਤੁਸੀਂ ਕਰ ਨਿਗਾਹ ਮਾਰ ਲਓ, ਕਿਉਂਕਿ ਬਾਰੀ ਵਾਰ ਨਾ ਉਹ ਜਨੀਵਾ ਆਈ ਜਾ ਰਿਹਾ ਸਰ। ਤਾਂ ਜਨੀਵਾ ਤੁਹਾਨੂੰ ਮੋਟਾ ਪਤਾ ਹੋਣਾ ਚਾਹੀਦਾ ਕਿੱਥੇ ਹੈ ਸਰ। ਤਾਂ ਜਨੀਵਾ ਦਿਖ ਰਿਹਾ ਤੁਹਾਨੂੰ, ਆ ਬਲੈਕ ਵਾਲਾ ਜਨੀਵਾ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਤੁਹਾਨੂੰ ਸਰ? ਸਰ ਜਨੀਵਾ ਦਿਖ ਰਿਹਾ? श्योर ਸਰ? ਹਾਂਜੀ ਦਿਖ ਰਿਹਾ ਜੀ ਸਰ। ਕੀ ਤੁਹਾਨੂੰ ਬਰਨ ਦਿਖ ਰਿਹਾ ਸਰ? ਹਾਂਜੀ ਹਾਂ ਸਰ। ਮੈਨੂੰ ਇਹ ਦੱਸੋ, ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? ਬਰਨ, ਜਿਹਦੇ ਉੱਪਰ ਸਟਾਰ ਮਾਰਕ ਹੋਇਆ ਪਿਆ। ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? ਬਰਨ ਸਰ, ਓਕੇ। ਤਾਂ ਸਵਿਟਜ਼ਰਲੈਂਡ ਦੀ ਰਾਜਧਾਨੀ ਹੈ ਬਰਨ। आई थिंक सब तो मोस्ट पॉपुलस सिटी जनसंख्या वाइज सब तो ज्यादा आबादी वाला सिटी तो हैगा ज्यूरिच। आई थिंक एरिया च ही बड़ा है, ओके। राजधानी केड़ी है? बर्न। राजधानी केड़ी है? बर्न सर। पर मोस्टली तुसी हेडक्वार्टर किथे देख रहे हो? जिनेवा च। किथे देख रहे हो? जिनेवा च। एक तो अपने लॉसाइन भी पढ़िया सीगा ना, लुसाने जो मैं कह रहा सीगा, है ना, पंजाबी च, ठीक है जी। सियोन भी पढ़िया सर, ठीक है। एक ਤੁਸੀਂ ਵਰਡ ਸੁਣਿਆ ਹੋਊਗਾ ਕਿ ਅੱਗੇ ਆਪਾਂ ਇੰਡੀਅਨ ਇਕਨੋਮੀ ਚ ਪੜਾਂਗੇ, ਬੇਸਲ ਨॉर्म्स। ਆਰਬੀਆਈ ਆਪਣੇ ਬੈਂਕਸ ਤੋਂ ਬੇਸਲ ਨॉर्म्स ਫੋਲੋ ਕਰਵਾਉਂਦਾ ਹੈ। ਕਿੰਨੀ ਬੈਂਕਸ ਦੇ ਕੋਲ ਕੈਪੀਟਲ ਹੋਣੀ ਚਾਹੀਦੀ ਹੈ? ਇੱਕ ਬੇਸਲ ਸ਼ਹਿਰ ਦੇ ਵਿੱਚ ਐਗਰੀਮੈਂਟ ਹੋਇਆ ਸੀਗਾ ਵੀ ਤੁਹਾਡੇ ਬੈਂਕ ਵਿੱਤੀ ਤਾਂ ਮਜ਼ਬੂਤ ਮੰਨੇ ਜਾਣਗੇ ਅਗਰ ਇਸ ਤਰੀਕੇ ਨਾਲ ਕਰਨਗੇ। ਉਹਨੂੰ ਬੇਸਲ ਅਕੋਰਡ ਵੀ ਬੋਲਦੇ ਨੇ, ਬੇਸਲ ਨॉर्म्स ਵੀ ਬੋਲਦੇ ਨੇ ਸਰ। ਵੈਸੇ ਉਹ ਟੈਕਨੀਕਲੀ ਬੇਸਲ ਐਡਿਕੁਏਸੀ ਰੇਸ਼ੋ ਹੁੰਦੀ ਹੈ, ਕੈਪੀਟਲ ਐਡਿਕੁਏਸੀ ਰੇਸ਼ੋ ਹੁੰਦੀ ਹੈ, ਉਹ ਇਕਨੋਮੀ ਚ ਦੇਖ ਲਾਂਗੇ ਸਰ। ਬੇਸਲ ਸ਼ਹਿਰ ਦੇਖ ਲਓ ਕਿੱਥੇ ਹੈ ਸਰ। मेरी गल समझ आ रही कि नहीं समझ आ रही?
ठीक है जी। उस तो बाद सर ओके सर वर्ल्ड मैप च दिखा दो सर वर्ल्ड मैप च ना थोड़ा जिहा इत्थे दिखाया होया मैंने ਤੁਹਾਨੂੰ अगर विजिबल है आ देख रहे ਤੁਹਾਨੂੰ यूरोप ਦਾ हना बिल्कुल छोटा जिहा हैगा तो जूम करके थोड़ी चीज हो जाती है दूजी गल सर होर मैप दिखाओ एक अद्धा थोड़ा होर ज्यादा बेटर पता लग सके सर लो जी होर देख लो एक ना होर शहर आऊगा कि ग्लैंड आऊगा अगे ਜਿਹੜੇ ਮੈਂ ਟੌਪਿਕ ਕਰਾ ਰਿਹਾ ਇੱਕ ਵਰਡ ਆਏਗਾ ਗਲੈਂਡ ਸਰ ਗਲੈਂਡ ਵੀ ਦੇਖ ਲਓ ਪਹਿਲੇ ਤੁਸੀਂ ਮੈਨੂੰ ਫਿਰ ਵਾਪਸ ਖਾਣਾ ਪਏਗਾ ਨਹੀਂ ਆ ਗਲੈਂਡ ਦਿਖ ਰਿਹਾ ਛੋਟਾ ਜਿਹਾ ਜਿਹੜੇ ਬੜੇ ਸ਼ਹਿਰ ਨੇ ਥੋੜੇ ਬੜੇ ਅੱਖਰਾਂ ਨਾਲ ਲਿਖੇ ਹੋਏ ਨੇ ਸਰ ਚਾਹੇ ਉਹ ਜਨੀਵਾ ਹੋ ਗਿਆ ਸਰ ਠੀਕ ਹੈ ਚਾਹੇ ਉਹ ਬਰਨ ਹੋ ਗਿਆ ਸਰ ਚਾਹੇ ਉਹ ਜ਼ਿਊਰਿਚ ਹੋ ਗਿਆ ਸਰ ठीक है जी चाहे वो केड़ा हो गया लुजान हो गया है सर ठीक है ना चोर मैंने पहले भी दसता ठीक है सेंट गैलन हो गया अब बेसल हो गया ना जो इंपॉर्टेंट शहर ने सर ठीक है जी फाइन उस तो बाद ये थोड़े पॉपुलेशन वाइज ने ते ठीक है जी ओके हो गया सर फाइन तो तुसी के देख लो भी जनेवा जमी बस खब्बे हथ नीचे सर फाइन इन द वेस्टर्न यू कैन से टू समवट साउथ ठीक है ना पश्चिमी दखन से थोड़ा जा चलो जी आगे मूव करिए बस समझो दसो ये ट्रेनिंग किनू दिंदे ने डिप्लोमैट्स ਨੂੰ सर नेक्स्ट यूनिसेफ सर यूनिसेफ कादे ਲਈ बनी हुई है सर यूनिसेफ कादे ਲਈ बनी हुई है यूनिसेफ कादे ਲਈ बनी हुई है यूनाइटेड नेशन इंटरनेशनल चिल्ड्रन एमरजेंसी फंड सर बच्चों ਦੇ ਐਮਰਜੈਂਸੀ ਫੰਡ ਲਈ सर किथे है इसका हेडक्वार्टर किथे है बॉस न्यूयॉर्क अमेरिका ਦੇ ਵਿੱਚ सर बच्चे वाला किधर है बच्चे वाला किथे एमरजेंसी फंड बोलो शाबाश न्यूयॉर्क बच्चे किथे न्यूयॉर्क अमेरिका बच्चे किथे न्यूयॉर्क अमेरिका भूलियो ना पुत्र उस बाद यूनाइटेड नेशन रिसर्च इंस्टीट्यूट फॉर द सोशल डेवलपमेंट सर तो सोशल डेवलपमेंट दी यूनाइटेड नेशन इंस्टीट्यूट किथे है जनेवा किधर है जनेवा सर मेन फोकस की है ਉਹਦਾ विकास ਤੇ ਸਮਾਜਿਕ ਮੁੱਦਿਆਂ ਤੇ ਕੇਂਦਰਿਤ ਹੈ ਸਰ ਠੀਕ ਹੈ ਜੀ ਸਮਾਜਿਕ ਵਿਕਾਸ ਲਈ ਯੂਐਨ ਖੋਜ ਸੰਸਥਾ ਸਰ यूनिवर्सल पोस्टल यूनियन सर ये भी किथे है बर्न राजधानी केड़ी है मैं स्विट्जरलैंड दी बर्न ता डाकखाना किथे है बर्न डाकखाना कहन नु है यानी कि टेक्निकल नाम के यूनिवर्सल पोस्टल यूनियन जो पोस्टल दे नियम तय करदा है अंतरराष्ट्रीय लेवल ते उस संस्थान दा नाम है सर की नाम है यूनिवर्सल पोस्टल यूनियन सर किधर है बर्न सर सो अंतरराष्ट्रीय डाक वटांदरे लिए नियम बनाउंदा है एस्टैब्लिशेस द रूल फॉर इंटरनेशनल मेल एक्सचेंज सर मेरी गल समझ आ रही कि नहीं समझ आ रही सर हाँ जी सर समझ आ रही सर ठीक है जी वेरी गुड अगर समझ आ रही है वॉलंटरली सर्विस ओवरसीज वॉलंटरली सर्विस ओवरसीज सर की काम करता है सर इक्वालिटी लिए काम करता है सर ह्यूमैनिटी लिए काम करता है एजुकेशन लिए काम करता है सर वॉलंटरली सर्विस है एनजीओ है सर एक तरीके दी किथे है सर ये किथे है लंडन यूके वॉलंटरली सर्विस किथे है लंडन यूके उस बाद वुमेन एड इंटरनेशनल सर वुमेन एड इंटरनेशनल सर नाम तो पता लग रहा है वुमेन सर ठीक है जी तो जाहिर जी गल है की करते होंगे ये चैरिटी करते ने तो किनु सपोर्ट करते ने वुमेन ते चिल्ड्रन नो सर ये भी किथे है सर लंडन यूके सर ओवरसीज वाली किथे से वॉलंटरी वाली लंडन वुमेन एड लंडन सर ठीक है जी औरतों के बच्चों की सहायता करने वाली संस्था सर वर्ल्ड काउंसिल ऑफ चर्चिज वर्ल्ड काउंसिल ऑफ चर्चिज किथे है बॉस चर्चिज जिनेवा चर्चिज जिनेवा दे विच उस बाद वर्ल्ड हेल्थ ऑर्गेनाइजेशन WHO बहुत इंपॉर्टेंट WHO बच्चे बच्चे नु पता है पोलियो ड्रॉप्स कौन बनाता है पूरे संसार च WHO तो फंडिंग आंदी है अगर संसार च पोलियो खत्म होया है किसी जमाने च इन्नी भीषण बीमारी सीगी पूरे संसार नु फ्री पोलियो ड्रॉप्स पिला के किने पुण्य खट्टे या WHO ने या बिल गेट्स की संस्था ने बिल एंड मिलिंडा गेट्स फाउंडेशन ने सर तो फंडिंग दोनों ने की है सर ठीक है जी तो जनीवा स्विट्जरलैंड दे विच जनीवा स्विट्जरलैंड दे विच ठीक है ना रिसेंटली बेबी नु इंजेक्शन लगवाने सीगे पहले गुड़िया लगवाने सीगे 3-4 साल पहले वो तद ही मैं WHO वेबसाइट पे जाके चेक किया भी WHO कोड़े रिकमेंड करता है और इंडियन दी मेडिकल काउंसिल इंडिया दी वो की रिकमेंड करते हैं इंजेक्शंस दोनों फर्क केड़े इंजेक्शंस है तो उस इंजेक्शंस दी इंपॉर्टेंस की है तो WHO सारे दिंदा है सर ठीक है सर मार्केट दे विच ना अजकल सोशल मीडिया जमाने च ना हर कोई डॉक्टर बनया होया है
हर कोई अपनी सलाह दिंदा है, नहीं ऐ खाओ, आ नहीं खाना, आ खाओ, ठीक है। जो तुहानू सही बिल्कुल सटीक जानकारी मिल सकती है कि वाकई ये चीज खानी चाहिए, नहीं खानी चाहिए, जो भी कुछ दवाई बारे या बीमारी बारे कुछ डिटेल रिसर्च होंगी है, वो तुहानू WHO की वैबसाइट जाके मिल जाएगी सर। मेरी गल समझ आ रही है कि नहीं, ठीक है। उस तो बाद दूसरी गल, तुसीं देखो हुण जिहड़ा कोविड की महामारी आ गई सी, सब तो वध क्रिटिसाइज भी लोगों ने WHO ਨੂੰ ਕੀਤਾ ਵੀ ਯੂ ਵਰ ਨਾਟ ਪ੍ਰੀਪੇਅਰਡ, ਤੁਸੀਂ ਤਿਆਰ ਹੀ ਨਹੀਂ ਸੀ ਇਸ ਬਿਮਾਰੀ ਲਈ ਸਰ ਨਜਿੱਠਣ ਦੇ ਲਈ। ਤੁਹਾਡੀ ਸੰਸਥਾ ਨੂੰ ਬਣਾਉਣ ਦਾ ਫਾਇਦਾ ਕੀ ਹੈ? ਤੁਸੀਂ ਸਾਰੇ ਸੰਸਾਰ ਨੂੰ ਰੋਕ ਕੇ ਰੱਖਤਾ। ਤੁਹਾਡੀ ਸੰਸਥਾ ਦਾ ਮੇਨ ਕੰਮ ਕੀ ਹੈ? ਆਉਣ ਵਾਲੀ ਬਿਮਾਰੀ ਉੱਪਰ ਪਹਿਲੀ ਤਿਆਰੀਆਂ ਰੱਖਣੀਆਂ ਸਰ, ਰਿਸਰਚ ਕਰਨੀ, ਰਿਕਮੈਂਡੇਸ਼ਨ ਕਰਨੀ, ਤੁਸੀਂ ਕਰਕੇ ਰਹੇ ਸੀਗੇ। ਪਹਿਲੀ ਗੱਲ, ਗੁੱਸੇ 'ਚ ਆ ਕੇ ਅਮਰੀਕਾ ਨੇ ਉਸ ਤੋਂ ਫੰਡਿੰਗ ਵਾਪਸ ਲੈ ਲਈ ਸੀ, ਮੈਂਬਰਸ਼ਿਪ ਵਾਪਸ ਲੈ ਲਈ ਸਰ। ਹੁਣ ਇਹ ਚੱਲਦੀ ਤਾਂ ਇਹ ਦਾਨ ਨਾਲ ਹੀ ਹੈ ਨਾ, ਦੇਸ਼ ਨੂੰ ਦਾਨ ਦੇ ਦੇਣ, ਕੰਟਰੀਬਿਊਟ ਕਰਨ, ਸਭ ਤੋਂ ਵੱਧ ਦਾਨ ਤਾਂ ਅਮਰੀਕਾ ਦਿੰਦਾ ਹੈ, ਉਹੀ ਬੈਕ ਸਟੈਪ ਤੇ ਹੋ ਗਿਆ ਸਰ। ਇਹ ਕਹਿੰਦਾ ਵੀ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਚਾਈਨਾ ਦੇ ਖਿਲਾਫ, ਚਾਈਨਾ ਨਾਲ ਰਲੇ ਹੋਏ ਹੋ, ਤਾਂ ਟਰੰਪ ਦੇ ਐਸਾ ਕੁਝ ਕਹਿਣਾ ਸੀਗਾ, WHO ਬੜੀ ਸੁੱਕੀਆਂ ਸੀਗਾ, ਪਰ ਕੰਮ ਵੀ ਸਭ ਤੋਂ ਵੱਡੀ WHO ਨੇ ਕੀਤਾ ਸਰ। ਚਾਹੇ ਉਹ ਕੋਵਿਡ ਦਾ ਇੰਨੀ ਜਲਦੀ ਇੰਜੈਕਸ਼ਨ ਤਿਆਰ ਕਰਨ ਤੋਂ ਲੈ ਕੇ ਉਹਨੂੰ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਉਹ ਸਭ ਤੋਂ ਵੱਧ ਸਹਿਯੋਗ ਵੀ WHO ਨੇ ਕੀਤਾ ਉਹਦੇ ਵਿੱਚ ਸਰ। ਤਾਂ WHO ਕਾਫੀ ਸੁਰਖੀਆਂ 'ਚ ਰਹਿੰਦੀ ਹੈ, ਇਟ ਇਜ਼ ਵੈਰੀ ਇੰਪੋਰਟੈਂਟ ਸੰਸਥਾ, ਯੂਨਾਈਟਿਡ ਨੇਸ਼ਨ ਦੀ ਸੰਸਥਾ ਹੈ ਸਰ। ਹੈਡਕੁਆਟਰ ਕਿੱਥੇ? ਜਨੇਵਾ। ਹੈਡਕੁਆਟਰ ਕਿੱਥੇ ਹੈ? ਜਨੇਵਾ। ਡਾਇਰੈਕਟਲੀ ਇੰਟਰਨੈਸ਼ਨਲ ਹੈਲਥ ਸਿਸਟਮ ਵਿਦਿਨ ਦਾ health within the UN system sir. W property, intellectual property organization sir. intellectual property क्या ਹੁੰਦਾ है सर? जिवें आ पेटेंट हो गया, कॉपीराइट हो गया, ट्रेडमार्क हो गया, फार्मूला हो गया, कार डिजाइन हो गया, या कोई भी डिजाइन हो गया सर, इन्हां सारियां दे अगर तुसीं अधिकार लै लो, राइट्स लै लो, तो ਉਹਨੂੰ ਇੱਕ ਸ਼ਬਦ ਵਿੱਚ ਅਸੀਂ ਬੋਲਦੇ ਹਾਂ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ। ਤੁਸੀਂ ਕੱਲਾ ਕੱਲਾ ਬੋਲਣਾ ਨਾ, ਕੱਲਾ ਕੱਲਾ ਬੋਲ ਲਓ ਵੀ ਮਰੂਤੀ ਕਾਰ ਹੈ, ਹੁੰਡਾਈ ਕਾਰ ਹੈ, ਹੋਂਡਾ ਕਾਰ ਹੈ, XUV ਹੈ ਜੀ, SUV ਹੈ, ਤੁਸੀਂ ਇੱਕ ਸ਼ਬਦ ਕਾਰ ਯੂਜ਼ ਕਰ ਸਕਦੇ ਸਭ ਦੇ ਲਈ। ਮੈਂ ਕੱਲੀ ਕੱਲੀ ਡੈਪਥ ਵਿੱਚ ਨਹੀਂ ਜਾ ਰਿਹਾ ਕਿਹੜੀ SUV ਹੈ, ਕਿਹੜੀ XUV ਹੈ, ਕਿਹੜਾ ਬ੍ਰਾਂਡ ਹੈ ਸਰ, ਇੱਕ ਸਿੰਗਲ ਸ਼ਬਦ ਸਭ ਦੇ ਲਈ ਕੀ ਵੈਲਿਡ ਹੈ? ਕਾਰ। ਤਾਂ ਇਹਨਾਂ ਸਾਰਿਆਂ ਦੇ ਲਈ ਚਾਹੇ ਕਾਪੀਰਾਈਟ ਹੈ, ਚਾਹੇ ਆਪਣਾ ਕੀ ਨਾਮ ਹੈ, ਆਪਣਾ ਟ੍ਰੇਡਮਾਰਕ ਹੈ, ਚਾਹੇ ਪੇਟੈਂਟ ਹੈ ਸਰ, ਸਭ ਦੇ ਲਈ ਅਸੀਂ ਕੀ ਬੋਲ ਸਕਦੇ ਹਾਂ ਉਸਨੂੰ? ਕੀ ਬੋਲ ਸਕਦੇ ਹਾਂ ਉਹਨੂੰ? ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਸਰ। ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਸਰ। ਆਪਣੀ ਕੱਲ ਵੀ ਗੱਲ ਹੋਈ ਸੀ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦੇ ਉੱਪਰ। ਆਪਣੀ WTO ਸਮਝਾ ਰਿਹਾ ਸੀਗਾ ਕਿ ਅਮਰੀਕਾ ਚਾਹੁੰਦਾ ਸੀਗਾ ਕਿ ਉਹ ਰਵੇ, ਕਿਆ ਨਾਮ ਹੈ ਆਪਣਾ, ਇਹ ਸਿਸਟਮ ਰਵੇ ਕਿ ਅਸੀਂ ਕੁਝ ਚੀਜ਼ ਖੋਜ ਕਰੀਏ ਤਾਂ ਉਹਨੂੰ ਦੂਜਾ ਬੰਦਾ ਕਾਪੀ ਨਾ ਕਰੇ, ਦੂਸਰਾ ਦੇਸ਼ ਕਾਪੀ ਨਾ ਕਰੇ, ਤਾਂ ਉਸਨੇ WTO ਦੇ ਪਲੇਟਫਾਰਮ ਬਣਾਇਆ। ਤਾਂ ਮੇਨ ਕਾਰਨ ਹੀ ਇਹ ਸੀਗਾ ਇੰਟੈਲੈਕਚੁਅਲ ਪ੍ਰਾਪਰਟੀ ਸਰ। अगर मैंने कोई माइक्रोसॉफ्ट विंडो बनाई है तो दूसरा बंदा जो कॉपी ना करे, अगर तुझे कुछ बनाना तो अपनी बनाओ यार, मेरी चीज को कॉपी कर दो सर। मैंने इतनी मुश्किल नाल किताब लिखी, तुसी एज इट इज 10 पन्ने सेम चेप ते अपनी किताब च सर। मैनू पता मैं किताब किवें लिखी नहीं रिसर्च दे नाल सर। तो कॉपीराइट तो बहुत वो हुंदा है, तुसी देखो अजकल तो यूट्यूब के जमाने च कितना कॉपीराइट है। मैं तो जिहड़ी सारी पिक्स यूज करते हैं, असं भी दूसरी यूज करते किसी दी, असं सिर्फ कॉपीराइट फ्री वाली यूज करते हैं। मैं नीचे लिखा हुआ है विकी कॉमन्स। विकी कॉमन्स क्यों करते हैं? ताकि कॉपीराइट क्लेम ना हो किसी चीज से सर। मेरी गल समझ नहीं, विकीपीडिया द कॉमन्स एक प्लेटफॉर्म है जिथे फ्री इमेजेस मिलदी है ना, तो कॉपीराइट क्लेम नहीं हुंदा उसका। कोई एक NGO है सर, वो फ्री चलाउंदी है उन्होंने सर, तुसी यूज कर सकते हो अगर तुसी टीच कर रहे हो सर, एजुकेशन के माध्यम दे राही वो यूज किए जा सकते हैं सर। सो एज टू टीच टू द चिल्ड्रन सर, ठीक है ना। तो विकीपीडिया कॉमन्स भी वाला चकदा उसको असाइनमेंट्स भी बनाने दे सर, वो तो कॉपीराइट कोई दिक्कत नहीं आती सर। मेरी बात समझ आ रही है कि नहीं सर? जिन्ना मर्जी ਹੁਣ ਆਹ ਕਿੰਨੇ ਸੌਂਗਸ ਹਿੱਟ ਹੋ ਗਏ ਉਹਦੇ, ਕਿਆ ਨਾਮ ਹੈ ਆਪਣਾ, ਧੁਰੰਧਰ ਫਿਲਮ ਦੇ ਸਰ। ਜਿੰਨਿਆਂ ਨੇ ਵੀ ਸਟੇਟਸ ਲਾਏ ਨੇ, ਜਿੰਨਿਆਂ ਨੇ ਵੀ ਗਾਣੇ ਪਾਏ ਨੇ, ਜਿੰਨਿਆਂ ਨੇ ਵੀ ਰੀਲਾਂ ਬਣਾਈਆਂ ਨੇ, ਇਹ ਸਾਰਾ ਕ੍ਰੈਡਿਟ ਕਿਹਨੂੰ ਗਿਆ? ਜਿਹੜਾ ओरिजिनल ਕੰਟੈਂਟ ਰਾਈਟਰ ਹੈ ਇਸ। आई थिंक T सीरीज है, आई थिंक T सीरीज है, और सब तो बड़ा YouTube चैनल पूरे संसार ਦੇ ਵਿੱਚ आई थिंक ਇਹ ਇੰਡੀਆ 'ਚ ਹੈ, ਕਿਆ ਨਾਮ ਹੈ ਆਪਣਾ, T सीरीज है सर। एक सिंगल गाना अपलोड करते ने, ਤੁਸੀਂ ਦੇਖੋ ਧੁਰੰਧਰ ਕਿੰਨਾ ਚੱਲਿਆ ਔਰ ਕਿੰਨਿਆਂ ਨੇ ਗਾਇਆ ਹੋਇਆ, ਔਰ ਕਿੰਨੇ ਕਿੰਨੇ ਮਿਲੀਅਨ ਬਿਲੀਅਨ ਵਿਊਜ਼ ਆਏ ਹੋਏ ਨੇ। ਉਹ ਤੁਸੀਂ ਕੋਈ ਮਰਜ਼ੀ ਗਾਣਾ ਤੁਸੀਂ ਚੱਕ ਕੇ ਦੇਖ ਲਓ, ਕੋਈ ਟੀ ਸੀਰੀਜ਼ ਚੈਨਲ ਖੋਲ ਕੇ ਦੇਖ ਲਓ, ਕੱਲੇ ਕੱਲੇ ਵਿਊਜ਼ ਦੇਖ ਲਓ, ਤੁਹਾਨੂੰ ਸਮਝ ਆਏਗੀ ਵੀ ਕਿੰਨਾ ਬੜਾ ਚੈਨਲ ਉਹ ਕਿੰਨਾ ਰੈਵਨਿਊ ਉਸ ਤੋਂ ਆਉਂਦਾ ਇਹਨਾਂ ਨੂੰ ਸਰ, ਟੀ ਸੀਰੀਜ਼ ਦਾ। ਮੈਂ ਇਹ ਨਹੀਂ ਕਹਿ ਰਿਹਾ ਵੀ ਕੋਈ ਧੁਰੰਧਰ ਫਿਲਮ ਇੱਕ ਦਿਨ ਚ ਬਣ ਜਾਂਦੀ ਹੈ, ਪਿੱਛੇ ਹਜ਼ਾਰਾਂ ਬੰਦੇ ਦੀ ਮਿਹਨਤ ਹੈ ਔਰ ਬਹੁਤ ਜ਼ਿਆਦਾ ਉਸ ਵਿੱਚ ਐਫਰਟ ਲੱਗਦਾ ਹੈ, ਬਹੁਤ ਜ਼ਿਆਦਾ ਇਨਵੈਸਟਮੈਂਟ ਹੈ। ਕੋਈ ਖਾਲੇ ਦਾ ਬੜਾ ਨਹੀਂ ਹੈ, ਇਹਨੂੰ ਕੋਈ ਜੜਾ ਖੜਾ ਕਰ ਸਕਦਾ, ਇੰਨਾ ਸੌਖਾ ਹੁੰਦਾ ਜੜਾ ਖੜਾ ਨਾ ਕਰ ਲੈਂਦਾ। ਪਹਿਲੀ ਗੱਲ ਤਾਂ ਇਹ ਹੈ ਸਰ। तो बस मैं सिर्फ यही गल कहना चाहना भी ओरिजिनल ਨੂੰ ਮਿਲਦਾ ਹੈ ਜਿਹੜਾ ਕ੍ਰੈਡਿਟ ਹੁੰਦਾ ਹੈ, ਜਿਹੜੇ ਵਾਚ ਆਵਰਸ ਕਾਊਂਟ ਹੋਣਗੇ ਉਹਦੇ ਕਾਊਂਟ ਹੋਣਗੇ, ਤੁਹਾਡੇ ਨਹੀਂ ਹੋਣੇ ਕਾਊਂਟ ਸਰ। मेरी गल समझ आ रही कि नहीं समझ आ रही? उस बाद तो बड़े सारे लोग अपनी किताब लिखते हैं, उसे कॉपीराइट क्लेम करा लेते हैं। कॉपीराइट मतलब अधिकार ले लेना। अगर तुम मेरी बुक यूज करना चाहते हो तो रॉयल्टी पे करो सर, की पे करो, रॉयल्टी पे करो। मैं उसका नाम नहीं ले रहा हूँ, कैमरा गया साढ़े 90 किताबें और पीछे रोड ते, तुम सबनों पता है मैं किहदी गल कर रहे हैं।
ਠੀਕ ਹੈ ਜੀ। ਇਹ ਕਿਹਦਾ ਨਾਮ ਯੂਜ਼ ਕਰ ਰਹੇ ਆ? ਮੋਹਾਲੀ ਵਾਲੇ ਦਾ, 3 ਫੇਜ਼ ਵਾਲੇ ਦਾ, 3x2 ਦਾ। ਇਹਨਾਂ ਨੇ ਆਈ ਥਿੰਕ ਜਿੱਥੇ ਤੱਕ ਮੈਨੂੰ ਪਤਾ ਹੈ ਇਹਨਾਂ ਨੇ 20-22 ਲੱਖ ਰੁਪਏ ਉਹਨਾਂ ਨੂੰ ਪੇ ਕੀਤਾ ਹੈ ਉਹ ਆਪਣੀ ਫਲੈਕਸ ਤੇ ਉਹਦਾ ਨਾਮ ਲਿਖਣ ਦੇ ਲਈ। ਇਟ ਇਜ਼ ਨਾਟ ਅ ਫਰੈਂਚਾਈਜ਼ੀ ਮਾਡਲ, ਇਹਨਾਂ ਦੀ ਆਪਣੀ ਓਨਰਸ਼ਿਪ ਹੈ, ਪਰ ਜਸਟ ਬਿਕੋਜ਼ ਕਿ ਉਹਨਾਂ ਦਾ ਨਾਮ ਵਰਤ ਰਹੇ ਨੇ ਸਰ, ਉਹਦੇ ਲਈ ਉਹਨਾਂ ਨੇ 22 ਲੱਖ ਰੁਪਏ ਕੀਤਾ ਹੈ ਸਰ। ਅਗਲੇ ਨੇ ਆਪਣਾ ਨਾਮ ਨੂੰ ਰਜਿਸਟਰ ਕਰਾਇਆ ਹੋਇਆ, ਤੁਸੀਂ ਉਹਦਾ ਨਾਮ ਯੂਜ਼ ਨਹੀਂ ਕਰ ਸਕਦੇ, ਨਹੀਂ ਤਾਂ ਲੀਗਲ ਕੇਸ ਹੋ ਜਾਊਗਾ, ਅਗਲਾ ਕੇਸ ਫਾਈਲ ਕਰ ਦੂਗਾ। ਜੇ ਤੁਸੀਂ ਕਰਨਾ ਹੈ ਤਾਂ ਰਿਟਰਨ ਦੇ ਵਿੱਚ ਲਿਖਾ ਲਓ, ਤਾਂ ਅਗਲਾ ਫੀਸ ਤਾਂ ਦਊਗਾ ਨਹੀਂ, ਤਾਂ ਬਦਲੇ ਚ ਕੁਝ ਪੈਸੇ ਪੇ ਕਰਨੇ ਪੈਣਗੇ। ਉਹਨੂੰ ਬੋਲਦੇ ਰਾਇਲਟੀ। ਕੀ ਬੋਲਦੇ ਆ? ਰਾਇਲਟੀ ਸਰ। ਇੱਕ ਫਿਲਮ ਦਾ ਗਾਣਾ ਦੂਸਰੀ ਫਿਲਮ ਵਾਲੇ ਯੂਜ਼ ਕਰਦੇ ਤਾਂ ਰਾਇਲਟੀ ਰਾਈਟਸ ਹੁੰਦੇ ਨੇ। ਅਗਰ ਗਾਣਾ ਜਿਵੇਂ ਟੀ ਸੀਰੀਜ਼ ਹੈ, म्यूजिक प्रोडक्शन कंपनी है, ਉਹਨੇ ਕੋਈ ਗਾਣਾ ਬਣਾਇਆ ਹੈ ਕੁਝ, ਤਾਂ ਫਲਾਣੀ ਫਿਲਮ 'ਚ ਯੂਜ਼ ਹੋ ਰਿਹਾ, ਤਾਂ ਫਲਾਣੀ ਫਿਲਮ ਦੇ ਪ੍ਰੋਡਿਊਸਰ ਟੀ ਸੀਰੀਜ਼ ਨੂੰ ਪੈਸਾ ਪੇ ਕਰ ਰਹੇ ਨੇ ਸਰ, ਕਿਉਂਕਿ म्यूजिक ਕੰਪੋਜੀਸ਼ਨ ਇਹ ਆਪਣੇ ਆਪ 'ਚ ਇੱਕ ਵੱਖਰੀ ਫੀਲਡ ਹੈ ਸਰ ਸਾਰੀ। ਮੇਰੀ ਬਾਤ ਸਮਝ ਆ ਰਹੀ ਕਿ ਨਹੀਂ ਸਮਝ ਆ ਰਹੀ? ਡੂ ਯੂ ਅੰਡਰਸਟੈਂਡ ਦਿਸ ਪੁਆਇੰਟ অর ਨॉट? फाइन। तो सारे उसे की बोलते हैं इंटेलेक्चुअल प्रॉपर्टी राइट्स, आईपीआर सर। ठीक है, बोलो ना बहुत कुछ बोलिया जा सकता है सर। इमेजिन करो जिन्हें कोविड का इंजेक्शन बनाया ਸੀਗਾ, ਕੰਪਨੀ ਦਾ ਨਾਮ ਹੈ ਸੀਰਮ, ਤੁਸੀਂ ਉਸ ਬੰਦੇ ਦੀ ਓਨਰਸ਼ਿਪ ਦੇਖੀਏ 2018 ਚ ਕੀ ਸੀ, ਉਹ ਕਿਸ ਲੈਵਲ ਤੇ ਪਹੁੰਚ ਚੁੱਕੇ ਹੁਣ। ਜਿੰਨਾ ਸਾਰਾ ਕੋਵਿਡ ਤੋਂ ਤਾਂ ਫ੍ਰੀ ਚ ਲੱਗਿਆ ਇੰਜੈਕਸ਼ਨ ਆਪਾਂ ਲੋਕਾਂ ਨੂੰ, ਸਰਕਾਰ ਨੇ ਤਾਂ ਪੈਸੇ ਦੇ ਕੇ ਲਿਆ ਨਾ ਸੀ, ਉਹ ਸੈਂਕੜੇ ਹਜ਼ਾਰ ਕਰੋੜ ਰੁਪਏ ਕੀਤਾ ਉਹਦੇ ਲਈ। ਤਾਂ ਫਾਰਮੂਲਾ ਉਹਨੇ ਤਿਆਰ ਕੀਤਾ ਵੀ ਇਹ ਬਿਮਾਰੀ ਖਤਮ ਕਿਵੇਂ ਹੋਊਗੀ। ਸਾਰੀ ਕੰਪਨੀਆਂ ਲੱਗ ਗਈਆਂ ਫਟਾਫਟ, जीएसके लग गई, सारियां लग गई भी कोविड का इंजेक्शन तैयार करना है, क्योंकि जिन्हें पहले बनाता तो रिसर्च भी बहुत करनी पैंदी है, प्रैक्टिकल वो भी करना पैंदा है, एक्सपेरिमेंट भी करने पैंदे ने, एक टाइम ना बनता है। पर होड़ तो मची हुई सी, अल्टीमेटली खेल का सारा पैसे दा, तो उसनों फटाफट उसका वो लेना भी सीगा, राइट भी लेना सीगा सर, जिन्होंने उसे फार्मूला राइट बोलते हैं। दवाइयां की दुनिया च टैक्नोलॉजी के क्षेत्र में पेटेंट राइट बोलिया जाता है, किताबां गाने इस क्षेत्र में वर्ड कॉपीराइट यूज होंदा है, कार ਦੇ ਵਿੱਚ ਕਾਰ ਡਿਜ਼ਾਈਨ ਬੋਲਦੇ ਨੇ, ਲੋਗੋ ਦੇ ਲਈ ਉਹ ਟ੍ਰੇਡਮਾਰਕ ਯੂਜ਼ ਹੁੰਦਾ। ਕੁੱਲ ਮਿਲਾ ਕੇ ਇੱਕ ਸਿੰਗਲ ਸ਼ਬਦ ਵਿੱਚ ਅਧਿਕਾਰ, ਇਸ ਕਿਤਾਬ ਦਾ ਅਧਿਕਾਰ ਮੇਰੇ ਕੋਲ ਹੈ, ਇਸ ਟੈਕਨੋਲੋਜੀ ਦਾ ਅਧਿਕਾਰ ਮੇਰੇ ਕੋਲ ਹੈ। ਉਹਦੇ ਲਈ ਵਰਡ ਕਾਪੀਰਾਈਟ ਯੂਜ਼ ਹੁੰਦਾ, ਉਹਦੇ ਲਈ ਵਰਡ ਪੇਟੈਂਟ ਯੂਜ਼ ਹੋ ਜਾਂਦਾ, ਨਾਮ ਅਲੱਗ-ਅਲੱਗ ਨੇ, ਇੱਕ ਸਿੰਗਲ ਸ਼ਬਦ ਵਿੱਚ ਅਧਿਕਾਰ। ਅਧਿਕਾਰ ਮੇਰੇ ਕੋਲ ਹੈ ਸਰ, ਇਹ ਚੀਜ਼ ਮੇਰੀ ਹੈ, ਤਾਂ ਅਗਰ ਤੁਸੀਂ ਮੇਰੀ ਇਹ ਚੀਜ਼ ਵਰਤੋਗੇ ਤੁਹਾਨੂੰ ਮੈਨੂੰ ਪੈਸਾ ਪੇ ਕਰਨਾ ਪਏਗਾ ਸਰ। ਉਹ ਡਿਪੈਂਡ ਕਰਦਾ ਕੋਈ ਚੀਜ਼ ਕਿੰਨੇ ਦੀ ਹੈ। ਹੁਣ ਐਪਲ ਦਾ ਲੋਗੋ ਦੀ ਇੱਕ ਹੋਰ ਹੀ ਵੈਲਿਊ ਹੈ ਸਰ, ਜੋ ਕਿ ਬਿਲੀਅਨ ਆਫ ਡਾਲਰਸ 'ਚ ਜਾਂਦੀ ਹੈ ਸਰ। ਤੁਸੀਂ ਆਪਣਾ ਪ੍ਰੋਡਕਟ ਬਣਾ ਕੇ ਵਿੱਚ ਐਪਲ ਦਾ ਲੋਗੋ ਨਹੀਂ ਚੇਪ ਸਕਦੇ। ਸੁਣ ਲੈ, ਸਾਡੇ ਤਾਂ ਜਿਹੜੇ ਗਲੀ ਮਹੱਲਿਆਂ 'ਚ ਲੋਕ 600 ਰੁਪਏ ਦੀ ਪੀਮਾ ਮਿੰਟ ਵਿੱਚ ਹੀ ਜਾਂਦੇ ਨੇ। ਅਗਲਾ ਕਹਿੰਦਾ ਚੱਕ 650 ਟੌਮੀ, ਸਰ ਉਹ ਸਭ ਤੁਹਾਨੂੰ ਪਤਾ ਹੈ ਇਲੀਗਲ ਹੈ, ਟੈਕਨੀਕਲੀ ਗੈਰ ਕਾਨੂੰਨੀ ਹੈ ਸਰ। ਮੈਂ ਟੌਮੀ ਇਹਨਾਂ ਨੂੰ ਕੁਝ ਕਹਿੰਦੀ ਕਿਉਂ ਨਹੀਂ ਯਾਰ? ਟੌਮੀ ਨੂੰ ਚੱਕ ਫਰਕ ਨਹੀਂ ਪੈਂਦਾ, ਟੌਮੀ ਇਹਨਾਂ ਨਾਲ ਕੰਪੀਟ ਨਹੀਂ ਕਰਦੀ, ਟੌਮੀ ਦੇ ਕੰਪੀਟੀਟਰਸ ਹੀ ਨਹੀਂ ਹੈਗੇ। ਪਿਊਮਾ ਅਗਰ ਕੋਈ ਡਿਜ਼ਾਈਨ ਕਾਪੀ ਕਰੀ ਔਰ ਆਪਣੀ ਵੈਬਸਾਈਟ ਤੇ ਪਾਏਗੀ, ਨਾਲ ਟੌਮੀ ਕੇਸ ਫਾਈਲ ਕਰ ਦੇਗੀ, ਹਨਾ। ਹੁਣ ਐ ਨਾ ਐਕਚੁਅਲੀ ਪ੍ਰੈਕਟੀਕਲੀ ਬਹੁਤ ਔਖਾ ਹੋ ਜਾਂਦਾ ਹੈ, ਕੱਲੀ ਗਲੀ 'ਚ ਜਾ ਕੇ ਕੱਲੇ ਦੇ ਖਿਲਾਫ ਕੇਸ ਫਾਈਲ ਕਰਨਾ, ਰੇਡਾ ਕਰਨਾ, ਟੈਕਨੀਕਲੀ ਬਹੁਤ ਔਖਾ ਹੈ। ਕਿਉਂ ਲੀਗਲੀ ਕਰ ਸਕਦੇ ਨੇ, ਆਨਸਰ ਇਜ਼ ਯੈਸ, ਪਰ ਹਾਂ ਉਹਦੇ ਲਈ ਅੱਛਾ ਖਾਸਾ ਐਡਵੋਕੇਟ ਚਾਹੀਦੇ ਨੇ, ਕੇਸ ਲੜਨ ਲਈ ਪੈਸਾ ਚਾਹੀਦਾ ਹੈ, ਮੈਨ ਪਾਵਰ ਚਾਹੀਦੀ ਹੈ ਰੇਡਾ ਮਾਰਨ ਦਾ। ਇੰਨੀ ਟਾਈਮ ਐਂਡ એનર્ਜੀ ਟੌਮੀ ਨੂੰ ਖਰਾਬ ਕਰਨ ਦੀ ਕੀ ਲੋੜ ਹੈ? ਇੱਕ ਨਾਰਮਲ ਗਲੀ ਦੇ ਦੁਕਾਨਦਾਰ ਨਾਲ ਟੌਮੀ ਦਾ ਕੀ ਕੰਪੀਟੀਸ਼ਨ ਹੈ ਸਰ? ਆਮ ਜਿਹੜਾ ਗਾਹਕ ਹੈ ਉਹ ਕਿਹੜਾ ਬੇਵਕੂਫ ਹੈ, ਉਹਨੂੰ ਪਤਾ ਹੈ 650 ਰੁਪਏ ਕਿਹੜਾ ਟੌਮੀ ਮਿਲਣ ਵਾਲਾ ਹੈ, ਟੌਮੀ ਦੀ ਜਰਾਬ ਨਹੀਂ ਮਿਲਣੀ, ਪੈਂਟ ਵੇਚਣ ਲੱਗੇ ਹੋਏ ਨੇ ਸਰ। ਤੁਸੀਂ ਮੇਰੀ ਗੱਲ ਸਮਝ ਗਏ ਨਾ? ਤਾਂ ਕਿਆ ਗੈਰ ਕਾਨੂੰਨੀ ਗਲਤ ਹੈ? ਆਨਸਰ ਇਜ਼ ਯੈਸ, ਕਿ ਹਰ ਚੀਜ਼ ਨੱਥ ਪਾਈ ਜਾ ਸਕਦੀ ਹੈ, ਇਦਾਂ ਨੱਥ ਪਾਣੀ ਮੁਸ਼ਕਿਲ ਹੈ ਸਰ। ਜਦੋਂ ਕੋਈ ਬੜਾ ਬ੍ਰਾਂਡ ਬਣ ਜਾਏਗਾ ਤब तक है सर। ਪਿਊਮਾ ਕੁਝ ਐਕਟੀਵਿਟੀ ਕਰੇ ਤਾਂ ਐਡੀਡਾਸ ਦੇਖ ਰਹੀ ਹੈ, ਨਿਗਾਹ ਰੱਖ ਰਹੀ ਹੈ ਉਸ ਤੇ ਕੱਲੀ ਚੀਜ਼। ਤੁਸੀਂ ਕਿੰਨਾ ਫੇਮਸ ਕੇਸ ਸੁਣਿਆ ਹੋਊਗਾ ਐਪਲ ਸੈਮਸੰਗ ਦਾ? ਐਪਲ ਨੇ ਇੰਟਰਨੈਸ਼ਨਲ ਆਪਣਾ ਕੋਰਟ ਵਿੱਚ ਕੇਸ ਫਾਈਲ ਕਰਤਾ ਵੀ ਸੈਮਸੰਗ ਸਾਡੀ ਟੈਕਨੋਲੋਜੀ ਕਾਪੀ ਕੀਤੀ ਹੈ। ਕੇਸ ਚੱਲਿਆ, ਸੈਮਸੰਗ ਕਹਿੰਦੀ ਰਹੀ ਅਸੀਂ ਨਹੀਂ ਕੀਤੀ। ਅਲਟੀਮੇਟਲੀ ਸਾਰੀ ਸੁਣਵਾਈ ਤੋਂ ਬਾਅਦ ਸੈਮਸੰਗ ਕੇਸ ਹਾਰ ਗਈ। ਉਹ ਜਿੰਨੀ ਉਹਨੂੰ ਪੈਨਲਟੀ ਪਈ, ਸੈਮਸੰਗ ਨੇ ਕੀ ਕੀਤਾ, ਉਹ ਸਾਰੇ 54 ਠੰਨੀਆਂ ਸਾਰੀਆਂ ਜੋ ਯੂਐਸ ਡਾਲਰ ਜਿਹੜਾ ਪੈਂਡਿੰਗ ਹੁੰਦਾ ਹੈ, ਉਹ ਸਾਰੇ ਟਰਾਲੀਆਂ 'ਚ ਲੋਡ ਕਰਕੇ ਐਪਲ ਦੇ ਬਾਹਰ ਸਟਾਤਾ ਸਾਰਾ। ਵੀ ਮੈਨੂੰ ਕੋਰਟ ਨੇ ਕਿਹਾ ਵੀ ਤੁਹਾਨੂੰ ਪੈਨਲਟੀ ਪੇ ਕੀਤੀ ਹੈ, ਪੈਨਲਟੀ ਪੇ ਕਰਨੀ ਹੈ, ਇੰਨੀ ਅਮਾਊਂਟ ਹੈ, ਚੱਕ ਗਿਣਤੀ ਮਾਰ ਲੈ ਇਹਦੀ। ਉਹ ਸਾਰੇ ਅਨਲੋਡ ਕਰਾਤੇ ਸਾਰੇ ਸਿੱਕੇ ਉਹਦੇ ਬਾਹਰ। ਉਹ ਮਿਲੀਅਨ ਆਫ ਡਾਲਰਸ ਦਾ ਫਾਈਨ ਸੀਗਾ, ਤੇ ਉਹ ਸਾਰੀ ਇੰਨੀ ਬੜੀ ਕਰੰਸੀ ਤੋਂ ਬਟੇਰੀ ਲਵਾ ਦੇ, ਕਹਿੰਦਾ ਗਿਣਤੀ ਮਾਰੀ ਜਾ। ਕਹਿੰਦਾ ਕੋਰਟ ਨੇ ਇਹ ਕਿਹਾ ਇੰਨੇ ਪੈਸੇ ਪੇ ਕਰਨੇ ਆ, ਕਿਸ ਫਾਰਮ 'ਚ ਕਰਨੇ ਆ, ਨੋਟਸ ਦੇਣੇ ਆ, ਨੈਟ ਬੈਂਕਿੰਗ ਕਰਨੀ, ਇਹ ਨਹੀਂ ਕਿਹਾ। ਕਹਿੰਦਾ ਮੈਂ ਚਿੱਲਰ ਦੇ ਗਿਣੀ ਚੱਲ ਬੈਠੇ ਨੂੰ, ਕਹਿੰਦਾ। ਉਹ ਬੜਾ ਫੇਮਸ ਕੇਸ ਰਿਹਾ ਉਹ। ਤੁਸੀਂ ਮੇਰੀ ਗੱਲ ਸਮਝ ਗਏ ਨਾ? तो ये चीजें चलती रहते हैं सर। तो इंटेलेक्चुअल प्रॉपर्टी राइट्स, एनी हाउ कर फटाफट टॉपिक क्या हो शाबाश, ठीक है। सो वर्ल्ड इंटेलेक्चुअल प्रॉपर्टी ऑर्गेनाइजेशन सर, मैं ना एक्चुअली बहुत ट्राई करता कि मैं डेप्थ च ना जावा, क्योंकि मैं डेप्थ च लगा ना कल्ले चीज में 10-15 मिनट बोलना पै जाता है। मैं वापस थोड़ा कंट्रोल करूंगा कि मैं सिर्फ और सिर्फ फोकस करा इस बॉडी ते, सिर्फ फोकस करा हेडक्वार्टर ते, क्योंकि कल्ली चीज वही गल हो जाती है। मैं स्टार्टिंग बोलिया सी लेक्चर दे
कि अगर मैं किसी चीज से बोलने लगूंगा ना 10-15-20 मिनट चाहिए मैं उस चीज से बोलने दे सर, वो हर चीज अपने आप च डेप्थ है सर, ठीक है ना। उस तो बाद वर्ल्ड मेटेरोलॉजिकल ऑर्गेनाइजेशन सर, जनेवा सर, की नाम है जनेवा सर। सर WHO कितने ਸੀਗਾ, WHO ਕਿੱਥੇ ਸੀਗਾ, ਜਨੇਵਾ ਦੇ ਵਿੱਚ ਸਰ। ਇੰਟੈਲੈਕਚੁਅਲ ਪ੍ਰਾਪਰਟੀ ਕਿੱਥੇ ਹੈ ਸਰ, ਜਨੇਵਾ ਦੇ ਵਿੱਚ ਆ। ਹੁਣ ਮੈਟੇਰੋਲੋਜੀਕਲ ਨਾਮ ਤੋਂ ਪਤਾ ਲੱਗ ਰਿਹਾ ਵੈਦਰ ਵਾਲੀ ਸਰ, ਮੌਸਮ ਵਿਭਾਗ ਸਰ। ਤਾਂ ਵਿਸ਼ਵ ਮੌਸਮੀ ਵਿਗਿਆਨ संगठन सर, इंग्लिश की बोलते हैं वर्ल्ड मेटेरोलॉजिकल ऑर्गेनाइजेशन सर, कितना बॉस, जनेवा सर। एक्सपर्ट बॉडी फॉर द वेदर एंड क्लाइमेट, मौसम ते जलवायु ली महार संस्था सर, ठीक है जी। उस तो बाद वर्ल्ड ट्रेड ऑर्गेनाइजेशन सर, सब तो इंपॉर्टेंट सर, अब पहले भी गल हुई है WTO दी सर, ठीक है ना। कदों बनी ये 1995 ਦੇ ਵਿੱਚ सर, ये भी किधर है सर, जनेवा सर। अमीर देश है स्विट्जरलैंड, अरे नो डाउट, इस की डाउट है। आज खबर लगी हुई सी सर, अखबार पढ़ते वगैरह करो, वर्ल्ड इकोनॉमिक आउटलुक की खबर है यूनाइटेड नेशन संस्थान की। ਹੁਣ तक तो इंडिया चौथे पायदान ते सीगा वर्ल्ड्स लार्जेस्ट इकोनॉमी के पॉइंट ऑफ व्यू ते, फिसल के छठे ते आ गया सर। यूके जापान साने पिछे छड़ते सी, इस बार उन्होंने GDP फिर की होगी सर। GDP होंदी है पैदावार, GDP होंदी है पैदावार। ਹੁਣ तक ਅਸੀਂ ਇਹ ਕਹਿ ਰਹੇ ਸੀਗੇ ਵੀ ਉਦਾਹਰਨ ਤੌਰ ਤੇ ਯੂਕੇ ਦੀ ਆਬਾਦੀ ਹੈਗੀ 3 ਬੰਦਿਆਂ ਦੀ, ਉਦਾਹਰਨ ਤੌਰ ਤੇ ਯੂਕੇ ਦੀ ਆਬਾਦੀ ਹੈਗੀ, ਮੈਂ ਸਿੰਗਲ ਭਾਸ਼ਾ ਸਮਝਾ ਰਿਹਾ, GDP ਇਕਨੋਮਿਕਸ ਦੇ ਲੈਕਚਰ ਲਵਾਂਗੇ ਇਕਨੋਮੀ ਦੇ, ਉੱਥੇ ਡਿਟੇਲ ਚ ਦੇਖ ਲਾਂਗੇ ਸਰ। ਪਰ ਸਿੰਪਲ ਭਾਸ਼ਾ ਚ मतलब ਆਈ ਹੈ, GDP मतलब ग्रॉस डोमेस्टिक प्रोडक्शन, पैदावार सर। उदाहरण तौर पे यूके की पॉपुलेशन है 3 बंदियां दी, इंडिया की पॉपुलेशन है 100 बंदियां दी, 100 बंदे ने 100 रुपए का समान तैयार किया, यूके 3 बंदे ने 99 रुपए का समान तैयार किया। तो ग्रॉस GDP सी, मैं पर कैपिटल GDP की गल नहीं कर रहा, पर कैपिटल ਦਾ ਸਾਨੇ ਇਕੱਲੇ ਬੰਦੇ ਨੇ 21 ਰੁਪਏ ਦਾ ਸਮਾਨ ਤਿਆਰ ਕੀਤਾ ਹੈ, ਉੱਥੇ ਇਕੱਲੇ ਬੰਦੇ ਨੇ 33 ਰੁਪਏ ਦਾ ਸਮਾਨ ਤਿਆਰ ਕੀਤਾ ਸਰ। ਮੈਂ ਕਿਹਦੀ ਗੱਲ ਕਰ ਰਿਹਾ, ਟੋਟਲ। ਹੁਣ ਤੱਕ ਟੋਟਲ ਦੀ ਗੱਲ ਹੁੰਦੀ ਸੀ, ਅਸੀਂ 100 ਦਾ ਤਿਆਰ ਕੀਤਾ, ਤੁਸੀਂ 99 ਤਿਆਰ ਕੀਤਾ, ਤੁਸੀਂ ਹੈਗੇ ਪੰਜਵੇਂ ਪਾਇਦਾਨ ਤੇ, ਛਠੇ ਪਾਇਦਾਨ ਤੇ, ਅਸੀਂ ਹੈਗੇ ਚੌਥੇ ਪਾਇਦਾਨ ਤੇ। ਹੁਣ ਤੱਕ ਤਾਂ ਇਹ ਸੀਗਾ, ਠੀਕ ਹੈ। ਤੇ ਹੁਣ ਕੀ ਹੋਇਆ ਸਰ, ਅਸੀਂ ਫਿਰ ਛਠੇ ਤੇ ਆ ਗਏ ਸਰ। ਸਰ ਉਹ 3 ਬੰਦੇ 99 ਰੁਪਏ ਦਾ ਸਮਾਨ ਤਿਆਰ ਕਰ ਰਹੇ ਨੇ, ਇੰਨੀ ਪ੍ਰੋਡਕਸ਼ਨ ਉਹਨਾਂ ਦੀ सर। यस सर, इतनी बड़ी उन्होंने फाइनेंशियल संपत्ति है, यस सर। साड़ी घट है, हाँ, पर कैपिटल तो बहुत घट है सर। फिर पॉलिटिशियन तो रैलियां च बयान देंगे ने, इंडिया लार्जेस्ट 4th लार्जेस्ट इकोनॉमी इन द वर्ल्ड सर। पॉलिटिकल दा बोलन दा जेड़ा ऑब्जेक्टिव हुंदा होर हुंदा है सर, अगले ने वोट लेनी है भाई, ठीक है ना। पर सही तो आंकड़े यही ने सर, ठीक है ना। तो आज की खबर छपी हुई है इंडियन एक्सप्रेस ਦੇ ਵਿੱਚ, इंडिया स्लिप्स टू द 6th रैंक सर। एंड अक्सर मैं तुम तां डिस्कस कर रहे हैं, खबर में तां डिस्कस कर रहे हैं, और पेपर च रैंक पूछा जाता, और खास करके GDP के आंकड़ियां च, और खास करके जब कोई अंतरराष्ट्रीय संस्थान रिपोर्ट जारी करता है, और खास करके कोई यूनाइटेड नेशन की संस्था जारी कर दे। मेरी गल समझ आ रही कि नहीं। उस तो बाद इंटरनेशनल कोर्ट ऑफ जस्टिस, ये तो याद कर लो सर, इंटरनेशनल कोर्ट ऑफ जस्टिस तो सुने हुण तक हेग मैंने बोले आया कोई शब्द हेग आया, हेग हुण तक नहीं आया, पहले सुनिया होगा। तो नीदरलैंड की राजधानी है हेग, नहीं नीदरलैंड की राजधानी तो है एम्स्टरडैम है, हेग सर। फाइन, इंटरनेशनल कोर्ट ऑफ जस्टिस कितने हो गया, द हेग सर। एक ही है कोर्ट, अदालत केड़ी, अंतरराष्ट्रीय सर, केड़ी अंतरराष्ट्रीय अदालत सर, ठीक है। द हेग दे विच नीदरलैंड यूनाइटेड नेशन का प्रमुख न्यायिक अंग सर। इंटरनल लो, तुझे कल पूछ रहे थे सर, सर वो नहीं आया, इंडिया नहीं आया, आ गया जी इंडिया। मतलब क्या ना सोलर अलायंस आऊगा आगे, लो जी आ गया इंटरनेशनल सोलर अलायंस। मतलब क्या आगे आएगा सर, इंटरनेशनल सोलर अलायंस किथे है, गुरुग्राम। ओनली मेजर वर्ल्ड बॉडी बेस्ड इन इंडिया, भारत में स्थित इको एक वड्डी विश्व संस्था सर। एक दो होर भी है ना छोटे छोटे लेवल ते ने, पर इंटरनेशनल लेवल ते, रीजनल लेवल ते। हाँ जी, हाँ जी, हाँ। एक्चुअली फ्रांस दे विच ना, मैं दसदा क्या है, ਤੁਸੀਂ कह रहे हो फ्रांस पार्टनर से, ऐसा कुछ नहीं है। एक्चुअली की है, पेरिस समिट होया सीगा सर 2015 ਚ शायद, तो उत्थे अनाउंस होया सीगा भी ਅਸੀਂ मतलब कि हर एक देश इन्ना इन्ना टीचा प्राप्त करेगा अपना कार्बन एमिशन घटाउण दा, ताकि वातावरण ਦੇ ਉੱਪਰ ਇੰਨੀ परसेंटेज ਉਹਦੀ ਘੱਟ ਇੰਪੈਕਟ ਹੋਵੇ ਸਰ। ਤੇ ਅਸੀਂ ਉਸ ਦੇ ਲਈ ਅਸੀਂ ਜਿਹੜੀ ਆਪਣੀ એનર્ਜੀ ਉਹ ਸ਼ਿਫਟ ਕਰਾਂਗੇ ਸੋਲਰ ਔਰ ਰਿਨਿਊਏਬਲਸ ਵੱਲ ਸਰ।
ठीक है जी। तो उसके तहत इंडिया काफी अच्छा काम कर रहा ਸੀਗਾ, फ्रांस भी अच्छा काम कर रहा है, यूएस बैक मार गया ਸੀਗਾ। जो ट्रंप आया ਉਹਨੇ ਅੰਦੇ ਸਾਰਾ कहता ਸੀਗਾ कि मैं ਜਿਹੜਾ ਉਹ सबमिट ਹੋਇਆ ਸੀਗਾ, जो उससे साइन होने हस्ताक्षर होने वास्ते बैक आउट हो रहे हैं सर, वो तो तोड़ गया ਸੀਗਾ अपनी कमिटमेंट। ठीक है ना। सो एनीहाउ आगे मूव करते हैं सर। शंघाई कोऑपरेशन सर, एससीओ सर, तो ये कितने है सर? शंघाई कोऑपरेशन सर, वैसे तो चाइना चाइना की फीलिंग आ रही होनी, तो कितने है? बीजिंग सर। तो खेतरी सुरक्षा ते आर्थिक ते केंद्र, तो रीजनल सिक्योरिटी और इकोनॉमी ऊपर है केंद्र रहता है सर। फाइन, फोकस इज द की है सर। की नाम है इसका? शंघाई कोऑपरेशन ऑर्गेनाइजेशन सर, शंघाई सहयोग संगठन। कितने है? बीजिंग चीन दे विच, कितने? बीजिंग चीन दे विच सर। बिम्सटेक, बिम्सटेक कितने है? बिम्सटेक कितने है? ढाका। की नाम की है? बे ऑफ बंगाल इनिशिएटिव फॉर द मल्टी सेक्टरल टेक्निकल कोऑपरेशन सर। आम भाषा बिम्सटेक ही बोलते हैं सर, आम भाषा बिम्सटेक बोलते हैं। एग्जैक्ट नाम की है बे ऑफ बंगाल इनिशिएटिव फॉर द मल्टी सेक्टोरल टेक्निकल कोऑपरेशन सर। कितने है? ढाका बांग्लादेश सर। ठीक है ना सर। की सानू सारे याद रहने जब तुम पढ़ा रहे हो सर? नहीं, तुम सुन के 50% याद रहने सर। फिर भी मेरे लिए बहुत बड़ी चीज है कि तुम सुन के 50% चीजें याद हो जाए सर। एक बार खुद रीड मार लियो, चीजें होर पक्कियां हो जाएंगियां। थर्ड स्टेप ते टेस्ट लावांगे, फिर पक्का हो जाएगा। फोर्थ स्टेप ते फिर तुम फिर एक बार रिवाइज करोगे, कुछ समय बाद जब भूल जाओगे इनू, हुण तो ताजी ताजी नहीं याद रहणगियां सर। फिर उस फिर टेस्ट लवांगे, फिर जमी पक्की हो जाएगी सर। हर टॉपिक नू इदां ही करना है, सिंसीयरली और डिसिप्लिन वे दे नाल सर। एग्जाम 100% क्लियर होगा, जेडे 100 चों 5 बच्चे निकलण 5 तुसीं हो होगे सर। मेरी गल समझ आ रही नहीं? ये जो भी बंदा इस चीज को फॉलो करेगा, इस चीज को सर 3-4 बार सिलेबस पढ़ना, टेस्ट देने, उसकी रिविजन्स करनी है, दैट्स इट। ये ह्यूमन ब्रेन इदां ही काम करदा है। किसी चीज को 3-4 बार दिमाग च पाया होवे वक्रे वक्रे समय ते कोई दिमाग भुलदा नहीं सर। ये चीज सारियां ते अप्लाई होंदी है सर, सारे सब्जेक्ट सारे टॉपिक ते अप्लाई होंदी है सर। ये नेचुरल है, कुदरत है सर। फाइनेंशियल एक्शन टास्क फोर्स, फाइनेंशियल एक्शन टास्क फोर्स सर एफएटीएफ की करदा है। सुनिया होगा तो पाकिस्तान को ग्रे लिस्ट विच पाता एफएटीएफ ने, सुनिया कि नहीं सुनिया? एफएटीएफ ने पाकिस्तान को ग्रे लिस्ट विच पाता सर। यस, वेरी नाइस सर। ਜਿਹੜੇ ਦੇਸ਼ ਸੰਗਠਨ ਟੈਰਰ ਦਾ ਕੰਮ ਕਰਦੇ ਨੇ, ਆਤੰਕਵਾਦ ਦੇ ਵਿੱਚ ਇਨਵੋਲਵ ਨੇ, ਉਹਨਾਂ ਨੂੰ ਨੱਥ ਪਾਉਣ ਦੇ ਲਈ, ਉਹਨਾਂ ਦੇ ਬੈਂਕ ਅਕਾਊਂਟ ਨੂੰ ਸੀਜ਼ ਕਰਨ ਦੇ ਲਈ, ਉਹਨਾਂ ਦੇ ਬੈਂਕ ਐਸੈਟ ਨੂੰ ਸੀਜ਼ ਕਰਨ ਦੇ ਲਈ, ਜ਼ਬਤ ਕਰਨ ਦੇ ਲਈ ਕੌਣ ਹੈ ਸਰ? एफएटीएफ। ਇਹ ਸਾਰਾ ਡਾਟਾ ਕੌਣ ਮੈਨੇਜ ਕਰਦਾ ਹੈ? एफएटीएफ। ਇਹ ਕੌਣ ਸਾਰੀ ਨਿਗਾਹ ਰੱਖਦਾ ਉਸ ਤੇ? ਇਹਨਾਂ ਚੀਜ਼ਾਂ ਤੇ एफएटीएफ सर। ਇਸ ਦਾ ਸੰਸਥਾਨ ਦਾ ਹੈੱਡਕੁਆਟਰ ਕਿੱਥੇ ਹੈ ਬੌਸ? ਪੈਰੀ ਫਾਈਨਾਂਸ ਸਰ। ਮਨੀ ਲਾਂਡਰਿੰਗ ਅਤੇ ਟੈਰਰ ਫੰਡਿੰਗ ਵਿਰੁੱਧ ਕੰਮ ਕਰਦੀ ਹੈ। ਮਨੀ ਲਾਂਡਰਿੰਗ ਅਤੇ ਟੈਰਰ ਫੰਡਿੰਗ ਵਿਰੁੱਧ ਕੰਮ ਕਰਦੀ ਹੈ। ਅਗਰ ਇਹ ਕਿਸੇ ਦੇਸ਼ ਨੂੰ ਗ੍ਰੇ ਲਿਸਟ ਔਰ ਬਲੈਕ ਲਿਸਟ ਵਿੱਚ ਪਾ ਦੇਵੇ, ਤਾਂ ਫਿਰ ਜਿਹੜੀ ਉਹਨਾਂ ਨੂੰ ਅੰਤਰਰਾਸ਼ਟਰੀ ਲਾਈਕ ਸੰਸਥਾਨਾਂ ਤੋਂ ਹੈਲਪ ਮਿਲ ਰਹੀ ਹੁੰਦੀ ਹੈ ਕਿਸੇ ਵੀ ਤਰੀਕੇ ਦੇ, ਕਿਸੇ ਮਰਜ਼ੀ ਪਰਪਸ ਲਈ, ਚਾਹੇ ਸਕੂਲ ਐਜੂਕੇਸ਼ਨ ਲਈ, ਚਾਹੇ ਖਾਣੇ ਦੇ ਲਈ ਸਰ, ਉਹ ਸਾਰੀ ਫੰਡਿੰਗ ਔਰ ਲੋਨ ਬੰਦ ਕਰ ਦਿੱਤਾ ਜਾਂਦਾ ਸਰ। ਇੱਕ ਪਾਸੇ ਦਾ ਅੰਤਰਰਾਸ਼ਟਰੀ ਸੰਸਥਾਨ ਤੁਹਾਨੂੰ ਪੈਸਾ ਦੇਵੇ, ਤੁਸੀਂ ਰੋਟੀ ਖਾ ਲਓ, ਦੂਜੇ ਪਾਸੇ ਤੁਸੀਂ ਟੈਰਰ ਐਕਟੀਵਿਟੀਜ਼ ਕਰੋ, ਤਾਂ ਦੋਨੋਂ ਚੀਜ਼ਾਂ ਇਕੱਠੇ ਨਹੀਂ ਚੱਲ ਸਕਦੀਆਂ ਸਰ। ਫਾਈਨ। ਉਸ ਤੋਂ ਬਾਅਦ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਸਰ, ਆਈਐਮਓ। ਆਈਐਮਓ ਦਾ ਮੁਖੀਆ ਕਿੱਥੇ ਹੈ ਸਰ? ਹੈਡ ਕਿੱਥੇ ਹੈ? ਸੌਰੀ, हेडक्वार्टर कितने है? लंदन यूके। मुख्य नहीं, हेडक्वार्टर सर, सॉरी। अंतरराष्ट्रीय समुद्री संगठन सर, अंतरराष्ट्रीय शिपिंग सुरक्षा नो क्या करता है? नियंत्रित करता है सर। शिपिंग सेफ्टी देखता है, की देखते? शिपिंग सेफ्टी देखता है। किदी गल कर रहे हैं ਅਸੀਂ? ਮਰੀਨ ਦੀ ਗੱਲ ਕਰ ਰਹੇ ਹਾਂ। ਕਿਹਦੀ ਗੱਲ ਕਰ ਰਹੇ ਹਾਂ? ਮਰੀਨ ਦੀ ਗੱਲ ਕਰ ਰਹੇ ਹਾਂ, शिपिंग ਦੀ ਗੱਲ ਕਰ ਰਹੇ ਹਾਂ ਸਰ। ਠੀਕ ਹੈ, ਤਾਂ शिपिंग सेफ्टी ਨੂੰ इंश्योर करता है। संस्थान ਦਾ ਨਾਮ ਕੀ ਹੈ ਬੌਸ? इंटरनेशनल मैरीटाइम ऑर्गेनाइजेशन सर। हेडक्वार्टर कितने है? लंदन सर। हेडक्वार्टर कितने है? लंदन सर, यूके सर। एशियन इंफ्रास्ट्रक्चर इन्वेस्टमेंट बैंक साडे एशिया च बड़ा इंपॉर्टेंट मन्निया जांदा है। एशियन बुनियादी ढांचा निवेश बैंक सर, नाम की है, कितने है सर हेडक्वार्टर दा? बीजिंग चीन दे विच सर। इते एशियाई बुनियादी ढांचे ते केंद्रित है, मल्टीलेटरल बैंक है। ठीक है, वक्रे देशों ने इकट्ठे मिलकर बनाया होया, फोकस करता है एशिया दे इंफ्रास्ट्रक्चर ऊपर। किदे ऊपर करता है सर? एशिया दे इंफ्रास्ट्रक्चर ऊपर सर। इंटरनेशनल रिन्यूएबल एनर्जी एजेंसी सर, इंटरनेशनल रिन्यूएबल सर। रिन्यूएबल कितने हो जाऊगा? रिन्यूएबल कितने हो जाऊगा सर? आबू धाबी यूएई सर। रिन्यूएबल्स मतलब कि जेडी एनर्जी बार बार वरती जा सकती है ना, रिन्यू की जा सकती है। उदाहरण तौर पर सोलर, ये तुसीं देखो मिडल ईस्ट खाड़ी मुल्क ने, उस कितनी ज्यादा धुप है, सूरज है, तो याद रख लो भी उत्थे है आबू धाबी दे विच सब तो ज्यादा सूरजी ऊर्जा कितने है सर? मिडल ईस्ट विच, अफ्रीका दे विच है। तो तुहानूं ऐसे चीज़ां तां तुहानूं उत्थे यूरोप और ठंडे इलाके देखने नहीं मिलनी है सर। तो सोलर इतने दिख रहा है सर तुहानूं, इसलिए तो इतने इस तरीके नाल याद कर लो सर। फाइन।
ਸਰ ਕੀ ਸੋਲਰ ਨਹੀਂ ਹੈ ਮੈਂ ਯੂਕੇ ਦੇ ਵਿੱਚ ਅਮਰੀਕਾ ਸਾਰੇ ਬਹੁਤ ਸੋਲਰ ਯੂਜ਼ ਕਰਦੇ ਨੇ ਬਟ ਮੈਂ ਤੁਹਾਨੂੰ ਇੱਕ ਹਿੰਟ ਦੇ ਰਿਹਾ ਮੈਂ ਕਿੱਦਾਂ ਯਾਦ ਕਰਨਾ ਹੈ ਸਰ ਫਾਈਨ promotes clean energy adoption worldwide so ਸਾਫ ਊਰਜਾ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ ਸਰ ਵਰਲਡ ਇਕਨੋਮਿਕ ਫੋਰਮ ਸਰ most important ਸਰ most important ਸਰ ਪੰਜਾਬ ਦੇ ਐਗਜ਼ਾਮ 3-4 ਵਾਰ ਪੁੱਛ ਲਿਆ ਇਹਨਾਂ ਨੇ ਸਰ ਵਰਲਡ ਇਕਨੋਮਿਕ ਫੋਰਮ ਸਰ ਵਰਲਡ ਇਕਨੋਮਿਕ ਫੋਰਮ ਕਿਤੇ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਮੈਂ ਥੋੜੇ ਦਿਨ ਪਹਿਲੇ ਵੀ ਗੱਲ ਕਰ ਰਿਹਾ ਸੀ ਦਸੰਬਰ ਦੇ ਐਂਡ ਵਿੱਚ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਕੀ ਹੁੰਦਾ ਕਿ ਸਾਰੇ ਦੇਸ਼ ਦੇ ਟਾਪ ਲੀਡਰਸ ਪਹੁੰਚਦੇ ਨੇ ਬਿਜ਼ਨਸਮੈਨ ਪਹੁੰਚਦੇ ਨੇ ਲక్ష్ਮੀ ਮਿੱਤਲ ਹੋਣੀ ਪਹੁੰਚਦੇ ਨੇ ਅੰਬਾਨੀ ਫੈਮਿਲੀ ਪਹੁੰਚਦੀ ਹੈ ਗੂਗਲ ਦਾ ਸੀਈਓ ਪਹੁੰਚਦਾ ਉੱਥੇ ਐਪਲ ਦਾ ਸੀਈਓ ਆਉਂਦਾ ਹੈ ਕਈ ਦੇਸ਼ਾਂ ਦੇ ਰਾਸ਼ਟਰਪਤੀ ਆਉਂਦੇ ਨੇ ਪ੍ਰਧਾਨ ਮੰਤਰੀ ਪਹੁੰਚਦੇ ਨੇ ਤਾਂ ਇੱਕ ਲਾਈਕ ਈਅਰ ਐਂਡ ਦੇ ਕੀ ਹੁੰਦਾ ਕਿ ਮੀਟਿੰਗ ਸੱਦਦੇ ਨੇ ਆਪਸ ਵਿੱਚ ਬੈਠਦੇ ਨੇ ਡਿਸਕਸ਼ਨ ਕਰਦੇ ਨੇ ਠੀਕ ਹੈ ਨਾ ਬਿਜ਼ਨਸ ਬਾਰੇ ਗੱਲ ਕਰਦੇ ਨੇ ਹਰ ਇੱਕ ਸਾਡੇ ਵੀ ਇਥੋਂ ਲਾਈਕ ਸਾਡੇ ਦੇਸ਼ ਤੋਂ 3-4 ਮੁੱਖ ਮੰਤਰੀ ਗਏ ਸੀਗੇ ਰਿਪਰੈਜ਼ੈਂਟ ਕਰਨ ਸਰ ਉਦਾਹਰਨ ਤੌਰ ਤੇ ਇੱਕ ਉਹ ਗਏ ਸੀ ਆਪਣੇ ਦਵਿੰਦਰ ਫਡਨਵੀਸ ਸਾਹਿਬ ਮਹਾਰਾਸ਼ਟਰ ਵਾਲੇ ਉਹ ਉੱਥੇ ਜਾ ਕੇ ਕਹਿ ਕੇ ਆਏ ਨੇ ਵੀ ਤੁਸੀਂ ਆਓ ਸਾਡੇ ਮਹਾਰਾਸ਼ਟਰ 'ਚ ਨਿਵੇਸ਼ ਕਰੋ ਸਰ ਆਪੋ ਅਸੀਂ ਗੱਲ ਕਰ ਰਹੇ ਸੀ ਵੈਸੇ ਚਾਹੁੰਦੇ ਆ ਵੀ ਪੰਜਾਬ ਵਾਲੇ ਵੀ ਜਾਣ ਉੱਥੇ ਜਾ ਕੇ ਸਾਰੇ ਸੀਈਓਜ਼ ਨੂੰ ਮਿਲਣ 10 ਨੂੰ 50 ਨੂੰ 15 ਨੂੰ 20 ਨੂੰ 30 ਨੂੰ ਰਿਕੁਐਸਟ ਕਰੋ ਵੀ ਸਾਡੇ ਵੀ ਆ ਕੇ ਪੰਜਾਬ 'ਚ ਕੋਈ ਆ ਕੇ ਨਿਵੇਸ਼ ਕਰੋ ਕੋਈ ਬੜੀ ਬੜੀ ਕੰਪਨੀਆਂ ਨੇ ਤੇ ਗੂਗਲ ਆ ਕੇ ਕਦੇ ਕੋਈ ਨਿਵੇਸ਼ ਕਰੂਗੀ ਕਦੇ ਕਿਤੇ ਗੂਗਲ ਨੇ ਆ ਕੇ ਇੰਡੀਆ ਉੱਪਰ ਸਾਡੇ ਪੰਜਾਬ 'ਚ ਨਿਵੇਸ਼ ਕਰਤਾ ਤਾਂ ਜ਼ਾਹਿਰ ਜੀ ਗੱਲ 30 40 50,000 ਕਰੋੜ ਲੈ ਕੇ ਆਊਗੀ ਉਹਨੇ ਕਿਹੜਾ ਕੋਈ ਛੋਟਾ ਮੋਟਾ ਨਿਵੇਸ਼ ਮਾਰਨਾ ਉਰੇ ਆ ਕੇ ਕਿਉਂਕਿ ਇਹ ਬੜੇ ਕੰਪਨੀਆਂ ਨੇ ਬੜੇ ਨਿਵੇਸ਼ ਨਾਲ ਆਉਂਦੀਆਂ ਨੇ ਸਾਰੇ ਤੇ ਜਦ ਕੋਈ ਕੰਪਨੀ 30 40 50,000 ਕਰੋੜ ਦਾ ਨਿਵੇਸ਼ ਦਊਗੀ ਤਾਂ ਸਾਡੇ ਉੱਤੇ 20 30 40,000 ਪਰਿਵਾਰਾਂ ਦਾ ਪੇਟ ਭਰੇਗਾ ਸਰ ਤੇ ਸਭ ਤੋਂ ਬੜਾ ਪੁੰਨ ਦਾ ਕੰਮ ਹੁੰਦਾ ਹੈ ਰੁਜ਼ਗਾਰ ਦੇਣਾ ਸਰ ਕਿਸੇ ਨੂੰ ਸਰ ਤਾਂ ਅਗਰ ਨਾਲੇ ਦੇ ਨਾਲ ਕੋਈ ਪੋਲੂਸ਼ਨ ਵੀ ਨਹੀਂ ਆਈਟੀ ਇੰਡਸਟਰੀ ਆ ਜਾਵੇ ਸਾਡੇ ਇੱਥੇ ਕੋਈ ਨਾਲੇ ਹਨਾ ਐਸਾ ਕੁਝ ਆ ਜਾਵੇ ਠੀਕ ਹੈ ਤੇ ਅਸੀਂ ਚਾਹੁੰਦੇ ਹਾਂ ਸਰ ਪਰ ਇਹ ਤਾਂ ਹੋਊਗਾ ਜਾ ਕੇ ਮਿਲਣਾ ਪੈਣਾ ਪ੍ਰੈਜੈਂਟੇਸ਼ਨ ਦੇਣੀ ਪੈਣੀ ਹੈ ਠੀਕ ਹੈ ਹੁਣ ਅੱਜ ਸਵੇਰੇ ਨਿਊਜ਼ ਛਪਿਆ ਹੋਇਆ ਸੀ ਵੀ ਉਹ ਕੱਲ ਵੀ ਉਸ ਨਿਊਜ਼ ਆ ਰਹੀ ਸੀ ਵੀ ਸੰਜੀਵ ਅਰੋੜਾ ਸਾਹਿਬ ਦੇ ਘਰੇ ਈਡੀ ਦੀ ਰੇਡ ਹੋ ਗਈ ਸੰਜੀਵ ਅਰੋੜਾ ਸਾਹਿਬ ਨੀਦਰਲੈਂਡਸ ਗਏ ਹੋਏ ਨੇ ਰਾਈਟ ਨਾਓ ਕਹਿੰਦੇ ਪੰਜਾਬ ਦੇ ਨਿਵੇਸ਼ ਨੂੰ ਅਟਰੈਕਟ ਕਰਨ ਦੇ ਲਈ ਤਾਂ ਜਾਣਾ ਪੈਂਦਾ ਮੀਟਿੰਗਸ ਕਰਨੀਆਂ ਪੈਂਦੇ ਨੇ ਬੌਸ ਐਵੇਂ ਤਾਂ ਚੱਲ ਕੇ ਕਿਸੇ ਨੇ ਨਹੀਂ ਆਣਾ ਕੋਈ ਮੰਤਰੀ ਤਾਂ ਆਪਣੇ ਘਰੇ ਹੋਊਗਾ ਅਗਲਾ ਕਿਸੇ ਸੀਏ ਗੂਗਲ ਦੇ ਸੀਈਓ ਨੂੰ ਕੀ ਫਰਕ ਪੈਂਦਾ ਕਿਸੇ ਬੰਦੇ ਨੂੰ ਕੀ ਫਰਕ ਪੈਂਦਾ ਬਈ ਅਗਲੇ ਕੋਲ 3 ਰੁਪਏ ਅਗਲੇ ਨੂੰ ਤਾਂ 50 ਦੇਸ਼ ਰਿਕੁਐਸਟ ਕਰਦੇ ਨੇ ਵੀ ਹਮਾਰੇ ਦੇਸ਼ में आके रिक्वेस्ट करो इन्वेस्ट करो सर बड़ी बड़ी कंपनीज ਜਾਂਦੀਆਂ ਨੇ ਇਨਵੈਸਟ ਕਰਨ ਸਰ ਤਾਂ ਮਿਲਣਾ ਪੈਂਦਾ ਹੈ ਸਰ ਤਾਂ ਅੱਛੀ ਗੱਲ ਅਰੋੜਾ ਸਾਹਿਬ ਜਾਂਦੇ ਨੇ ਮਿਲਦੇ ਨੇ ਸਰ ਤਾਂ ਐਸੇ ਪਲੇਟਫਾਰਮ ਤੇ ਵੀ ਜਾਣਾ ਚਾਹੀਦਾ ਸਰ ਸੋ ਨਹੀਂ ਇੰਸਟਾਗ੍ਰਾਮ ਤੇ ਤਾਂ ਬਹੁਤ ਟ੍ਰੋਲ ਹੁੰਦਾ ਦੇਖੋ ਜੀ ਘੁੰਮਦਾ ਫਿਰਦਾ ਸਰ ਤੁਸੀਂ ਸੀਟ ਤੇ ਬੈ ਕੇ ਦੇਖ ਲਓ ਤੁਸੀਂ ਦੇਖ ਲਓ ਵੀ ਨਿਵੇਸ਼ ਆਂਦਾ ਇਦਾਂ ਘਰੇ ਬੈਠਣ ਨਾਲ ਜਾਂ ਆਫਿਸ ਬੈਠਣ ਨਾਲ ਜਾਓਗੇ ਤੁਰੋਗੇ ਫਿਰੋਗੇ ਮਿਲੋਗੇ ਤਾਂ ਹੀ ਅਗਲਾ ਉਰੇ ਆਊਗਾ ਸਰ ਨਹੀਂ ਸਾਡੇ ਅੰਤਾਂ ਦਾ ਕਦੇ ਕੁਝ ਦੇਖਿਆ ਨਹੀਂ ਹੋਇਆ ਇਹਦਾ ਬਸ ਮਾੜਾ ਦੇਖੀ ਨੇ ਚੜ ਕੇ ਜਹਾਜ਼ ਫਟਾਫਟ ਤੇ ਫੋਟੋਆਂ ਖਿੱਚਦੇ ਫਿਰੀ ਜਾਂਦੇ ਨੇ ਸਰ ਐਸਾ ਕੁਝ ਨਹੀਂ ਹੈ ਤਾਂ ਕਈ ਅੱਛਾ ਕੰਮ ਵੀ ਤਾਂ ਕਰ ਰਹੇ ਨੇ ਨਾ ਹਨਾ ਹਰ ਕੋਈ ਇਦਾਂ ਨਹੀਂ ਹੈ ਤਾਂ ਜਨੇਵਾ ਸਵਿਟਜ਼ਰਲੈਂਡ ਸਰ ਸੋ ਕਿੱਥੇ ਹੁੰਦੀ ਹੈ ਮੀਟਿੰਗ ਕਿੱਥੇ ਹੁੰਦੀ ਹੈ ਬੌਸ ਵੈਸੇ ਹੁੰਦੀ ਹੈ ਡਾਵੋਸ ਦੇ ਵਿੱਚ ਕਿੱਥੇ ਹੁੰਦੀ ਹੈ ਡਾਵੋਸ ਦੇ ਵਿੱਚ ਸਰ ਠੀਕ ਹੈ ਨਾ ਸਾਰੇ ਪਹੁੰਚਦੇ ਨੇ ਅਸੀਂ ਬਿਜ਼ਨਸ ਵਾਲੇ ਪਹੁੰਚਦੇ ਨੇ ਮਨੀ ਕੰਟਰੋਲ ਵਾਲੇ ਪਹੁੰਚਦੇ ਨੇ ਉੱਥੇ ਸਾਰੇ ਪੱਤਰਕਾਰ ਪਹੁੰਚਦੇ ਨੇ ਸਾਰੇ ਵਿੱਤੀ ਵਿਸ਼ੇ ਦੇ ਉੱਪਰ ਸਵਾਲ ਪੁੱਛਦੇ ਨੇ ਸਰ ਆਪਣਾ ਰੋਡ ਮੈਪ ਪੇਸ਼ ਕਰਦੇ ਨੇ ਸਰ ਵੈਸੇ ਉਹ ਜਿਹੜੇ ਫੰਡ ਵੀ ਸਾ ਮੈਂ ਥੋੜਾ ਟ੍ਰੋਲ ਵੀ ਹੋਇਆ ਉਹਨਾਂ ਸੋਸ਼ਲ ਮੀਡੀਆ ਤੇ ਕਿਦਾਂ ਟ੍ਰੋਲ ਹੋਇਆ ਉੱਥੇ ਟਾਟਾ ਵਾਲਿਆਂ ਨੇ ਰਿਲਾਇੰਸ ਵਾਲਿਆਂ ਨੇ ਕਿਹਾ ਵੀ ਅਸੀਂ ਇੰਨੇ ਹਜ਼ਾਰ ਕਰੋੜ ਅਸੀਂ ਨਿਵੇਸ਼ ਕਰਾਂਗੇ ਮਹਾਰਾਸ਼ਟਰ 'ਚ ਆਉਣ ਵਾਲੇ ਇੰਨੇ ਸਾਲਾਂ 'ਚ तो लोग हंस रहे थे भी टाटा तो निवेश लेना सी जिनेवा जाके लेके आओगे तो डबोस जाके लेके आओगे निवेश टाटा तो थोड़े बॉम्बे का रजिस्टर्ड है भी ਤੁਸੀਂ ਆਪਣਾ ਰਿਲਾਇੰਸ ਇੰਡਸਟਰੀਜ਼ ਤੋਂ ਨਿਵੇਸ਼ ਮੰਗਣ ਗਏ ਹੋ ਉੱਥੇ तो ਉੱਥੇ ਜਾ ਕੇ ਲੈ ਕੇ ਆਏ ਹੋ ਆ ਨਾਲ ਤਾਂ ਤੁਹਾਡੇ ਬੰਬੇ ਦਾ ਰਜਿਸਟਰਡ ਹੈ ਸਰ ਤੁਹਾਡੀ ਕੰਪਨੀ ਵੀ ਉੱਥੇ ਕੋ ਲੈ ਕੇ ਆਏ ਹੋ ਚਲੋ ਟਰਾਈ ਤਾਂ ਕਰਨਾ ਪੈਂਦਾ ਹੈ ਸਰ ਇਦਾਂ ਤਾਂ ਨਹੀਂ ਹੈ ਵੀ ਆ ਜਾਏਗਾ ਟਰਾਈ ਤਾਂ ਕਰਨਾ ਹੀ ਪੈਣਾ ਹੈ ਸਰ ਜਾ ਕੇ ਉੱਥੇ ਠੀਕ ਹੈ ਸੋ ਐਨੀਹਾउ क्योंकि अल्टीमेटली काम की है कि बस रोजगार मिल जाए सर रोजगार पैदा होवे सर सो इंटरनेशनल क्रिमिनल कोड सर ਹੁਣ ਤੁਸੀਂ ਦੇਖੋ ਤੁਸੀਂ ਬੱਚੇ ਸਰਕਾਰੀ ਨੌਕਰੀ ਤਿਆਰੀ ਕਰ ਰਹੇ ਹੋ ਸਰ ਬੇਰੁਜ਼ਗਾਰੀ ਕਿੰਨੀ ਖਤਰਨਾਕ ਹੁੰਦੀ ਹੈ ਬੇਰੁਜ਼ਗਾਰੀ ਕਿੰਨੀ ਖਤਰਨਾਕ ਚੀਜ਼ ਹੈ ਔਰ ਕਿਸੇ ਨੂੰ ਰੋਜ਼ਗਾਰ ਦੇਣਾ ਕਿੰਨਾ ਵੱਡਾ ਪੁੰਨ ਦਾ ਕੰਮ ਹੈ ਸਰ ਦੁਨੀਆ 'ਚ ਕਿ ਨਹੀਂ ਪੂਰਾ ਘਰ ਚੱਲਦਾ ਕਰਦਾ ਸਾਰੀ ਉਮਰ ਲਈ ਸਰ ਸਭ ਤੋਂ ਬੜਾ ਪੁੰਨ ਦਾ ਕੰਮ ਹੈ ਸਰ ਇੰਟਰਨੈਸ਼ਨਲ ਕ੍ਰਿਮੀਨਲ ਕੋਡ ਸਰ ਇੰਟਰਨੈਸ਼ਨਲ ਕ੍ਰਿਮੀਨਲ ਕੋਡ ਕਿੱਥੇ ਹੈ ਸਰ ਇਹ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਡ ਕਿੱਥੇ ਹੈ ਇਹ ਵੀ ਕਿੱਥੇ ਹੈ ਹੁਣ ਇਹ ਕੀ ਕਰਦੀ ਹੈ ਜਿਹਦੇ ਕੋਈ ਜੈਨੋਸਾਈਡ ਹੋਈ ਹੁੰਦੀ ਹੈ ਨਸਲਕੁਸ਼ੀ ਹੋਈ ਹੁੰਦੀ ਹੈ ਸਰ ਹਨਾ ਕੋਈ ਜੰਗੀ ਅਪਰਾਧਾਂ ਦੀ ਮੁਕੱਦਮਾ ਚਲਾਉਂਦੀ ਹੈ ਸਰ ਉਸ ਤੋਂ ਬਾਅਦ ਯੂਐਨ ਆਫਿਸ ਔਨ ਡਰੱਗਸ ਐਂਡ ਕ੍ਰਾਈਮ ਸਰ ਯੂਐਨ ਆਫਿਸ ਔਨ ਡਰੱਗਸ ਐਂਡ ਕ੍ਰਾਈਮ ਸਰ ਤਾਂ ਨਸ਼ਿਆਂ ਤੇ ਅਪਰਾਧ ਦਾ ਯੂਐਨ ਦਫ਼ਤਰ ਕਿੱਥੇ ਹੈ ਸਰ ਇਹ ਆਸਟਰੀਆ ਦੀ ਰਾਜਧਾਨੀ ਵੀਨਾ ਦੇ ਵਿੱਚ ਆਸਟਰੀਆ ਦੀ ਰਾਜਧਾਨੀ
ਵਿਨਾ ਦੇ ਵਿੱਚ ਸਰ ਤਾਂ ਵਿਸ਼ਵ ਵਿਆਪੀ ਅਪਰਾਧ ਅਤੇ ਨਸ਼ਿਆਂ ਦੇ ਮੁੱਦਿਆਂ ਨੂੰ ਹੱਲ ਕਰਦੀ ਹੈ ਸਰ ਐਡਰੈਸਿਸ ਇਸ਼ੂਜ਼ ਔਨ ਦਾ ਗਲੋਬਲ ਕ੍ਰਾਈਮ ਐਂਡ ਦਾ ਡਰੱਗਸ ਤੁਸੀਂ ਮੈਨੂੰ ਦੱਸੋ ਸ਼ਾਬਾਸ਼ ਡਰੱਗਸ ਵਾਲਾ ਮਹਿਕਮਾ ਕਿੱਥੇ ਹੈ ਯੂਨਾਈਟਿਡ ਨੇਸ਼ਨ ਦਾ ਇਹ ਹੈੱਡਕੁਆਟਰ ਕਿੱਥੇ ਹੈ ਡਰੱਗਸ ਵਾਲਾ ਵੀਨਾ ਆਸਟਰੀਆ ਦੇ ਵਿੱਚ ਸਰ ਵਰਲਡ ਐਂਟੀ ਡੋਪਿੰਗ ਸਰ ਮੌਂਟਰੀਅਲ ਤੁਸੀਂ ਪਹਿਲੇ ਪੜ੍ਹ ਕੇ ਆਏ ਹੋ ਮੌਂਟਰੀਅਲ ਕਿੱਥੇ ਪੜ੍ਹ ਕੇ ਆਏ ਹੋ ਪਹਿਲੇ ਜਿਹੜੀ ਉਹ ਜਹਾਜ਼ ਵਾਲੀ ਸੀਗੀ ਸਰ ਸਿਵਲ ਐਵੀਏਸ਼ਨ ਵਾਲੀ ਸਰ ਉਹ ਵੀ ਕਿੱਥੇ ਸੀਗੀ ਮੌਂਟਰੀਅਲ ਦੇ ਵਿੱਚ ਤੇ ਇਹ ਵੀ ਕੀ ਆਪਣਾ ਐਂਟੀ ਡੋਪਿੰਗ ਵਾਲੀ ਕਿੱਥੇ ਹੈ ਐਂਟੀ ਡੋਪਿੰਗ ਸਮਝ ਗਏ ਨਾ ਵੀ ਸਪੋਰਟਸ ਦੇ ਵਿੱਚ ਨਸ਼ੇ ਦਾ ਵਾਧਾ ਨਾ ਹੋਵੇ ਅੱਜ ਫੇਰ ਖਬਰ ਛਪੀ ਹੋਈ ਸੀਗੀ ਤੁਸੀਂ ਕਹੋਗੇ ਸਰ ਖਬਰ ਹੀ ਡਿਸਕਸ ਕਰੀ ਜਾ ਰਹੇ ਹੋ ਹੁਣ ਆ ਗਈ ਕੁਦਰਤੀ ਤਾਂ ਰਿਲੇਟ ਕਰ ਰਹੇ ਆ ਕੀ ਖਬਰ ਸੀਗੀ ਆਈ ਥਿੰਕ ਜਿਹੜੀ ਇਹ ਡੋਪਿੰਗ ਏਜੰਸੀ ਹੈ ਨਾ ਉਹ ਸੀਬੀਆਈ ਦੇ ਨਾਲ ਮਿਲ ਕੇ ਇੰਡੀਆ 'ਚ ਜਿਹੜੇ ਐਥਲੀਟਸ ਨੂੰ ਨਸ਼ਿਆਂ ਵਾਲੇ ਦਾ ਟਾਰਗੇਟ ਕੀਤਾ ਜਾ ਰਿਹਾ ਹੈ ਨਸ਼ਾ ਮੁਹੱਈਆ ਕਰਾ ਕੇ ਉਹਨੂੰ ਲੱਤ ਲਗਾਈ ਜਾ ਰਹੀ ਹੈ ਐਥਲੀਟ ਦਾ ਕਰੀਅਰ ਖਰਾਬ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਸਪਲਾਈ ਦਾ ਕੰਮ ਕਰ ਰਹੇ ਨੇ ਉਹ ਨੱਤ ਪਾਉਣ ਲਈ ਇਕੱਠੇ ਹੋਣ ਕੋਈ ਕੰਮ ਕਰਨਗੇ ਸਰ ਸੀਬੀਆਈ ਦੇ ਦੋਨੋਂ ਇਕੱਠੇ ਮਿਲ ਕੇ ਸਰ ਐਸੀ ਖਬਰ ਛਪੀ ਹੋਈ ਸੀ ਅੱਜ ਸਰ ਠੀਕ ਹੈ ਸਰ ਐਸੀ ਖਬਰ ਤਾਂ ਸਾਨੂੰ ਸੁਣਨ ਨੂੰ ਨਹੀਂ ਮਿਲਦੀ ਟੀਵੀ ਤੇ ਤਾਂ ਹੀ ਤਾਂ ਕਹਿ ਰਹੇ ਹਾਂ ਸਰ ਅਖਬਾਰ ਜ਼ਰੂਰ ਪੜਿਆ ਕਰੋ ਬਸ ਫਾਈਨ ਉਸ ਤੋਂ ਬਾਅਦ ਮੋਨੀਟਰ ਦਾ ਯੂਜ਼ ਆਫ ਦ ਡਰੱਗਸ ਇਨ ਇੰਟਰਨੈਸ਼ਨਲ ਸਪੋਰਟਸ ਖੇਡਾਂ ਵਿੱਚ ਨਸ਼ਿਆਂ ਦੀ ਵਰਤੋਂ ਦੀ ਨਿਗਰਾਨੀ ਕਰਦੀ ਹੈ ਸਰ ਤੁਹਾਡੇ ਅਖਬਾਰ ਕੌਣ ਪੜ੍ਹ ਰਹੇ ਰੇਜ਼ ਯਰ ਹੈਂਡਸ ਅਖਬਾਰ ਕੌਣ ਪੜ੍ਹ ਰਹੇ ਤੁਸੀਂ ਕੋਈ ਦਿੱਕਤ ਨਹੀਂ ਸਵੇਰੇ ਪੜੋ ਸ਼ਾਮ ਨੂੰ ਪੜੋ ਆਪਣੇ ਸ਼ਡਿਊਲ ਦੇ ਅਕੋਰਡਿੰਗ ਪੜੋ ਰੋਜ਼ ਸਰ ਅਸੀਂ ਕਹਿੰਦੇ ਸਵੇਰੇ ਪੜੋ ਸਰ ਤੁਸੀਂ ਨਹੀਂ ਪੜ੍ਹ ਰਹੇ ਪੜ੍ਹਨਾ ਸ਼ੁਰੂ ਕਰੋ ਤੁਸੀਂ ਪੜ੍ਹ ਰਹੇ ਹੋ ਵੈਰੀ ਗੁੱਡ ਮੈਂ ਤੁਸੀਂ ਪੜ੍ਹ ਰਹੇ ਹੋ ਤੁਸੀਂ ਨਿਊਜ਼ ਕੀ ਦੇਖ ਰਹੇ ਸੀ ਪੀਟੀਸੀ ਲਾ ਲਿਆ ਸੀਗਾ अरे आप उनके चक्करों में मत पड़ो सर सारा दिन न्यूज नहीं देख सकते किसी को टाइम नहीं है किन्ने चैनल बदल लोगे सर ठीक है ना क्रिमिनल वगैरह खबर आप कवर नहीं करनी है तो प्लीज अखबार पढ़ो सर जेडे नहीं पढ़ रहे जरूर पढ़ो सर लोग कहते ने साडा चैनल देखो ਅਸੀਂ ਕਰੰਟ ਅਫੇਅਰ ਪੜ੍ਹਾ ਰਹੇ ਹਾਂ ਤੁਸੀਂ ਬੋਲਦੇ ਨਹੀਂ ਤੁਸੀਂ ਕਹਿੰਦੇ ਅਖਬਾਰ ਪੜੋ समझ हो गए सर अपने आप एनीहाउ आगे मूव करते हैं सर ओपीसीडब्ल्यू सर ओपीसीडब्ल्यू क्या है केमिकल वेपन्स से कंट्रोल करती है केमिकल वेपन्स बहुत खतरनाक चीज है तो सुनिया हुआ ना इजराइल ਦੇ ਜਿਹੜੇ ਲੋਕ ਨੇ ਜਿਊਜ਼ ਕਿਵੇਂ ਹਿਟਲਰ ਨੇ ਉਹਨਾਂ ਨੂੰ ਕਮਰੇ 'ਚ ਬੰਦ ਕਰਕੇ ਹਾਲ 'ਚ ਬੰਦ ਕਰਕੇ ਕਿਵੇਂ ਲੱਖਾਂ ਬੰਦੇ ਦੇ ਕੈਮੀਕਲ ਗੈਸ ਛੱਡ ਦਿੰਦਾ ਸੀਗਾ ਔਰ ਮਿੰਟਾਂ ਸਕਿੰਟਾਂ ਦੇ ਵਿੱਚ ਕਿਵੇਂ ਲੱਖਾਂ ਬੰਦੇ ਦੀ ਨਸਲਕੁਸ਼ੀ ਕੀਤੀ ਹੈ ਸਰ ਇੱਕ ਹਾਲ 'ਚ ਬੰਦ ਕਰਤੇ ਬੰਦੇ ਔਰ ਹਾਨੀਕਾਰਕ ਗੈਸ ਛੋੜਤੀ ਔਰ ਮਿੰਟਾਂ ਸੈਕਿੰਡਸ ਦੇ ਵਿੱਚ ਜਿਊਜ਼ ਖਤਮ ਕਰਤੇ ਸਾਰੇ ਉਹਲੇ ਔਰ ਲੱਖਾਂ ਦੀ ਤਾਦਾਦ ਵਿੱਚ ਹੋਇਆ ਇਹਨੂੰ ਹਿਟਲਰ ਬੋਲਦੇ ਨੇ ਠੀਕ ਹੈ ਜੀ ਕਿਉਂ ਸਰ ਕਿਉਂਕਿ ਉਹ ਜਿਊਜ਼ ਦੇ ਸਖਤ ਖਿਲਾਫ ਸੀਗਾ ਉਹਨਾਂ ਦੇ ਐਥਨਿਕ ਇਸ਼ੂਜ਼ ਨੇ ਆਪਸ 'ਚ ਵਿਚਾਰਧਾਰਾ ਥੋੜਾ ਧਾਰਮਿਕ ਐਂਗਲ ਤੋਂ ਸਰ ਠੀਕ ਹੈ ਨਾ ਉਹ ਉਸ ਤਰੀਕੇ ਨਾਲ ਸੋਚ ਰੱਖਦਾ ਸੀਗਾ ਫਾਈਨ ਸੋ ਹਿਟਲਰ ਨੇ ਕਿੰਨੀ ਨਸਲਕੁਸ਼ੀ ਕੀਤੀ ਹੈ ਸਰ ਤਾਂ ਕੈਮੀਕਲ ਵੈਪਨਸ ਬਹੁਤ ਖਤਰਨਾਕ ਚੀਜ਼ ਹੈ ਸਰ ਠੀਕ ਹੈ ਨਾ ਮਿੰਟਾਂ ਸਕਿੰਟਾਂ 'ਚ ਖਤਮ ਕਰ ਦੇਣਾ ਸਰ ਠੀਕ ਹੈ ਹੁਣ ਦੇਖੋ ਇਜ਼ਰਾਈਲ ਔਰ ਅਮਰੀਕਾ ਨੇ ਕਿੰਨਾ ਹਮਲਾ ਕੀਤਾ ਹੈ आंकड़ा आंदा है भी इन्ना 1000 बंदा मार गया 1000 2000 1500 इजराइल के वहां जाके मिसाइल पड़ी बहुत बड़ा धमाका हुआ 3 बंदों की मौत की खबर है तो 2-3 बंदे ने भी इतनी बड़ी रिपोर्टिंग मिल रही होंगी क्योंकि हर जान इतनी कीमती होती है और केमिकल वेपन्स कितने खतरनाक ने कि ਲੱਖਾਂ ਬੰਦੇ ਖਤਮ ਕਰ ਦਿੱਤੇ ਜਾਂਦੇ ਨੇ ਤਾਂ ਉਸ ਨੂੰ ਕੰਟਰੋਲ ਕਰਨ ਲਈ ਜਿਹੜੀ ਸੰਸਥਾ ਬਣੀ ਹੋਈ ਉਹ ਸੰਸਥਾ ਦਾ ਨਾਮ ਕੀ ਹੈ OPCW ਆਰਗੇਨਾਈਜੇਸ਼ਨ ਫॉर ਪ੍ਰੋਹਿਬਿਸ਼ਨ ਰੋਕਥਾਮ ਪ੍ਰੋਹਿਬਿਸ਼ਨ ਕੀ ਹੁੰਦਾ ਹੈ ਮਨਾਹੀ ਸਰ ठीक है सो रासायनिक हथियारां दी मनाही ਲਈ ਸੰਗਠਨ ਹੈ ਆਰਗੇਨਾਈਜੇਸ਼ਨ ਫॉर द ਪ੍ਰੋਹਿਬਿਸ਼ਨ ਆਫ द ਕੈਮੀਕਲ ਵੈਪਨਸ ਕਿਤੇ ਹੈਡਕੁਆਟਰ ਸਰ ਦ ਹੇਗ ਨੀਦਰਲੈਂਡਸ ਵਿੱਚ ਉਸ ਤੋਂ ਬਾਅਦ ਬੈਂਕ ਫॉर द ਇੰਟਰਨੈਸ਼ਨਲ ਸੈਟਲਮੈਂਟਸ ਸਰ ਬੈਂਕ ਫॉर द ਇੰਟਰਨੈਸ਼ਨਲ ਸੈਟਲਮੈਂਟ ਇਹ ਕੀ ਹੈ ਇਹ ਕੀ ਕੰਮ ਕਰਦਾ ਹੈ ਵਰਲਡ ਬੈਂਕ ਤਾਂ ਸਮਝ ਆਉਂਦੀ ਹੈ ਲੋਨ ਨੂੰ ਦਿੰਦਾ ਹੈ ਇਹ ਕੀ ਕਰਦਾ ਹੈ आईएमएफ तो समझ आती है कि यूनाइटेड नेशन की संस्थाएं लोन देती है सर ये क्या करता है अंतरराष्ट्रीय बैंक फॉर द सेटलमेंट सर इसका हेडक्वार्टर हैगा बेसल स्विट्जरलैंड ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਨਾ ਬੇਸਲ ਪੜ ਲਓ ਬੇਸਲ ਅੱਗੇ ਆਏਗਾ ਸਰ ਇਹ ਕੀ ਕਰਦਾ ਹੈ ਜਿੰਨੇ ਸਾਰੇ ਤੁਸੀਂ ਐ ਸਮਝ ਲਓ ਕਿ ਜਿੰਨੇ ਸਾਰੇ ਕੇਂਦਰੀ ਬੈਂਕ ਹੁੰਦੇ ਨੇ ਨਾ ਜਿਵੇਂ ਇੰਡੀਆ ਦਾ ਆਰਬੀਆਈ ਹੋ ਗਿਆ ਫਾਈਨ ਤੇ ਜਿੰਨੇ ਸਾਰੇ ਕੇਂਦਰੀ ਬੈਂਕ ਨੇ ਹਰ ਦੇਸ਼ਾਂ ਦੇ तो ਦੇਸ਼ਾਂ ਨੇ ਇਕੱਠੇ ਮਿਲ ਕੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ ਇਕੱਠੇ ਮਿਲ ਕੇ ਸੰਸਥਾਨ ਬਣਾਇਆ ਹੋਇਆ ਸਰ ठीक है ना की कम करते हैं पॉलिसी डिस्कशन सर की कम करते हैं सर इन्फ्लेशन कंट्रोल मेजर्स ਨੂੰ ਕਿਦਾਂ ਇੰਪਲੀਮੈਂਟ ਕੀਤਾ ਜਾ ਸਕਦਾ ਐਸਾ ਕੁਝ ਕਰਦੇ ਨੇ ਸਰ ਇਕੱਠੇ ਬੈਠਦੇ ਨੇ ਸਰ ਇੱਕ ਸੰਸਥਾਨ ਹੋਣ ਦਾ ਸੰਸਥਾਨ ਹੈ ਸਰ ਇਹ ਕੌਣ ਹੈ ਇਹਦੇ ਵਿੱਚ ਕੋਈ ਸਟੇਟ ਬੈਂਕ ਆਫ ਇੰਡੀਆ ਦਾ ਹਿੱਸੇਦਾਰ ਹੈ ਨੋ ਕੇਂਦਰੀ ਬੈਂਕਾਂ ਦੀ ਸੰਸਥਾ ਹੈ ਸਰ ਕੀ ਹੈ ਕੇਂਦਰੀ ਬੈਂਕਾਂ ਦੀ ਸੰਸਥਾ ਹੈ ਸਰ ਠੀਕ ਹੈ ਬੈਂਕ ਫॉर द ਸੈਂਟਰਲ ਬੈਂਕਸ ਕੇਂਦਰੀ ਬੈਂਕਾਂ ਦਾ ਬੈਂਕ ਸਰ ਕੇਂਦਰੀ ਬੈਂਕਾਂ ਦਾ ਬੈਂਕ ਸਰ ਕੀ ਨਾਮ ਹੈ ਬੈਂਕ ਫॉर ਇੰਟਰਨੈਸ਼ਨਲ ਸੈਟਲਮੈਂਟ ਕਿੱਥੇ ਬੌਸ बेसल स्विट्जरलैंड सर ਕੀ ਚੀਜ਼ ਉਹ BIS ਬੋਲਦੇ ਨੇ ਉਹ ਬਿਊਰੋ ਆਫ ਇੰਟਰਨੈਸ਼ਨਲ ਸਟੈਂਡਰਡਸ ਹੈ ਉਹ ਕੀ ਕੰਮ ਕਰਦੀ ਹੈ ਤੁਸੀਂ ਸੁਣਿਆ ਵੀ ਉਹ
ਜਿਹੜਾ ISO ਮਾਰਕਾ ਮਿਲਦਾ, ਜਿਵੇਂ ਆਪਣੇ ਨਾਭੇ ਕੰਬਾਈਨ ਆਉਂਦੀ ਹੈ ISO ਸਰਟੀਫਾਈਡ ਹੁੰਦੀ ਹੈ ਨਾ, ਉਹਨਾਂ ਨੇ ਕੰਬਾਈਨ ਦੇ ਕੇ ਲਿਖਿਆ ਨਹੀਂ ਹੋਇਆ, ਜਿਵੇਂ ਹਰ ਕੰਬਾਈਨ ਨਾਲ ਲਿਖਿਆ ਹੋਇਆ 901, ਹਰ ਇੱਕ ਨੇ ਆਪਣੇ ਨਾਮ ਨਹੀਂ ਰੱਖੇ ਹੋਏ। ਐਕਚੁਅਲ ਚ ਕੀ ਹੈ, ਬੇਸਿਕਲੀ ਉਹਨਾਂ ਨੇ ਆਪਣਾ ਮਾਡਲ ਤਿਆਰ ਕਰਕੇ ਉਹ ISO ਸਰਟੀਫਾਈਡ ਕਰਾਈ ਹੋਈ ਹੈ। ਹੁਣ ਉਹ ਵਾਲਾ ਮਾਡਲ ਉਹੀ ਤਿਆਰ ਕਰ ਸਕਦੇ ਨੇ, ਦੂਸਰੀ ਫਰਮ ਨੂੰ ਆਪਣਾ ਮਾਡਲ ਤਿਆਰ ਕਰਨਾ ਪੈਣਾ ਸਰ, ਤਾਂ ਹਰ ਇੱਕ ਨੇ ਆਪਣਾ ਨਾਮਕਰਨ ਕੀਤਾ ਹੋਇਆ ਹੈ। ਤਾਂ ISO ਤੁਸੀਂ ਲਿਖਿਆ ਵੀ ਹੋਊਗਾ, ਸ਼ਾਇਦ ਉਹ ਪ੍ਰੀਤ ਵਾਲੇ ਦੇ ਬਾਹਰ ਲਿਖਿਆ ਹੋਊਗਾ ISO 9001:2008, ਇਹਦਾ ਸਰਟੀਫਿਕੇਟ ਲੈਣਾ ਪੈਂਦਾ ਨਾ, ਤਾਂ ISO ਸਰਟੀਫਾਈਡ ਹੁੰਦੇ ਨੇ ਸਰ। ਤੁਸੀਂ ਜਿਹੜਾ ਕੰਪਿਊਟਰ ਸਰਟੀਫਿਕੇਟ ਯੂਜ਼ ਕਰਦੇ ਹੋ, ਜਿਹੜਾ ਉਹ ਕਲੈਰੀਕਲ ਐਗਜ਼ਾਮਸ ਦੇ ਲਈ PSSB ਦੇ ਨੇ, ਉਹ ਵੀ ਤਾਂ ISO ਸਰਟੀਫਾਈਡ ਕੰਪਿਊਟਰ ਇੰਸਟੀਚਿਊਟ ਤੋਂ ਲੈ ਕੇ ਆਉਂਦੇ ਹੋ। ਤਾਂ ISO ਜਿਹੜਾ ਉਹ ਮਿਲਦਾ, ਉਹ ਕੌਣ ਦਿੰਦਾ ਹੈ? ਇੱਕ ਤਾਂ ਹੁੰਦਾ FSSAI, ਜਿਹੜਾ FSSAI ਕੰਟਰੋਲ ਕਰਦਾ, ਸਰਟੀਫਿਕੇਟ ਜਾਰੀ ਕਰਦਾ, ਉਹ ਤਾਂ ਹੋ ਗਿਆ ਫੂਡ ਰੈਗੂਲੇਟਰ ਹੈ ਸਰ, ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਸਰ, ਇਹ ਉਹਦੇ ਲਈ ਹੈ ਸਰ। ਬਾਕੀ ਜੋ ਮਸ਼ੀਨਰੀ ਵਗੈਰਾ ਦੇ ਲਈ ਹੋ ਗਿਆ ਨਾ, ਤੇ ਬਿਊਰੋ ਆਫ ਇੰਡੀਅਨ ਇੰਡਸਟਰੀਅਲ ਸਟੈਂਡਰड्स, मैं पहले इंटरनेशनल बोल गया, शायद इंडस्ट्रियल स्टैंडर्ड्स है, फाइन। तो वो अपना ISO दो मार्के दिंदा है, सर्टिफिकेट दिंदा है, तो वो दिंदा है सर, फाइन। उस बाद इंटरनेशनल एनर्जी एजेंसी सर, इंटरनेशनल एनर्जी एजेंसी सर कितने है? ये पहले हो गया अपना पेरिस फ्रांस ਦੇ ਵਿੱਚ। चलो एनी हाउ, ऊर्जा सुरक्षा ਅਤੇ ਤਾਲਮੇਲ करती है सर, कोऑर्डिनेट्स एनर्जी सिक्योरिटी एंड रिस्पांस। किधर है, दोबारा बोल लो एक बार शाबाश। इंटरनेशनल एनर्जी एजेंसी कितने है? पेरिस फ्रांस सर। सर आर्कटिक काउंसिल कितने है? सर आर्कटिक ਤੁਹਾਨੂੰ ਪਤਾ ਹੀ ਹੈ ਸਰ, ਨੀਚੇ ਅੰਟਾਰਕਟਿਕ ਹੈ, ਅਗਰ ਤੁਸੀਂ ਵਰਲਡ ਮੈਪ ਦੇਖੋ ਉੱਪਰ ਆਰਕਟਿਕ ਹੈ, ਤਾਂ ਨਾਰਵੇ ਵੀ ਉੱਪਰ, ਉੱਥੋਂ ਤੁਸੀਂ ਯਾਦ ਕਰ ਲਓ ਕਿੱਥੇ ਹੈ ਇਹ ਸ਼ਹਿਰ ਦਾ ਨਾਮ ਕੀ ਹੈ? ਟ੍ਰੋਮਸੋ ਨਾਰਵੇ ਸਰ, ਟ੍ਰੋਮਸੋ ਨਾਰਵੇ ਸਰ। ਤਾਂ ਆਰਕਟਿਕ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਤੇ ਚਰਚਾ ਕਰਦੀ ਹੈ ਸਰ, ਠੀਕ ਹੈ ਨਾ। ਤਾਂ ਜਿਹੜੇ ਆਰਕਟਿਕ ਜਿਹੜੇ ਮੁਲਕ ਨੇ, ਉੱਪਰਲੇ ਮੁਲਕ ਨੇ ਸਰ, ਨਾਰਵੇ ਹੋ ਗਿਆ, ਡੈਨਮਾਰਕ ਹੋ ਗਿਆ, ਉਹਨਾਂ ਨੇ ਇਕੱਠੇ ਮਿਲ ਕੇ ਸੰਸਥਾਨ ਬਣਾਇਆ ਹੋਇਆ ਆਰਕਟਿਕ ਕਾਉਂਸਲ ਸਰ, ਠੀਕ ਹੈ ਜੀ। ਹੈਡਕੁਆਟਰ ਕਿੱਥੇ ਹੈ? ਕਿੱਥੇ ਹੈ ਜੀ? ਟ੍ਰੋਮਸੋ ਨਾਰਵੇ ਸਰ। सर इंटरनेशनल ऑर्गेनाइजेशन फॉर माइग्रेशन, इंटरनेशनल ऑर्गेनाइजेशन फॉर माइग्रेशन सर। अंतरराष्ट्रीय प्रवास संगठन सर, अंतरराष्ट्रीय प्रवास संगठन सर, किधर है बॉस है? जनेवा सर। तो यूनाइटेड नेशन की एजेंसी है जो मैनेज कर दी है कि अगर माइग्रेशन वगैरह हो तो सेफली मैनेज हो जाए सर, ठीक है ना। जो सुरक्षित प्रवास लिए UN की एजेंसी है सर। उस तो बाद UN वुमेन सर, तो यूनाइटेड नेशन वुमेन संस्थान है सर, हेडक्वार्टर कितने है? न्यूयॉर्क सर। चिल्ड्रन एमरजेंसी फंड कितने सीगा? न्यूयॉर्क। चिल्ड्रन एमरजेंसी फंड कितने सीगा? न्यूयॉर्क। तो वुमेन का भी उत्थे हो गया, चिल्ड्रन का भी उत्थे हो गया, याद कर लियो न्यूयॉर्क सर, ठीक है जी। जेंडर इक्वालिटी सर, लिंग समानता की संस्था सर। सर यूनाइटेड नेशन सर वर्ल्ड टूरिज्म भी बनाया हुआ है, तुहानू पता ना इटली स्पेन च कितना टूरिज्म है, इटली स्पेन या तुसी फ्रांस पेरिस कह लो सर, ठीक है ना। तो तुसी याद कर लो भी इन्हां चों कोई देश है, की नाम है देश का? स्पेन। राजधानी का की नाम है? मैड्रिड सर। तो प्रमोट्स सस्टेनेबल टूरिज्म, टिकाऊ सैर सपाटे ਨੂੰ ਉਤਸ਼ਾਹਿਤ ਕਰਦੀ ਹੈ। ਸਸਟੇਨੇਬਲ ਮਤਲਬ ਹੁੰਦਾ ਵੀ ਟੂਰਿਜ਼ਮ ਤਾਂ ਕਰੋ ਪਰ ਉਹ ਲੌਂਗ ਟਰਮ ਹੋਵੇ, ਗੰਦ ਪਾ ਕੇ ਨਾ ਆ ਜਾਓ ਉੱਥੇ, ਵੇਖ ਕੇ ਪਲਾਸਟਿਕ ਨਾ ਗਿਰ ਕੇ ਆ ਜਾਓ ਸਰ, ਠੀਕ ਹੈ ਨਾ। ਨਾਲੇ এনवायरमेंट ਵੀ ਮੈਨੇਜ ਹੋਵੇ, ਨਾਲੇ ਟੂਰਿਜ਼ਮ ਵੀ ਹੋਵੇ ਸਰ। ਸਸਟੇਨੇਬਲ ਵਰਡ ਯੂਜ਼ ਕੀਤਾ ਉਹਦੇ ਲਈ ਸਰ ਉਹਨਾਂ ਨੇ, ਠੀਕ ਹੈ ਜੀ। ਵਰਲਡ ਫੂਡ ਪ੍ਰੋਗਰਾਮ, ਵਰਲਡ ਫੂਡ ਪ੍ਰੋਗਰਾਮ ਸਰ, ਇਹ ਪਹਿਲੇ ਵੀ ਗੱਲ ਹੋਈ ਸੀ। ਇੱਕ ਫੂਡ ਆਰਗੇਨਾਈਜੇਸ਼ਨ ਆਈ ਸੀ ਇੰਟਰਨੈਸ਼ਨਲ ਸਰ, ਮੈਂ ਤੁਹਾਨੂੰ ਕੀ ਬੋਲਿਆ ਸੀਗਾ, ਇਹ ਸਾਰੇ ਕਿੱਥੇ ਨੇ? ਇਟਲੀ ਦੇ ਵਿੱਚ, ਰੋਮ ਦੇ ਵਿੱਚ। मेरी गल समझ आएगी ना, ठीक है। जिन्ने फूड वाले सारे कितने चले जाते हैं? इटली। उसको याद कर लियो उस तरीके नाल सर। तो वर्ल्ड्स लार्जेस्ट ह्यूमैनिटेरियन फूड एजेंसी है, दुनिया की सब तो बड़ी मनुखी भोजन एजेंसी सर। ट्रांसपेरेंसी इंटरनेशनल सर, ये भी होगा, क्या नाम है, एक NGO है सर जो कादे आंकड़े जारी करती है। ਆਪਾਂ ਕਿੰਨੇ ਵਾਰ ਕਰੰਟ ਅਫੇਅਰਸ ਕਵਰ ਕੀਤਾ ਨਾ, ਜਿਹੜੇ ਉਹ ਕੀ ਨਾਮ ਹੈ ਕਰਪਸ਼ਨ ਇੰਡੈਕਸ ਆਂਦਾ ਹੈ ਵੀ ਇੰਡੀਆ ਦਾ ਰੈਂਕ ਕਰਪਸ਼ਨ ਇੰਡੈਕਸ ਦੇ ਵਿੱਚ ਇੰਨਾ ਹੈ, ਤਾਂ ਜਿਹੜੇ ਆंकड़े ਜਾਰੀ ਕਰਦਾ ਹੈ ਕਰਪਸ਼ਨ ਦੇ ਆंकड़े ਕੌਣ ਜਾਰੀ ਕਰਦਾ ਹੈ? ट्रांसपेरेंसी इंटरनेशनल सर। ਇਹ ਸੰਸਥਾਨ ਕਿੱਥੇ ਰਜਿਸਟਰ, ਕਿੱਥੇ ਦਾ ਹੈਡਕੁਆਟਰ ਕਿੱਥੇ ਹੈ ਸਰ? ਇਹ ਬਰਲਿਨ ਜਰਮਨੀ ਦੇ ਵਿੱਚ ਸਰ। ਤੇ ਕੀ ਜਾਰੀ ਕਰਦਾ ਸਰ? ਇਹ ਭ੍ਰਿਸ਼ਟਾਚਾਰ ਸੂਚਕਾਂਕ CPI यानी कि प्रकाशित कर दी है, सो पब्लिश द करप्शन परसेप्शन इंडेक्स, ठीक है जी। उस तो बाद सर सानू नेशनल करंट अफेयर्स भी करवा दो जो पंजाब लिए इंपॉर्टेंट ने सर, जरूर करा देंगे, एक दो दिन करवा देंगे, डोंट वरी सर। नेशनल भी पूछ रहे ने, अरे करवाएंगे सर, सभी रैंकिंग्स कवर कर लेना उसमें जो जो भी है, अरे सभी कवर कर लेंगे जो जो भी आंकड़े आते हैं सर, ठीक है ना। उस तो बाद ਇਹਦੀ ਗੱਲ ਕਰਦੇ ਹਾਂ, ਕੀ ਗੱਲ ਕਰਦੇ ਹਾਂ? ਆਫਿਸ ਆਫ ਦਾ ਹਾਈ ਕਮਿਸ਼ਨਰ ਫॉर ਹਿਊਮਨ ਰਾਈਟਸ, ਆਫਿਸ ਆਫ ਦਾ
हाई कमिश्नर फॉर ह्यूमन राइट्स, ऑफिस फॉर द हाई कमिश्नर फॉर ह्यूमन राइट्स किथे है सर ਇਹ ਜਨੇਵਾ। ਸੋ ਜਨੇਵਾ ਚ ਕੋਈ ਹੋਰ ਬਿਲਡਿੰਗ ਹੈਗੀ ਹੈ? ਪੜ ਕੇ ਤਾਂ ਐ ਲੱਗਦਾ ਵੀ ਸਾਰੇ ਉੱਥੇ ਹੀ ਪਹੁੰਚ ਗਏ, ਇਹਨਾਂ ਨੂੰ ਕੋਈ ਜਗ੍ਹਾ ਨਹੀਂ ਲੱਭੀ ਹੋਰ ਉੱਥੇ ਸਰ। एनीहाउ, इंटरनेशनल स्टैंडर्ड और इंटरनेशनल ऑर्गेनाइजेशन फॉर स्टैंडर्ड आईएसओ सर, ठीक है ना। तो मैं बीआईएस इंडिया लेवल ਤੇ ਗੱਲ ਕਰ ਰਿਹਾ ਸੀ, अगर इंटरनेशनल शब्द यूज करोगे तो उस वर्ड यूज करते हैं वैसे मैं बोल रहा हूं आईएसओ मार्क का। तो आईएसओ संस्थान का नाम की है, इंटरनेशनल स्टैंडर्ड ऑर्गेनाइजेशन संस्थान का नाम है सर, ठीक है ना। ये जो संस्थान है इंटरनेशनल लेवल पे कितने रजिस्टर्ड है सर? यार फिर जिनीवा आ गया, जिनीवा नहीं हटदा, ठीक है ना। तो याद कर लो जिनीवा अच्छे खासे है सर। सेट्स इंटरनेशनल कमर्शियल इंडस्ट्रियल स्टैंडर्ड्स, ठीक है जी, अंतरराष्ट्रीय व्यापारक ਅਤੇ ਉਦਯੋਗਿਕ ਮਿਆਰ ਨੂੰ ਤੈਅ ਕਰਦੀ ਹੈ ਸਰ। सर मतलब सर फॉर एग्जांपल एक दो लाइन समझा दो फटाफट सर। मतलब ये है उदाहरण तौर पे मैं प्लग बनाना, मेरी एक्स कंपनी है, कोई वाई कंपनी प्लग बना रही है ना, जेड कंपनी प्लग बना रही है सर। हर एक ने अपना अपना स्टैंडर्ड रखता, किसी का कितना सेंटीमीटर, किसी का कितना सेंटीमीटर। कल ਨੂੰ ਕੋਈ ਬੰਦਾ ਕੋਈ ਲਾਈਟ ਲੈ ਕੇ ਆਏਗਾ, ਉਹਨੇ ਲਗਾਣੀ ਹੈ, ਉਹ ਲੱਗੂਗੀ ਤਾਂ। ਹੁਣ ਤੁਸੀਂ ਕਿ ਜਿਹੜੇ ਮਰਜ਼ੀ ਬ੍ਰਾਂਡ ਦਾ ਲੈ ਕੇ ਆ ਜਾਂਦੇ ਹੋ, ਉਹ ਕਿਹੜੇ ਮਰਜ਼ੀ ਬ੍ਰਾਂਡ ਦੀ ਤੁਸੀਂ ਲਾਈਟ ਲੈ ਕੇ ਆ ਜਾਂਦੇ ਹੋ, ਸਿੱਧਾ ਲਗਾਉਂਦੇ ਹੋ ਤਾਂ ਸੇਮ ਸਟੈਂਡਰਡ ਹੈ ਨਾ ਸਭ ਦਾ ਸਾਈਜ਼ ਦਾ। ਨਹੀਂ ਸਮਝੇ ਮੇਰੀ ਗੱਲ? ਸਮਝ ਆ ਰਹੀ ਕਿ ਨਹੀਂ? ਇਹ ਤੈਅ ਕੌਣ ਕਰਦਾ ਸਰ? ਇਹ ਤੈਅ ਕੌਣ ਕਰਦਾ ਸਰ? ਇਹ ਸੰਸਥਾਨ ਤੈਅ ਕਰਦੇ ਨੇ ਵੀ ਜਿੱਥੇ ਵੀ ਰਹਿਣਾ ਪੂਰੇ ਸੰਸਾਰ 'ਚ ਇੱਕਾ ਰੱਖੋ, ਬ੍ਰਾਂਡ ਕੋਈ ਮਰਜ਼ੀ ਰੱਖੋ। ਤੁਸੀਂ ਪਲਾਸਟਿਕ ਕਿਹੜਾ ਯੂਜ਼ ਕਰਨਾ ਤੁਸੀਂ ਦੇਖੋ ਸਰ, ਪਰ ਉਹ ਕਿੰਨੇ ਸੈਂਟੀਮੀਟਰ ਕੀ ਹੋਊਗਾ, ਕੁਆਲਿਟੀ क्या रहेगी, वो सारा कुछ कौन तय करता है? वो तय करता है सर। ਤੁਸੀਂ ਆਪਣੀ ਕੋਈ ਇਨੋਵੇਸ਼ਨ ਕਰਨੀ ਹੈ करो, हमें कोई दिक्कत नहीं है उस चीज की। मेरी गल समझ आ रही कि नहीं समझ आ रही? इस तरीके ਦੇ ਬਹੁਤ ਸਾਰੇ ਹੁੰਦੇ ਨੇ ਸਰ। ਬਿਜਲੀ ਬੋਰਡ 'ਚ ਬਿਜਲੀ ਦੇ ਖੇਤਰ 'ਚ, ਇਲੈਕਟ੍ਰੀਕਲ ਖੇਤਰ 'ਚ ਬੜੀਆਂ ਸਾਰੀਆਂ ਸਰ ਡਰਿਲ ਮਸ਼ੀਨਸ ਯੂਜ਼ ਹੁੰਦੀਆਂ ਨੇ ਸਰ, ਹਨਾ। ਉਹ ਆ ਕੇ ਸੁਰਾਖ ਮਾਰਦੇ ਨੇ, ਫਿਰ ਵਿੱਚ ਪੇਚ ਕਸਣਾ ਹੁੰਦਾ ਹੈ। ਤਾਂ ਪੇਚ ਦਾ ਸਾਈਜ਼, ਉਹ ਸਾਈਜ਼ ਵੱਖਰੇ ਵੱਖਰੇ ਬ੍ਰਾਂਡ ਦੇ ਹੋ ਸਕਦੇ ਨੇ ਸਰ, ਪਰ ਜਿਹੜਾ ਸੁਰਾਖ ਹੁੰਦਾ ਉਹ ਸੇਮ ਜਾਂਦਾ ਹੈ ਸਰ, ਸਟੈਂਡਰਡ ਸਾਈਜ਼ ਸੇਮ ਹੈ ਸਭ ਦਾ ਸਰ। ਨਹੀਂ ਸਮਝੇ ਸਰ? ਤੁਸੀਂ ਮੇਰੀ ਗੱਲ ਸਮਝ ਆ ਰਹੀ ਕਿ ਨਹੀਂ ਸਮਝ ਆ ਰਹੀ? ਡੂ ਗੈਟ ਦਿਸ ਪੁਆਇੰਟ অর ਨਾਟ ਸਰ? ਹੁਣ ਉਦਾਹਰਨ ਤੌਰ ਤੇ ਮੈਂ ਤੁਹਾਨੂੰ ਕੋਈ ਵੀ ਗੱਲ ਦੱਸਦਾ, ਉਦਾਹਰਨ ਤੌਰ ਤੇ ਮੇਰੀ ਗੱਲ ਧਿਆਨ ਨਾਲ ਸੁਣਨਾ ਸਰ। ਲੀਟਰ ਦੇ ਨਾ ਆਪਣੇ ਆਪਣੇ ਪੈਮਾਨੇ ਨੇ। ਪਾਣੀ ਨੂੰ ਲੀਟਰਾਂ 'ਚ ਮੈਜਰ ਕਰੋਗੇ ਹੋਰ ਵਜ਼ਨ ਆਊਗਾ, ਤੇਲ ਨੂੰ ਮੈਜਰ ਕਰੋਗੇ, ਠੀਕ ਹੈ, ਜਾਂ ਤੁਸੀਂ ਮੰਨ ਕੇ ਚੱਲੋ ਵੀ ਲੀਟਰ ਦੀ ਡੈਫੀਨੇਸ਼ਨ ਵੱਖਰੀ ਵੱਖਰੀ ਹੈ। ਤੁਸੀਂ ਦੇਖ ਲੈਣਾ ਉਹਦੇ ਉੱਪਰ ਕੀ ਲਿਖਿਆ ਹੁੰਦਾ, ਕਿਆ ਨਾਮ ਆਪਣਾ ਜਿਹੜੀ ਆਈਸਕ੍ਰੀਮ ਹੁੰਦੀ ਹੈ। ਵੈਸੇ ਨਾਰਮਲੀ ਆਪਾਂ ਕੀ ਕਹਿੰਦੇ ਆ ਵੀ 1 ਲੀਟਰ ਦੇ ਵਿੱਚ 1 ਕਿਲੋਗ੍ਰਾਮ 'ਚ ਕਿੰਨੇ ਲੀਟਰ ਹੈ? ਕੋਈ 850 ਬੋਲਦਾ, ਕੋਈ 900 ਬੋਲਦਾ, ਪਰ ਡਿਪੈਂਡ ਕਰਦਾ ਤੁਸੀਂ ਕਿਹਦੀ ਗੱਲ ਕਰ ਰਹੇ ਹੋ। ਜੇ ਹੁਣ ਆਈਸਕ੍ਰੀਮ ਦੇ ਤੁਸੀਂ ਬ੍ਰਿਕ ਪਿੱਛੇ ਦੇਖ ਲਿਓ ਸਰ, ਹਾਂ ਉੱਥੇ ਲਿਖਿਆ ਹੁੰਦਾ ਸਮਥਿੰਗ, ਮੈਨੂੰ ਮੂੰਹ 'ਚ ਪਾਣੀ ਆ ਰਿਹਾ, ਉਹਦੇ ਮੈਨੂੰ ਲੱਗਦਾ ਉਹਦੇ ਵਿੱਚ ਲਿਖਿਆ ਹੁੰਦਾ ਸਮਥਿੰਗ 0.45 ਜਾਂ 0.5 kg, ਸਮਥਿੰਗ 0.9 ਲੀਟਰ, ਲਗਭਗ ਦੁੱਗਣਾ ਸਰ। ਜਦ ਕਿ ਦੁੱਗਣਾ ਨਹੀਂ ਹੁੰਦਾ ਸਰ, ਉਹ ਲੀਟਰ 0.4 ਸਮਥਿੰਗ, ਉਹ ਕਹਿੰਦਾ 0.9 ਸਮਥਿੰਗ, ਹਾਫ ਦਾ ਫਰਕ ਥੋੜੀ ਹੁੰਦਾ। ਜਿਹੜਾ ਪਾਣੀ ਜਾਂ ਘਿਓ ਕਹਿੰਦੇ ਦੇਸੀ ਘਿਓ ਦੇ ਡੱਬੇ ਆਉਂਦੇ ਨੇ, ਉਹ ਤਾਂ 850 ਗ੍ਰਾਮ ਦਾ ਵੈਸੇ ਮੰਨਦੇ ਨੇ ਉਸਨੂੰ, 1 ਲੀਟਰ ਬੋਲਦੇ ਨੇ। ਫਰਕ ਤਾਂ ਸਰ 10-15% ਹੈ ਨਾ, ਤਾਂ ਡਬਲ ਦਾ ਫਰਕ ਥੋੜੀ ਆ ਗਿਆ ਸਰ। ਤਾਂ ਆਈਸਕ੍ਰੀਮ ਨੂੰ ਮੈਜਰ ਕਰਨ ਦਾ ਪੈਮਾਨਾ ਹੋਰ ਹੈ, ਲਿਕੁਇਡ ਨੂੰ ਮੈਜਰ ਕਰਨ ਦਾ ਪੈਮਾਨਾ ਹੋਰ ਹੁੰਦਾ ਹੈ। ਤੇ ਸਾਰਿਆਂ ਦੇਸ਼ ਵਿੱਚ ਸੇਮ ਪੈਮਾਨਾ ਰਵੇ ਔਰ ਸੇਮ ਵਜ਼ਨ ਆਵੇ, ਉਹ ਸਾਰਾ ਨਿਰਧਾਰਿਤ ਕੌਣ ਕਰਦਾ ਹੈ? ਆਈਐਸਓ ਸਰ। ਨਹੀਂ ਸਮਝੇ? ਠੀਕ ਹੈ ਨਾ। ਮੇਰਾ 1 ਕਿਲੋ ਤੁਹਾਡੇ ਵਾਲੇ ਦੇਸ਼ ਦੇ ਕਿਲੋ ਨਾਲ ਬਰਾਬਰ ਹੋਣਾ ਚਾਹੀਦਾ। ਮੇਰਾ ਇੱਕ ਇੰਟਰਨੈਸ਼ਨਲ ਪਿਨ ਨਹੀਂ ਆਉਂਦਾ, ਜਿਹੜੇ ਬੱਚੇ ਬਾਹਰ ਜਾਂਦੇ ਨੇ ਉਹ ਪਲੱਗ ਲੈ ਲੈਂਦੇ ਨੇ, ਉੱਥੋਂ ਲੱਗਦਾ ਨਹੀਂਗਾ। ਉਹ ਤੁਸੀਂ ਮੇਰੀ ਗੱਲ ਸਮਝ ਗਏ ਨਾ, ਉਹ ਸਾਰੇ ਕਿੱਥੇ ਲੱਗ ਜਾਂਦਾ ਹੈ ਨਾ, ਉਹ ਜਿਹੜੇ ਬਾਹਰਲੇ ਦੇਸ਼ਾਂ 'ਚ ਉਹੀ ਚੱਲਦਾ ਸਰ। ਥੋੜਾ ਬਹੁਤ ਫਰਕ ਰਹਿੰਦਾ ਜਿਵੇਂ ਉੱਥੇ ਉਹ ਯੂਜ਼ ਕਰਦੇ ਹੋਣਗੇ, ਪਰ ਉਹ ਸਟੈਂਡਰਡ ਸੇਮ ਰੱਖਦੇ ਨੇ। ਸਾਡਾ ਲਈ 1 ਕਿਲੋ ਤੁਹਾਡੇ ਲਈ 1 ਕਿਲੋ ਬਰਾਬਰ ਵੀ ਤਾਂ ਹੋਣਾ ਚਾਹੀਦਾ ਨਾ। ਮੇਰੀ ਵੇਇੰਗ ਮਸ਼ੀਨ ਦਾ 1 ਕਿਲੋ ਤੁਹਾਡੀ ਵੇਇੰਗ ਮਸ਼ੀਨ ਦਾ 1 ਕਿਲੋ ਬਰਾਬਰ ਹੋਣਾ ਚਾਹੀਦਾ। ਹੁਣ ਇਸ 1 ਕਿਲੋ 'ਚ ਕਿੰਨਾ ਵੋਲਿਊਮ ਆਏਗਾ ਉਹ ਕੌਣ डिसाइड करेगा सर? फाइन। तो कुल मिला के किसी भी तरीके का, चाहे वो टेक्निकल है, मैकेनिकल है, ठीक है, तो सारे मेयार कौन करता है सर? किमें का डिटेल समझा दो सर, इतना शायद डिटेल से नहीं समझा पाऊंगा, कोई होर उस फील्ड एक्सपर्ट रहेगा वो समझाएगा सर। ਅਸੀਂ ਜਨਰਲ ਸਟੱਡੀਜ਼ ਪੜ੍ਹਾਉਂਦੇ ਹਾਂ, ਸਾਨੂੰ ਮੋਟਾ-ਮੋਟਾ ਜਨਰਲ ਹੀ ਸਭ ਪਤਾ ਹੁੰਦਾ, ਵੀ ਫਰਕ ਹੈ ਉਸ ਚੀਜ਼ ਦਾ ਸਰ। ਠੀਕ ਹੈ ਨਾ। ਹੁਣ ਕੱਲੀ ਚੀਜ਼ ਬੋਲਣਾ ਬੜਾ ਔਖਾ ਉਸ ਚੀਜ਼ ਤੇ ਡੀਪ ਚ ਜਾ ਕੇ ਸਰ। एनीहाउ ਅੱਗੇ ਮੂਵ ਕਰਦੇ ਹਾਂ ਸਰ। ਕਾਰਨ ਕੀ ਹੈ ਸਾਡੇ ਨਾ, ਅਸੀਂ ਜਨਰਲ ਸਟੱਡੀਜ਼ ਟੀਚ ਕਰਦੇ ਹਾਂ, ਸਾਨੂੰ ਹਿਸਟਰੀ ਵੀ ਟੀਚ ਕਰਨੀ ਹੈ, ਸਾਨੂੰ ਜੀਓਗ੍ਰਾਫੀ ਵੀ ਟੀਚ ਕਰਨੀ ਹੈ, ठीक है, साने पॉलिटिकल साइंस भी टीच करना है, साने करंट अफेयर्स भी टीच करना है सर। तो हर टॉपिक ते बेहतरीन कमांड नहीं रहती सर, हर टॉपिक ते बेहतरीन कमांड नहीं होंदी सर। साने एग्जाम परस्पेक्टिव ते पढ़ाना होंदा है सर। वी आर नॉट हिस्टोरियंस। सर हिस्टोरियन ਨੂੰ ਜ਼ਿਆਦਾ ਪਕੜ ਹੋਏਗੀ ਹਿਸਟਰੀ ਉੱਪਰ ਸਰ।
जियोलॉजिस्ट ਨੂੰ ਜ਼ਿਆਦਾ ਪਕੜ ਹੋਏਗੀ, ਪਰ ਪੇਪਰ ਦਾ ਪੈਟਰਨ ਜਨਰਲ ਸਟੱਡੀਜ਼ ਹੈ, ਜਨਰਲ ਪਤਾ ਹੋਣਾ ਚਾਹੀਦਾ ਹੈ ਸਰ। ਆਹੀ ਤਾਂ ਦਿੱਕਤ ਹੈ ਸਰ। ਬੜੇ ਸਾਰੇ ਲੋਕ ਕਿਸੇ ਸਟਰੀਮ ਚ ਆਉਂਦੇ ਨੇ, ਪਿੱਛੇ ਨਾਨ ਮੈਡੀਕਲ ਚ ਆ ਗਏ, ਉਹਨਾਂ ਦਾ ਸਾਇੰਸ ਸਟਰੋਂਗ ਹੋ ਸਕਦਾ ਹੈ, ਪਰ ਐਗਜ਼ਾਮ ਨਿਕਲਦਾ ਨਹੀਂ ਉਹਨਾਂ ਦਾ ਗਵਰਨਮੈਂਟ ਦਾ ਸਰ। ਇੱਕੋ ਸਬਜੈਕਟ ਸਟਰੋਂਗ ਹੈ, ਇੱਕੋ ਨਾਲ ਨਹੀਂ ਗੱਲ ਬਣਨੀ। ਅਸੀਂ ਕਮਰਸ ਬੈਕਗ੍ਰਾਉਂਡ ਹੈ, ਸਾਡੀ ਇਕਨੋਮੀ ਸਟਰੋਂਗ ਹੈ, ਸਾਡਾ ਅਕਾਊਂਟ ਸਟਰੋਂਗ ਹੈ, ਸਾਡਾ ਟੈਕਸ ਸਟਰੋਂਗ ਹੈ ਸਾਡਾ ਸਰ, ਉਸ ਲਈ ਅਸੀਂ ਮਾਰ ਖਾਂਦੇ ਸਰ। ਠੀਕ ਹੈ ਨਾ, ਪਰ ਸਾਨੂੰ ਉੱਪਰੋਂ ਜਾਣਕਾਰੀ ਹਿਸਟਰੀ ਜੀਓਗ੍ਰਾਫੀ ਦੀ ਸਾਰਿਆਂ ਵਿਸ਼ਿਆਂ ਤੇ ਹੁੰਦੀ ਹੈ, ਜਿਸ ਕਾਰਨ ਕੰਪੀਟੀਟਿਵ ਐਗਜ਼ਾਮ ਹਿੱਟ ਹੁੰਦਾ ਸਰ, ਬੈਕ ਹੁੰਦਾ। ਸਭ ਤੁਸੀਂ ਸਮਝੋ ਫੀਲਿੰਗ ਕੀ ਹੈ। ਉਹ ਵਰਡ ਯੂਜ਼ ਕਰਦੇ ਨੇ ਜਨਰਲ ਸਟੱਡੀਜ਼, ਕਹਿੰਦੇ यूपीएससी ਪੇਪਰ ਹੁੰਦਾ ਜਨਰਲ ਸਟੱਡੀ 1 2 3 4। ਕੋਈ ਹੁਣ ਇੰਡੀਅਨ ਪੋਲਿਟੀ ਦੀ ਕੋਈ ਕਿਤਾਬ ਪੜ੍ਹ ਕੇ ਕੋਈ ਪੋਲੀਟੀਕਲ ਸਾਇੰਟਿਸਟ ਥੋੜੀ ਬਣ ਜਾਂਦਾ ਹੈ, ਕਿਸੇ ਬੰਦੇ ਨੇ ਪੋਲੀਟੀਕਲ ਸਾਇੰਸ ਦੀ ਪੀਐਚਡੀ ਵੀ ਕੀਤੀ ਹੋਊਗੀ, ਤਾਂ ਹੀ ਤਾਂ ਫਿਰ ਇੱਕ ਸਬਜੈਕਟ ਨੂੰ ਆਪਸ਼ਨ ਚ ਲੈਣਾ ਪੈਂਦਾ ਸਰ, ਜਿਹਦੀ ਉਹ ਡੈਪਥ ਸਟੱਡੀ ਆ ਸਕੇ ਸਰ। ਫਾਈਨ, ਤਾਂ ਮੋਟਾ ਕੁਝ ਚੀਜ਼ਾਂ ਪਤਾ ਹੁੰਦੇ ਨੂੰ ਦੱਸ ਦਿੰਦੇ ਆ ਵੀ ਇਹਦਾ ਇਹ ਸਿਸਟਮ ਹੈ ਨਾ। ਸੋ ਨਹੀਂ ਹੋ ਖੈਰ, ਗੱਲ ਕੇ मूव करते हैं कि एपेक्स सर, नाम की है एशियन पैसिफिक इकोनॉमिक कोऑपरेशन सर। साडा सिर्फ और फकत मकसद क्या होता है, फोकस क्या होता है, जो पेपर चाहना है सर, पेपर कितना पूछा है, पेपर हिट होना चाहिए बस कुल मिला के सर। क्यूंसटाउन सिंगापुर सर, क्यूंसटाउन सिंगापुर सर, सर सिंगापुर भी आ गया, हुन पढ़िया है 82 नंबर ते आ गई, 82 नंबर ते आ गई, सिंगापुर भी आ गया, इकलौता ही आया हुन तक तो सिंगापुर बोल रहे सर। ਵੀਨਾ ਚੱਲ ਰਿਹਾ ਸੀ, ਹੇਗ ਚੱਲ ਰਿਹਾ ਸੀ, ਇਟਲੀ ਚੱਲ ਰਿਹਾ ਸੀ, ਪੈਰਿਸ ਚੱਲ ਰਿਹਾ ਸੀ, ਨਿਊਯਾਰਕ ਚੱਲ ਰਿਹਾ ਸੀਗਾ, ਐਂਡ ਜਿਨੀਵਾ। ਠੀਕ ਹੈ ਨਾ, ਹੁਣ ਟਕਰਿਆ ਆ ਕੇ ਕਿਹੜਾ ਇਹ ਏਸ਼ੀਆ ਪੈਸੀਫਿਕ। ਅੱਛਾ ਸਰ, ਏਸ਼ੀਆ ਪੈਸੀਫਿਕ ਵਾਲਿਆਂ ਨੇ ਮਿਲ ਕੇ ਬਣਾਈ ਹੋਈ ਹੈ ਸਰ। ਪੈਸੀਫਿਕ ਮਤਲਬ ਪੈਸੀਫਿਕ ਓਸ਼ਨ ਵਾਲੇ ਮੁਲਕ, ਓਸ਼ੀਅਨਿਕ ਮੁਲਕ। ਠੀਕ ਹੈ ਜੀ। ਸੋ ਪੈਸੀਫਿਕ ਓਸ਼ਨ ਚ ਕਿਹੜੇ ਮੁਲਕ ਨੇ ਸਰ? ਜਾਪਾਨ ਕਿੱਥੇ ਹੈ, ਆਸਟ੍ਰੇਲੀਆ ਕਿੱਥੇ ਹੈ, ਨਿਊਜ਼ੀਲੈਂਡ ਕਿੱਥੇ ਹੈ, ਇਹ ਸਾਰੇ ਕਿਹੜੇ ਓਸ਼ਨ ਚ ਨੇ? ਮੇਰੀ ਗੱਲ ਸਮਝ ਗਏ ਨਾ। ਉਸ ਤੋਂ ਬਾਅਦ So Indian Ocean for the Rim Association sir, Indian Ocean Rim Association sir। ठीक है जी, तो कितने हैं? मॉरिशियस। शहर का नाम की है एबेन। क्या नाम है? एबेन सर। तो हिंद महासागर के देशों का खेतरी मंच सर। सर डिटेल्स दस दो ਕਿਹੜੇ ਮੈਂਬਰ ਨੇ ਸਰ, ਅਲੱਗ-ਅਲੱਗ ਕਲਾਸਿਸ ਲਵਾਂਗੇ, ਸਭ ਦੀ ਅਲੱਗ-ਅਲੱਗ ਲੈ ਲਾਂਗੇ ਸਰ। ਠੀਕ ਹੈ ਨਾ, ਐਵੇਂ ਲੈਣ ਦਾ ਕੋਈ ਫਾਇਦਾ ਨਹੀਂ, ਜੋ ਐਗਜ਼ਾਮ ओरिएंटेड ਹੋਊਗਾ ਸਿਰਫ ਉਹਦੀ ਲਵਾਂਗੇ। ਐ ਤਾਂ ਲੈ ਲੂ ਦੁਨੀਆ ਦੇ ਵਿਕੀਪੀਡੀਆ ਪੇਜ ਭਰੇ ਹੋਏ ਨੇ ਸਰ, ਐ ਪੜਨ ਨੂੰ ਸਭ ਕੁਝ ਨਹੀਂ ਪੜਨਾ ਹੁੰਦਾ ਸਰ। ਕੀ ਨਹੀਂ ਪੜਨਾ ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਸਰ। ਹਰ ਚੀਜ਼ ਨਹੀਂ ਪੜਨ ਵਾਲੀ ਹੁੰਦੀ, ਅਸੀਂ ਸਿਰਫ ਤਾਂ ਕਰਾ ਰਹੇ ਹਾਂ, ਇੰਟਰਨੈਸ਼ਨਲ ਹੈਡਕੁਆਟਰਸ ਪੇਪਰ ਪੁੱਛਦੇ ਨੇ ਔਰ ਦਬ ਕੇ ਪੁੱਛਦੇ ਨੇ, ਸਿਰਫ ਤਾਂ ਹੀ ਕਰ ਰਹੇ ਨਹੀਂ, ਸਾਨੂੰ ਕੋਈ ਸ਼ੌਂਕ ਨਹੀਂ ਛੱਡਿਆ ਐਸਾ ਕਿਸੇ ਨੂੰ ਕਰਨ ਦਾ ਸਰ। ਐਂ ਤੇ ਕੱਲੀ ਚੀਜ਼ ਵਿਕੀਪੀਡੀਆ ਪੇਜ ਕਲਿੱਕ ਕਰੋਗੇ, ਕੱਲੀ ਚੀਜ਼ ਦੇ ਉੱਪਰ ਪਤਾ ਨਹੀਂ ਕਿੰਨੇ वर्ड्स ने जो ब्लू शो रखे ने, उससे खोलोगे उससे फिर विकीपीडिया पेज खुलेगा, ये तो खत्म ही नहीं होना कभी जिंदगी च, नेवर एंडिंग प्रोसेस है। ਕੀ ਨਹੀਂ ਪੜਨਾ ਅੱਜ ਦੇ ਜ਼ਮਾਨੇ ਜਿੱਥੇ ਇੰਨਾ ਸਾਰਾ ਕੰਟੈਂਟ ਅਵੇਲੇਬਲ ਹੈ, ਇਹ ਪਤਾ ਹੋਣਾ ਚਾਹੀਦਾ ਹੈ। ਉਹਨਾਂ ਪੜਨਾ ਜੋ ਸਿਮਰਿਆ ਜਾ ਸਕੇ ਸਰ। ਐਗਜ਼ਾਮ ਸਿਲੇਬਸ ਨੂੰ ਮੱਦੇ ਨਜ਼ਰ ਰੱਖ ਕੇ ਪੜਨਾ ਹੈ। ਕੰਟੈਂਟ ਕਿੱਥੋਂ ਮਰਜ਼ੀ ਮਿਲ ਸਕਦਾ ਹੈ, ਆਇਦ ਦਾ ਕੁਆਲਿਟੀ ਕੰਟੈਂਟ ਕਿੱਥੋਂ ਮਿਲਦਾ ਹੈ। ਦੂਜਾ ਪੁਆਇੰਟ, ਕਿਵੇਂ ਤਿਆਰੀ ਕਰਨੀ ਹੈ, ਇਹ ਤੁਹਾਨੂੰ PYQs ਐਕਸਪੀਰੀਅੰਸ ਦੇਣਗੇ। ਮੈਂ ਇਸ ਲਈ ਕਈ ਕਲਾਸਿਸ ਤੁਹਾਡੀਆਂ PSSB ਇੰਸਪੈਕਟਰ ਦਾ ਕੁਐਸਚਨ ਲਗਾ ਕੇ ਉੱਪਰ ਫਿਰ ਕੰਟੀਨਿਊ ਕੀਤਾ ਸਰ, ਤਾਂ ਕਿ ਤੁਹਾਨੂੰ ਸਮਝ ਆਵੇ ਵੀ ਮੈਂ ਕਿਉਂ ਕਰਾ ਰਿਹਾ ਟੌਪਿਕ ਸਰ। ਸੇਮ ਤਾਂ ਅਗਲੇ ਨੇ ਪੁੱਛਣਾ ਨਹੀਂ ਸਰ, ਇਹਦੇ ਤਾਂ ਮੈਂ ਕਿੰਨੇ ਦਿਨ ਕੁਐਸਚਨ ਦਿਖਾ ਸਕਦਾ ਸਰ ਪੁਰਾਣੇ ਪਾਸ ਸੀਰੀਜ਼ ਵਿੱਚ, ਜੋ ਹੈਡਕੁਆਟਰ ਪੁੱਛ ਰਹੇ ਨੇ ਵਾਰੀ-ਵਾਰ ਸਰ, ਉਹ ਪੁੱਛੀ ਜਾ ਰਹੇ ਨੇ ਸਰ ਹੈਡਕੁਆਟਰ ਤੇ ਇਕੱਠੇ ਹੀ ਹੈਗੇ ਨੇ ਸਰ। ਨਾਰਮਲੀ ਬੁੱਕਸ ਵਿੱਚ 50-60 ਸੰਸਥਾਨ ਲੈਂਦੇ ਨੇ, 70 ਸੰਸਥਾਨ ਨੇ, 80 ਸੰਸਥਾਨ ਨੇ, ਮੈਂ ਮੈਕਸਿਮਮ ਜਿੰਨੇ ਹੋ ਸਕੇ ਸਾਰੇ ਲਗਾਤੇ ਸਰ। ਮੈਂ ਕਿਹਾ ਚੱਲ ਕਿੰਨੀ ਦਾ ਸਭ ਹੀ ਮਾਰ ਲਾਂਗੇ ਸਰ, ਕੋਈ ਰਹਿ ਨਾ ਜਾਵੇ ਕੋਈ ਛੋਟਾ ਮੋਟਾ ਸਰ, सारी कवर हो जाए सर। ठीक है ना, लगने में 10 मिनट लगने सारे सर। ठीक है ना, सो एक को सुन के पढ़ लियो सर, बहुत जल्दी हो जाएंगे सर। IUCN सर, IUCN सर, सर शहर का नाम की है ग्लैंड, बॉडी पार्ट है ग्लैंड सर। सो इंटरनेशनल यूनियन फॉर कंजर्वेशन ऑफ नेचर सर। सर क्यों इदा हस के बोले ताकि तुहानू याद रहे सर। सर क्यों सर, मैं तो पहले भी कई बार पढ़िया है, तुसी पढ़ो पहली बार इन्हों। कुदरती संभाल ਲਈ अंतरराष्ट्रीय संगठन सर, किनू मैनेज कर रहा है? नेचर ਨੂੰ, N ਤੇ नेचर, C ਤੇ कंजर्वेशन सर, U ਤੇ यूनियन, I ਤੇ इंटरनेशनल सर। कुदरत ਨੂੰ ਸੰਭਾਲਣ ਲਈ ਕਿੱਥੇ ਨੇ? स्विट्जरलैंड, स्विट्जरलैंड पर जनीवा नहीं। कुदरती संभो संभाल ਲਈ ਕਿੱਥੇ बैठे ने? ਇਹ इंग्लैंड ਵਿੱਚ बैठे ने सर। फाइन, उस बाद अफेयर आ गया एयर ट्रांसपोर्ट वाला, फिर कितना आ गया है मॉन्ट्रियल सर। ਹੁਣ ਤਾਂ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਸਰ। ਦੁਨੀਆ ਦੀ 에ਅਰਲਾਈਨਾਂ ਦੀ ਵਪਾਰਕ ਸੰਘ, ਸਾਰੀਆਂ ਜਿਹੜੀਆਂ ਇੰਟਰਨੈਸ਼ਨਲ 에ਅਰਲਾਈਨਸ ਨੇ ਉਹਨਾਂ ਨੇ ਇਕੱਠੇ ਮਿਲ ਕੇ ਸੰਸਥਾਨ ਬਣਾਇਆ ਹੋਇਆ ਹੈ। ਜ਼ਾਹਿਰ ਜੀ ਗੱਲ ਹੈ, ਜਿਵੇਂ 에ਅਰ ਇੰਡੀਆ ਹੋ ਗਿਆ, ਇੰਡੀਗੋ ਹੋ ਗਿਆ, ਹਨਾ, ਕਤਰ 에ਅਰਵੇਜ਼ ਹੋ ਗਿਆ,
ठीक है, तो उन्होंने साहब ने इकट्ठे मिलके अंतरराष्ट्रीय संस्थान बनाया होगा। नशे और जहाज उत्थे हो गया, मैं नीचे एंड लिखे हुए हैं, मैं कंक्लूड किया होया इस टॉपिक तो नीचे कि मोटा मोटा याद कर लो ये सारे इतने ने सर। ठीक है, मैंने वो भी दान लगाया हुआ है सर। अगर पीडीएफ मिल जाए ना मजा ही आ जाए सर, करवा देंगे प्रोवाइड। ठीक है सर, पिछली वाली एक तो शेयर करते हैं, दो तीन ये भी कर देंगे सर शेयर। ठीक है, थोड़ा मैसेज आया उसे कल मैं कर दूंगा। एक्चुअली मैंने रात देखे है, आई थिंक लेट नाइट देखे 12 बजे। सो एनी हाउ सर, फीफा का सुनिया है, तो बड़ा इंपॉर्टेंट है सर। शायद तुम ये नहीं सुनिया होगा हेडक्वार्टर कितने है। फीफा सुनिया होगा फुटबॉल वाला, हेडक्वार्टर कितने है, ज्यूरिच। कितने है, ज्यूरिच सर। तो इंटरनेशनल ऑर्गेनाइजेशन है किसी ये फुटबॉल दी सर। सर आईसीसी भी उससे बहुत सुनिया होगा, इंटरनेशनल क्रिकेट काउंसिल। ये कितने जा बसे, ये कितने जा बसे, दुबई सर। ओहो फुटबॉल वाले ज्यूरिच स्विट्जरलैंड ਦੇ ਵਿੱਚ। ठीक है जी, उस वर्ल्ड गवर्निंग बॉडी फॉर द क्रिकेट सर। तो क्रिकेट ਦੀ विश्व संचालन संस्था सर। एल्को सर, सर एल्को मतलब सर लीगल कंसल्टेशन सर, लीगल कंसल्टेटिव सर किदी एशिया अफ्रीका दी सर। तो एशिया अफ्रीकन लीगल कंसल्टेटिव ऑर्गेनाइजेशन किधर है, ਉਹ ਤੇਰੀ ਆ ਕਿੱਥੋਂ ਆ ਗਏ। ਐਕਚੁਅਲ ਚ ਕੀ ਹੈ, ਤੁਸੀਂ ਇਹਨੂੰ ਕਹਿ ਲਓ ਵੀ ਇਹ ਏਸ਼ੀਆ ਅਫਰੀਕਾ ਲੈਵਲ ਤੇ ਹੈ। ਠੀਕ ਹੈ, ਇਸ ਲਈ ਆ ਗਏ, ਉਹ ਇੰਟਰਨੈਸ਼ਨਲ ਵੱਲੋਂ ਲੈਵਲ ਨਹੀਂ ਹੈ। ਇਸ ਲਈ ਮੈਂ ਉੱਥੇ ਵਰਡ ਲਿਖੇ ਗੁਰੂਗ੍ਰਾਮ ਜਿਹੜਾ ਮੈਂ ਪਹਿਲੇ ਕਰਾਇਆ ਸੀ ਸੋਲਰ ਲਾਈਨ ਵਾਲਾ ਵੀ, ਅਗਰ ਇੰਟਰਨੈਸ਼ਨਲ ਪਰਸਪੈਕਟਿਵ ਨੂੰ ਦੇਖੀਏ ਤਾਂ ਇਟ ਇਜ਼ ਵਨ ਆਫ ਦ ਲਾਰਜੈਸਟ, ਅਗਰ ਕੋਈ ਸੰਗਠਨ ਦੇ ਸਾਹਮਣੇ ਦੇਖੀਏ ਤਾਂ ਇਟ ਇਜ਼ ਓਨਲੀ इंटरनेशनल सोलर लाइंस। पर ये भी हैगा, ठीक है, उत्थे मैंने वर्ड ओनली पाता। अगर इंटरनेशनल पर्सपेक्टिव देखिए सर, दो तो बाद नेशनल मुल्क ने इंटरनेशनल होया, बट नॉट एट दैट लेवल सर, बट नॉट एट दैट लेवल सर। जितने यूनाइटेड नेशन तक नहीं पहुंचते ना, उन्होंने उतना बड़ा नहीं मन्या जाता जब तक यूनाइटेड नेशन के प्लेटफॉर्म पे कोई मता पास ना हो, कोई मतलब हेडक्वार्टर ना हो सर। ठीक है ना, फिर एशियन अफ्रीकन लेवल के लिए इस करके सर। न्यू दिल्ली इंडिया सर, न्यू दिल्ली इंडिया सर। यूरोपियन सेंट्रल बैंक, ओहो सर ये कौन है सर, ये यूरो ਨੂੰ ਮੈਨੇਜ ਕਰਦਾ ਹੈ। ਕੀ ਕਰਦਾ ਹੈ, यूरो ਨੂੰ ਮੈਨੇਜ ਕਰਦਾ ਸਰ। ਕਿੱਧਰ ਹੋਇਆ ਸਰ ਇਹ, ਸਰ ਜਰਮਨ ਦਾ ਸ਼ਹਿਰ ਹੈ ਫ੍ਰੈਂਕਫਰਟ। ਜਰਮਨ ਦਾ ਸ਼ਹਿਰ ਹੈ ਫ੍ਰੈਂਕਫਰਟ ਸਰ, ਫ੍ਰੈਂਕਫਰਟ ਇਨ ਜਰਮਨੀ ਸਰ। यूरोपियन सेंट्रल बैंक सर। सर गल्फ कोऑपरेशन काउंसिल सर, इन्होंने गल्फ वाले ने भी इकट्ठे मिलकर संस्थान बनाया हुआ है। यस बनाया हुआ है सर। गल्फ किथे होया सर, ਸਾਊਦੀ ਅਰੇਬੀਆ ਚ। ਕਿੱਧਰ ਹੋਇਆ ਸਰ, ਰਿਆਦ ਦੇ ਵਿੱਚ ਹੋਇਆ। ਤਾਂ ਖਾੜੀ ਦੇ ਅਰਬ ਦੇਸ਼ਾਂ ਦਾ ਰਾਜਨੀਤਿਕ ਤੇ ਆਰਥਿਕ ਸੰਘ, ਤਾਂ ਇਹ ਰਾਜਨੀਤਿਕ ਅਤੇ ਆਰਥਿਕ ਸੰਘ ਹੈ ਸਰ। ਕਿਹਨਾਂ ਦਾ, ਖਾੜੀ ਮੁਲਕਾਂ ਦਾ ਸਰ। ਸਰ ਨਾਰਡਿਕ ਕਾਉਂਸਿਲ ਸਰ, ਨਾਰਡਿਕ ਕਾਉਂਸਿਲ ਕੀ ਹੈ ਸਰ। ਸਰ ਨਾਰਡਿਕ ਕਾਉਂਸਿਲ ਦਾ ਹੈਡਕੁਆਟਰ ਕਿੱਥੇ ਹੈ, ਜਿਹੜੇ ਨਾਰਡਿਕ ਸਟੇਟਸ ਨੇ। ਨਾਰਡਿਕ ਸਟੇਟਸ ਕਿਹੜੀਆਂ ਨੇ, अपना क्या नाम है, डेनमार्क हो गया है ना, ਉਹਦੇ ਨਾਲ अपना नॉर्वे हो गया। ठीक है, ਉਹ वाले सारे मुल्क सर। ठीक है ना, ਜਿਹਨੂੰ ਬੋਲਦੇ ਨੇ ਸਕੈਂਜੇਵਿਨ ਕੰਟਰੀਜ਼। ਸਕੈਂਜਨ ਵੀਜ਼ਾ ਨੇ ਸੁਣਿਆ, ਸਕੈਂਜਨ ਵੀਜ਼ਾ ਲੱਗਦਾ ਸਕੈਂਜੇਵਿਨ ਕੰਟਰੀਜ਼। ਫਾਈਨ, ਜਿਹੜੇ ਸਕੈਂਜੇਵਿਨ ਸੀਜ਼ ਵਾਲੇ ਦੁਆਲੇ ਲੱਗੇ ਹੋਏ ਨੇ ਸਾਰੇ। ਸੋ ਸਰ ਜੀਓਗ੍ਰਾਫੀ ਦਾ ਮੈਪ ਖੋਲ ਕੇ ਦਿਖਾਓ ਸਰ, ਹੁਣ ਨਹੀਂ ਦਿਖਾ ਸਕਦਾ ਹਜੇ ਨਹੀਂ। ਠੀਕ ਹੈ, ਹਰ ਚੀਜ਼ ਆਪਣੇ ਆਪ ਅਲੱਗ-ਅਲੱਗ ਸਰ। ਉਸ ਤੋਂ ਬਾਅਦ ਸੋ ਇੰਟਰ ਪਾਰਲੀਮੈਂਟਰੀ ਕੋਆਪਰੇਸ਼ਨ ਫॉर द नॉर्डिक स्टेट्स, नॉर्डिक देशों की संसदीय सहयोग मंच सर। की नाम है, नॉर्डिक काउंसिल। किधर है, कोपेनहेगन डेनमार्क सर। कोपेनहेगन की है राजधानी डेनमार्क है। कोपेनहेगन डेनमार्क इज फेमस फॉर द डेयरी इंडस्ट्री सर। दूध, बड़े सारे बिस्किट्स अच्छे ब्रांड आते हैं, दूध तो बनते हैं, दे आर वर्ल्ड वाइड फेमस। तो देखियो कंपनी सारे कोपेनहेगन च ने सर। तो अच्छा खासा ये पैसा कमाते हैं सिर्फ दूध तो सर, पूरे संसार चों। एंड डेनमार्क इज फेमस फॉर द डेयरी इंडस्ट्री सर। डेनमार्क जो डेयरी इंडस्ट्री जाना है, डू यू नो दिस सर। तो सुने एक नहीं, मैंने 2-3 बिस्किट के ब्रांड ट्राई किए ने। आई हैव सीन द पीछे पैकेज लेबल ते दोस कंपनीज वर रजिस्टर्ड इन दोस दैट कोपेनहेगन डेनमार्क सर। अच्छा ब्रांड ਸੀਗਾ, बड़ा अच्छा टेस्टी बिस्किट ਸੀਗਾ। मैं पता नहीं किहड़े ब्रांड ਦਾ, मैं पीछे घुमा के देखा, मैं कोपेनहेगन के डेनमार्क। तो ਤੁਸੀਂ ਕਦੇ ਵੀ ਰਿਸਰਚ ਕਰੋਗੇ ਤਾਂ ਕੋਪਨहेगन इज नोन फॉर द डेयरी इंडस्ट्री सर। एनी हाउ आगे मूव करते हैं। तो ਆਪਾਂ ਗੱਲ ਕਰ ਰਹੇ ਸੀ नॉर्डिक काउंसिल। नॉर्डिक काउंसिल किथे होया, कोपेनहेगन सर। सर आके लिखता, ओहो ये एक्चुअली एमएस वर्ड से टाइप करते उन्होंने अपने आप ही कुछ हो गया। ठीक है, ये आइवरी कोस्ट है, ये फ्रेंच से लिखा गया। वो जितो वो लिया होएगा लिखन लगे उतो इतने लिखा गया आइवरी कोस्ट सर। आइवरी कोस्ट सर, आइवरी कोस्ट सर दिखाओ ना किथे है सर। मैं नाम लगाया ਸੀਗਾ वैसे, हाँ आ ਸੀਗਾ।
अच्छा सर ये तो हुआ है, ये तो अफ्रीकन कॉन्टिनेंट है, फिर होर आइवरी कोस्ट किथे है? हाँ सीगा फाइन। मैं ਕਿਹੜੇ ਸੰਸਥਾਨ ਦੀ ਗੱਲ ਕਰ ਰਿਹਾ, ਮੈਂ ਕਿਹੜੇ ਸੰਸਥਾਨ ਦੀ ਗੱਲ ਕਰ ਰਿਹਾ ਸਰ, ਮੈਂ ਕਿਹੜੇ ਸੰਸਥਾਨ ਦੀ ਗੱਲ ਕਰ ਰਿਹਾ, ਅਫਰੀਕਨ ਦੇ ਕਿਸੇ ਸੰਸਥਾਨ ਦੀ ਗੱਲ ਕਰ ਰਿਹਾ ਨਾ, ਤਾਂ ਅਫਰੀਕਨ ਦੇ ਕਿਸੇ ਸੰਸਥਾਨ ਦੀ ਗੱਲ ਕਰ ਰਹੇ ਹਾਂ ਤਾਂ ਉਹਦਾ ਹੈੱਡਕੁਆਟਰ ਮੋਸਟ ਪ੍ਰੋਬਬਲੀ ਕਿੱਥੇ ਹੋਊਗਾ, ਅਫਰੀਕਾ ਚ ਹੋਊਗਾ। ਤਾਂ ਆਈਵਰੀ ਕੋਸਟ ਨਾਮ ਪੜ ਕੇ ਆਇਆ ਨਾ, ਕੋਈ लैटिन अमेरिकन मुल्क है, नहीं है, केड़ा मुल्क है अफ्रीकन, केड़ा मुल्क है अफ्रीकन मुल्क है सर। संस्थान का नाम की अफ्रीकन डेवलपमेंट बैंक सर, की नाम है अफ्रीकन डेवलपमेंट बैंक सर। तो अफ्रीका ਵਿੱਚ ਸਮਾਜਿਕ ਆਰਥਿਕ ਤੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ, ਅਫਰੀਕਾ ਵਿੱਚ ਸਮਾਜਿਕ ਆਰਥਿਕ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਸਰ। ਸਰ ਠੀਕ ਹੈ ਜੀ। ਸਰ ਐਂ ਦੱਸੋ ਜਿਹੜਾ ਲੈਟਿਨ ਅਮਰੀਕਾ ਦੇ ਫੰਡਿੰਗ ਦੇ ਲਈ ਬਣਾਇਆ ਹੋਇਆ ਸੰਸਥਾ ਉਸਦਾ ਨਾਮ ਕੀ ਹੈ ਸਰ? ਉਸਦਾ ਨਾਮ ਹੈ ਇੰਟਰ ਅਮਰੀਕਨ ਆਪਸੀ ਇੰਟਰ ਅਮਰੀਕਨ ਵਿਕਾਸ ਬੈਂਕ ਡਿਵੈਲਪਮੈਂਟ बैंक सर आईडीबी सर। हेडक्वार्टर किथे होया सर? तो सर डेवलपमेंट फंडिंग करते हैं लैटिन अमेरिका दी, हेडक्वार्टर किथे है? वाशिंगटन डीसी सर। इंटरनेशनल मॉनेटरी फंड भी उत्थे है सर, वर्ल्ड बैंक भी उत्थे है। एक होर आ गया बैंक लैटिन अमेरिकन मुल्कां नूं हेल्प करने जिहड़ा बैंक है सर, जिन्हों बोलते हैं इंटर अमेरिकन डेवलपमेंट बैंक, ये भी किथे होया? वाशिंगटन डीसी च होया सर। मेरी गल समझ आ रही कि नहीं समझ आ रही? उस तो बाद जी इस्लामिक डेवलपमेंट बैंक, ये क्या होया सर? जो इस्लामिक विचारधारा ना, उसके नक्शे कदम ते चलते ने। जिवें तुसीं सुनिया होऊगा ना भी इस्लाम धर्म दे विच ब्याज नूं अच्छा नहीं मन्निया जांदा ते एक दूजे उपर ब्याज नहीं लगांदे सर। इस मतलब कि मॉरल से चलदा है बैंक सर, ठीक है जी, इस सोच उपर आधारित है सर। तो बेसिकली द हैडक्वार्टर हैगा जदा सऊदी अरेबिया दे विच ते शरिया अनुसार काम करन वाला वित्तीय बैंक सर। ਜਿਹੜਾ ਸ਼ਰੀਆ ਲਾਅ ਹੈਗਾ, ਠੀਕ ਹੈ ਜੀ, ਤਾਂ ਸ਼ਰੀਆ ਦੇ ਅਨੁਸਾਰ ਕੰਮ ਕਰਨ ਵਾਲਾ ਵਿੱਤੀ ਬੈਂਕ ਸਰ। ਕੀ ਨਾਮ ਹੈ? ਇਸਲਾਮਿਕ ਡਿਵੈਲਪਮੈਂਟ ਬੈਂਕ ਸਰ। ਹੈਡਕੁਆਟਰ ਕਿੱਥੇ ਹੈ? ਜਿਦਾ ਸਾਊਦੀ ਅਰੇਬੀਆ ਸਰ। ਸਰ ਯੂਨਾਈਟਿਡ ਨੇਸ਼ਨ ਯੂਨੀਵਰਸਿਟੀ ਸਰ, ਯੂਨੀਵਰਸਿਟੀ ਵੀ ਹੈਗੀ ਇਹਨਾਂ ਦੀ, ਉਸ ਤਾਂ ਪਹਿਲੀ ਵਾਰ ਸੁਣਿਆ ਸਰ, ਕੋਈ ਦਿੱਕਤ ਨਹੀਂ ਸਰ। ਕਿੱਧਰ ਹੈ ਜੀ ਯੂਨੀਵਰਸਿਟੀ ਸਰ? 90 ਸੌਰੀ ਟੋਕੀਓ ਜਾਪਾਨ, टोक्यो जापान। The academic research arm of the UN, the UN is the United Nation ਦਾ academic ਅਤੇ research ਯਾਨੀ ਕਿ ਖੋਜ ਅੰਗ ਸਰ। ਕਿੱਧਰ ਹੈ ਸਰ ਇਹ? ਟੋਕੀਓ ਜਾਪਾਨ ਸਰ। ਮਸੀਂ ਆਇਆ ਕੋਈ ਟੋਕੀਓ, ਹੁਣ ਤੱਕ ਟੱਕਰਿਆ ਨਹੀਂ ਸੀਗਾ। ਤੇ ਜਿਹੜਾ ਕੋਈ ਟਾਵਾ ਟੱਲਾ ਆ ਜਾਏ ਨਾ ਇਕਲੌਤਾ ਆ ਜਾਏ ਤਾਂ ਵੈਸੇ ਯਾਦ ਹੋ ਜਾਂਦਾ ਸਰ, ਉਹ ਤਾਂ ਵੈਸੇ ਯਾਦ ਹੋ ਜਾਂਦਾ ਸਰ। UNIDIR United Nation Institute Disarmament Research, United Nations Institute for the Disarmament Research किधर है सर? डिसआर्मामेंट किहदी डिसआर्मामेंट करानी है सर? ਇਹ ਜਿਹੜਾ ईरान ਨੂੰ ਕਹਿਣ ਲੱਗੇ ਨੇ ਵੀ ਤੂੰ ਆਪਣਾ ਨਿਊਕਲੀਅਰ ਛੋੜ ਨੂੰ ਡਿਸਆਰਮ ਕਰਨਾ ਬੋਲਦੇ ਨੇ ਸਰ। ਹਥਿਆਰ ਤਿਆਗੋ, ਹਥਿਆਰ ਕਿਹੜਾ? ਬੜੇ ਵਾਲਾ, ਠੀਕ ਹੈ। ਡਿਸਆਰਮ ਦਾ ਮਤਲਬ ਕੀ ਹੁੰਦਾ ਹੈ? ਮਤਲਬ ਉਹਨਾਂ ਤੋਂ ਪੰਜਾਬੀ ਚ ਕੀ ਬੋਲਦੇ ਨੂੰ? ਨਿਹੱਥੇ ਕਰਨ ਸਰ, ਨਿਹੱਤਾ ਕਰਨ ਸਰ। फाइन, तो डिसआर्मामेंट एजेंसी सर, ठीक है जी। किधर है सर ये? जनेवा। किधर है बॉस ये? जनेवा सर। सर एक ही है सर। सर UNRWA, तो RWA ਦਾ ਮਤਲਬ ਕੀ ਹੋਇਆ? R ਤੇ ਰਿਲੀਫ ਸਰ, ਠੀਕ ਹੈ ਜੀ। ਕੀ ਹੈ ਸੀ? ਇਹ ਵਰਲਡ ਵਾਈਡ ਏਜੰਸੀ ਹੈ ਕਾਦੀ? ਰਿਲੀਫ ਦੀ। ਕਿਹਨੂੰ ਰਿਲੀਫ ਦਿੰਦੀ ਹੈ ਸਰ ਇਹ? ਪੈਲੇਸਟਾਈਨ ਰੈਫਿਊਜੀਜ਼ ਨੂੰ ਸਰ। ਹੈਡਕੁਆਟਰ ਕਿੱਥੇ ਹੈ ਸਰ ਇਸਦਾ? ਜਾਰਡਨ, ਜਾਰਡਨ ਦਾ ਸ਼ਹਿਰ ਅਮਾਨ, ਜਾਰਡਨ ਦਾ ਸ਼ਹਿਰ अमान सर। सर वर्ल्ड कस्टम सर, कस्टम वाले ने भी अपना संस्थान बनाया हुआ है, यस बनाया हुआ है बॉस। किधर है सर ये? सर ब्रसल्स भी काफी बार आ गया, यस। सो कस्टम संबंधी सलाहकार संस्था सर। सर CERN सर। सर सर्न पढ़ सकते हैं वैसे, फ्रेंच कुछ वर्ड यूज करते हैं, सर्न पढ़ना पढ़ लो इंग्लिश ਦੇ ਵਿੱਚ सर। अगर विकीपीडिया पेज देखोगे कुछ फ्रेंच वर्ड यूज करते हैं, पूरी टोन है उनकी सर, ठीक है। सो सर तुझे देख के आंदे पहले? अरे हाँ, हम रिसर्च करके आते हैं पूरी अच्छी खासी, हमने नोट्स बनाने होते हैं तो फ्रॉम डिफरेंट वेबसाइट्स वी डू अ लॉट ऑफ रिसर्च, ठीक है ना, ताकि सही कंटेंट प्रोवाइड कराया जा सके, ठीक है ना, जो पेपर ओरिएंटेड है सिर्फ, ठीक है। सो यूरोपियन ऑर्गेनाइजेशन फॉर द न्यूक्लियर रिसर्च, आजकल टीचिंग हो थोड़ी है अभी तुसी 15 साल पहले पढ़े हो जाके टीच कर दोगे, यू हैव टू बी वेरी अपडेटेड सर। सो यूरोपियन ऑर्गेनाइजेशन फॉर द न्यूक्लियर रिसर्च, तो न्यूक्लियर रिसर्च करने ਲਈ ਵੀ ਕਿੱਧਰ ਹੈ ਸਰ? ਇਹ ਜਨੇਵਾ ਦੇ ਵਿੱਚ। ਕਿੱਧਰ ਹੈ ਇਹ? ਜਨੇਵਾ ਦੇ ਵਿੱਚ। ਉਹ ਪਹਿਲੇ ਡਿਸਆਰਮਾਮੈਂਟ ਕਰ ਰਹੇ ਸੀਗੇ, ਉਹ ਵੀ ਕਿੱਥੇ ਸੀਗਾ? ਜਨੇਵਾ ਦੇ ਵਿੱਚ ਸਰ। ਨਿਊਕਲੀਅਰ ਰਿਸਰਚ ਵੀ ਕਿੱਥੇ ਹੈ?
ਨਿਊਕਲੀਅਰ ਦੀ ਰਿਸਰਚ ਵੀ ਖੁਦ ਕਰੀ ਜਾਂਦੇ ਨੇ, ਨਿਊਕਲੀਅਰ ਨੂੰ ਡਿਸਆਰਮ ਵੀ ਖੁਦ ਕਰਾਈ ਜਾਂਦੇ ਨੇ। ਕੌਣ ਹੈ ਇਹ? ਜਨੀਵਾ। ਕੌਣ ਹੈ ਇਹ? ਜਨੀਵਾ ਸਰ। ਇੰਟਰਨੈਸ਼ਨਲ ਸੀ ਬੈਡ ਅਥਾਰਟੀ ਸਰ। ਸਰ ਸੀ ਬੈਡ ਅਥਾਰਟੀ ਇਹਦਾ ਮਤਲਬ ਸੀ ਬੈਡ ਸਮਝਦੇ ਹੋ? ਸਮੁੰਦਰੀ ਦੀ ਸਭ ਤੋਂ ਨਿਚਲੀ ਸਤਹ ਹੈ ਨਾ, ਡੀਪ ਸੀ ਸਰ, ਡੀਪ ਸੀ ਸਰ। ਸਰ ਇਹ ਕੀ ਕਰਦਾ ਹੈ ਸਰ? ਜਿਹੜੀਆਂ ਡੂੰਘੇ ਸਮੁੰਦਰੀ ਮਾਈਨਿੰਗ ਗਤੀਵਿਧੀਆਂ ਨੂੰ ਨਿਯੰਤਰਿਤ ਕਰਦਾ ਹੈ। ਜਿਹੜੀਆਂ ਡੀਪ ਸੀ ਮਾਈਨਿੰਗ ਐਕਟੀਵਿਟੀਜ਼ ਹੁੰਦੇ ਨੇ, ਉਸ ਨੂੰ ਕੰਟਰੋਲ ਕੌਣ ਕਰਦਾ ਹੈ? ਇੰਟਰਨੈਸ਼ਨਲ ਸੀ ਬੈਡ ਅਥਾਰਟੀ ਸਰ। ਸਰ ਕਿੱਧਰ ਹੈ ਸਰ ਇਹ? ਸਰ ਜਮਾਇਕਾ। ਸਰ ਜਮਾਇਕਾ ਕਿੱਥੇ ਹੋਇਆ ਸਰ? ਲੈਟਿਨ ਅमेरिकन ਮੁਲਕ ਸਮਝ ਗਏ ਸਰ? ਮੈਪ 'ਚ ਦਿਖਾ ਦਿਓ ਸਰ। ਲਗਾਇਆ ਹੋਇਆ ਮੈਪ? ਹਾਂ ਲਗਾਇਆ ਸੀਗਾ ਸਰ। ਸਰ ਇਹ ਨਾਰਥ ਅमेरिका ਦਾ ਮੈਪ ਦਿਖ ਰਿਹਾ? क्या ਤੁਹਾਨੂੰ ਕਿੰਗਸਟਨ ਦਿਖ ਰਿਹਾ ਸਰ? ਫਾਈਨ। क्या ਤੁਹਾਨੂੰ ਕਿੰਗਸਟਨ ਦਿਖ ਰਿਹਾ ਸਰ ਉਰੇ? ਸਰ ਦਿਖ ਰਿਹਾ ਜੀ, ਬਿਲਕੁਲ ਦਿਖ ਰਿਹਾ। ਸਰ ਕੱਲਾ ਜਮਾਇਕਾ ਦਾ ਦਿਖਾਓ ਮੈਪ, ਕੱਲਾ ਇਹਨੂੰ ਵੱਡਾ ਕਰਕੇ ਦਿਖਾਓ। ਲਓ ਸਰ, ਵੱਡਾ ਕਰਕੇ ਦੇਖ ਲਓ ਸਰ। ਦਿਖ ਗਿਆ ਸਰ ਕਿੰਗਸਟਨ ਸਰ? ठीक है जी। क्या ਤੁਹਾਨੂੰ ਕਿੰਗਸਟਨ ਦਿਖ ਗਿਆ ਸਰ? ਸਰ ਹਾਂਜੀ ਦਿਖ ਗਿਆ ਜੀ। ਉਹ ਤੂੰ ਤਾਂ ਨੀਚੇ ਹੈ। ਫਾਈਨ, ਓਕੇ ਹੋ ਗਿਆ ਸਰ। ਜਿਹੜੇ ਕੁਝ ਥੋੜੇ ਜਿਹੇ ਹਟਵੇਂ ਜੇ ਹੋ ਜਾਂਦੇ, ਕੋਸ਼ਿਸ਼ ਕਰਦਾ ਕਿ ਨਾਲ ਲਗਾ ਦੇਣਾ ਤਾਂ ਕਿ ਤੁਹਾਨੂੰ ਥੋੜਾ ਜਿਹਾ ਦੇਖ ਕੇ ਜ਼ਿਆਦਾ ਹੋ ਜਾਏ ਸਰ, ਕਿਉਂਕਿ ਜਿਵੇਂ ਬਾਰੀ-ਬਾਰ ਆ ਰਿਹਾ ਸੀ ਤਾਂ ਨਾਲ ਲਗਾਤਾ ਸਰ। ਠੀਕ ਹੈ ਨਾ। ਹੁਣ ਜਮਾਇਕਾ ਥੋੜਾ ਜਿਹਾ ਹਟਵਾ ਜਾਏਗਾ ਤਾਂ ਨਾਲ ਲਗਾਤਾ, ਆਈਵਰੀ ਕੋਸਟ ਹੈਗਾ ਉੱਥੋਂ ਲਗਾਤਾ ਸਰ। ਠੀਕ ਹੈ ਨਾ। ਹੁਣ ਜਿਵੇਂ ਪੈਰਿਸ ਹੋ ਗਿਆ, ਉਹ ਮੈਂ ਲਗਾਇਆ ਨਹੀਂ, ਉਹ ਵਾਸ਼ਿੰਗਟਨ ਡੀਸੀ ਦਾ ਨਹੀਂ ਲਗਾਇਆ ਨਾ, ਇਦਾਂ ਨਹੀਂ ਲਗਾਇਆ। ਠੀਕ ਹੈ। ਉਹ ਤੁਸੀਂ ਆਪਣਾ ਕੀ ਨਾਮ ਆਪਣਾ ਜਿਹੜਾ ਮੈਪ ਹੈ ਉਹ ਆਪਣੇ ਸਟੱਡੀ ਰੂਮ 'ਚ ਲਗਾ ਕੇ ਰੱਖੋ ਸਰ। ਵਰਲਡ ਮੈਪ ਪਲੀਜ਼ ਆਪਣੇ ਸਟੱਡੀ ਰੂਮ 'ਚ ਲਗਾ ਕੇ ਰੱਖੋ। ਯੂ ਮਸਟ ਨੋ ਅਮਰੀਕਾ ਕਿੱਥੇ, ਤੁਹਾਨੂੰ ਬੇਸਿਕ ਮੁਲਕ ਸਾਰੇ ਪਤਾ ਹੋਣੇ ਚਾਹੀਦੇ ਨੇ ਮੌਜੂਦ ਨੇ ਸਰ। 3 ਮੈਪ ਹੈ, ਇੱਕ ਵਰਲਡ ਦਾ, ਇੱਕ ਇੰਡੀਆ ਦਾ, ਇੱਕ ਪੰਜਾਬ ਦਾ। ਤਿੰਨੋਂ ਮੈਪ ਤੁਹਾਡੇ ਕਮਰੇ ਦੇ ਵਿੱਚ ਰੂਮ 'ਚ ਲੱਗੇ ਹੋਣੇ ਚਾਹੀਦੇ ਨੇ ਸਰ। ਲੰਘਦੇ ਵੜਦੇ ਨਿਗਾਹ ਰੱਖਣੀ ਹੈ, ਲੰਘਦੇ ਵੜ ਕੇ ਧਿਆਨ ਰੱਖਣਾ ਸਤਲੁਜ ਕਿੱਥੋਂ ਕਿੱਥੋਂ ਲੰਘ ਰਹੀ ਹੈ ਸਰ। ਧਿਆਨ ਰੱਖਣਾ ਰਾਵੀ ਕਿੱਥੋਂ ਕਿੱਥੋਂ ਆ ਰਹੀ ਹੈ ਸਰ, ਬਿਆਸ ਕਿੱਥੋਂ ਕਿੱਥੋਂ ਜਾ ਰਹੀ ਹੈ ਸਰ। ਚੀਜ਼ਾਂ ਦੇਖ ਦੇਖ ਕੇ ਯਾਦ ਜ਼ਿਆਦਾ ਹੀ ਹੁੰਦੀਆਂ ਨੇ। ਆਪਣੀ ਹੈਬਿਟ ਕੀ ਹੁੰਦੀ, ਪੜਨ ਬੈਠਦੇ ਆਪਾਂ ਓਪਨ ਕਰ ਲੈਂਦੇ ਕੁਆਂਟ, ਆਪਾਂ ਓਪਨ ਕਰ ਲੈਂਦੇ ਕੁਝ ਸਟੈਟਿਕ ਜੀ, ਆਪਾਂ ਓਪਨ ਕਰ ਲੈਂਦੇ ਹਿਸਟਰੀ, ਪੋਲ ਸਾਇੰਸ, ਰੀਜ਼ਨਿੰਗ ਸਰ। ਤਾਂ ਮੈਪ ਇੱਕ ਐਸੀ ਚੀਜ਼ ਜੋ ਹਮੇਸ਼ਾ ਰਹਿ ਜਾਂਦੀ ਹੈ ਸਰ। ਉਹਨੂੰ ਕੋਈ ਸਪੈਸ਼ਲ ਥੋੜੀ ਓਪਨ ਕਰਦਾ ਸਰ, ਕੋਈ ਵਿਰਲਾ ਹੀ ਹੋਏਗਾ ਸਰ। ਤਾਂ ਤੁਸੀਂ ਉਹਨੂੰ ਉੱਥੇ ਲਗਾ ਦਿਓ, ਲੰਘਦੇ ਵੜਦੇ ਯਾਦ ਕਰ ਲਿਆ ਕਰੋ ਸਰ। ਉਂਝ ਯਾਦ ਹੋ ਜਾਣਾ ਸਰ, ਨਿਗਾਹ ਮਾਰਦੇ ਹੋਏ ਸਰ। ਉਹ ਵੈਸੇ ਵੀ ਇੱਕ ਵਾਰ ਦੇਖਣ ਦੀ ਯਾਦ ਨਹੀਂ ਹੋਣੀ ਚੀਜ਼ਾਂ ਸਰ, ਬਾਰੀ-ਬਾਰ ਦੇਖਣ ਦੀ ਯਾਦ ਹੋਣਗੀਆਂ ਚੀਜ਼ਾਂ ਸਰ। ਠੀਕ ਹੈ ਨਾ। ਬੰਦਾ ਆਪਣੇ ਰੂਮ 'ਚ ਬੈਠਾ ਕੋਈ ਆਦਤ ਵਗੈਰਾ ਪੀ ਰਿਹਾ ਹੈ, ਅਗਲਾ ਕਹਿੰਦਾ ਮੋਬਾਈਲ ਸਾਈਡ ਤੇ ਰੱਖ, ਇਹਨੂੰ ਦੇਖ ਲਈ ਚੰਗੀ ਤਰ੍ਹਾਂ ਵਰਲਡ ਮੈਪ ਨੂੰ। ਐਂਡ ਵੈਸੇ ਵੀ ਇੰਟਰਸਟਿੰਗ ਟੌਪਿਕ ਹੈ ਸਰ, ਐਂਡ ਮਜ਼ਾ ਆਉਂਦਾ ਦੇਖ ਕੇ ਸਰ। ਮਾइंड अच्छा एक्टिव हो जाता था ना भी, हाँ यार अच्छा इधर है, ये इधर है। वैसे इंटरेस्टिंग टॉपिक है सर। मेरी गल समझ आ रही कि नहीं सर? नहीं सर, कोई ना क्लास लगा लांगे, कोई यूट्यूब पे वीडियो देख लांगे। अरे प्लीज थोड़ा आप भी थोड़ा एफर्ट करें करो ना, इतना क्यों कर दियो? चीजें ज्यादा अच्छी याद रहनी सर। फाइन। उस बाद आगे मूव करते हैं सर। इंचियोन, साउथ कोरिया सर। ठीक है जी। केड़ा संस्थान है? ग्रीन क्लाइमेट फंड। इसे पहली बार आया साउथ कोरिया, हुण तक तो पढ़िया नहीं, हज तक एक भी नहीं पहुंचा उत्थे। अब पहुंच गया सर। की नाम है? ग्रीन क्लाइमेट फंड सर। तो हेल्पिंग डेवलपिंग कंट्रीज, जो डेवलपिंग कंट्रीज है विद क्लाइमेट चेंज ਨਾਲ ਜੋ ਜੂਝ ਰਹੇ ਨੇ ਉਹਨਾਂ ਨੂੰ ਹੈਲਪ ਕਰਦਾ ਹੈ ਸਰ। ਤਾਂ ਜਲਵਾਯੂ ਤਬਦੀਲੀ ਵਿਰੁੱਧ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕਰਦਾ ਹੈ ਸਰ। ਸਰ ਸਰਕਾਰ ਦੀ ਨੌਕਰੀ ਛੱਡੋ, ਐਸੀ ਕਿ ਯੂਨਾਈਟਿਡ ਨੇਸ਼ਨ ਦੀ ਏਜੰਸੀ 'ਚ ਕਿਤੇ ਨੌਕਰੀ ਮਿਲ ਜਾਏ, ਵਧੀਆ ਨਜ਼ਾਰੇ ਲਵਾਂਗੇ, ਜਨੀਵਾ ਰਵਾਂਗੇ ਕਿ ਨਹੀਂ, ਹਨਾ ਸਰ? ਕਿੱਦਾਂ ਮਿਲਦੀ ਹੈ? ਐਨੀ ਹਾਓ आगे मूव करिए सर। इंटरनेशनल हाइड्रोग्राफिक ऑर्गेनाइजेशन सर, किधर है सर ये? मोनाको सर। तो मोनाको लगाया सर मैंने शायद, हाँ लगाया ये ना बहुत छोटा जो है ना, सेकंड लार्जेस्ट स्टेट कह लो, देश कह लो मोनाको। मोनाको अपने आप शहर है, अपने आप च पूरा देश है सर। मोनाको बहुत छोटा सा सर। कितने है सर ये? तुम देख रहे हो यूरोप का लाया हुआ मैंने सर। ठीक है जी, फाइन सर। कितों लिया सर? विकीपीडिया तो सर, सेम लगाता ना, चलो देखने के लिए तो याद रह जाए सर। ठीक है जी। मोनाको, मोनाको तो बहुत फेमस है अमीरी के लिए सर। मोनाको बहुत फेमस है अमीरी के लिए सर। फाइन, आगे मूव करिए सर। एक होर सीगा सब तो स्मॉलेस्ट वेटिकन सिटी। की नाम सीगा? वेटिकन सिटी, स्मॉलेस्ट कंट्री और द सिटी इन द वर्ल्ड। एक कोई शहर अपने आप च देश है। ठीक है। सो उस कह सकते हो कि स्मॉलेस्ट। सेकंड स्मॉलेस्ट मोनाको ਨੂੰ ਬੋਲਦੇ ਨੇ ਸਰ। सेकंड स्मॉलेस्ट मोनाको ਨੂੰ ਬੋਲਦੇ ਨੇ। ਸਰਵੇਸ ਵਰਲਡਸ ਨੈਵੀਗੇਬਲ ਵਾਟਰਸ, ਦੁਨੀਆ ਦੇ ਜਲ ਮਾਰਗਾਂ ਦਾ ਸਰਵੇਖਣ ਕਰਦਾ ਹੈ ਸਰ। ਇੰਨੀਆਂ ਚੀਜ਼ਾਂ ਨਾ ਪੜ ਕੇ ਅਸੀਂ ਬੋਰ ਹੋ ਜਾਂਦੇ ਆ। ਬੇਟਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪੇਪਰ ਨਾ ਬੋਰਿੰਗ ਕੰਟੈਂਟ ਨਾਲ ਹੀ ਨਿਕਲਦਾ। ਬੱਚਾ ਇਹ ਸਮਝਦਾ ਪਤਾ ਨਹੀਂ ਹਰ ਚੀਜ਼ ਨਾ ਇੰਟਰਸਟਿੰਗ ਹੀ ਹੁੰਦੀ ਹੈ, ਪਤਾ ਨਹੀਂ ਕੋਈ ਨਾਚ ਗਾਣੇ ਨਾਲ ਕੋਈ ਕਰਾਊਗਾ। ਹੁਣ ਮੈਂ ਨਾਚ ਗਾਣੇ ਨਾਲ ਕਿਵੇਂ ਕਰਾ ਸਕਦਾ ਇਹਨੂੰ? ਜੋ ਹੈਗਾ ਸੋ ਹੈਗਾ, ਮੈਂ ਕੀ ਕਰ ਸਕਦਾ?
ਤੁਹਾਨੂੰ ਪੇਪਰ ਕਲੀਅਰ ਕਰਨੀ एशियन हिस्ट्री भी पढ़नी है यार, medieval हिस्ट्री भी पढ़नी है सर। बच्चे ना यूट्यूब ਦੇ ਨਾਲ ਅੱਗੇ ਬੈਠ ਕੇ ਦੇਖਦੇ ਨਹੀਂ ਭਾਈ, ਅਗਲੇ ਦੀ ਮਰਜ਼ੀ, ਨਹੀਂ ਦੇਖਣਾ ਤਾਂ ਅਗਲੇ ਨੇ, ਠੀਕ ਹੈ ਨਾ। ਪਰ ਮੈਂ ਇਹ ਗੱਲ ਕਲੀਅਰਲੀ ਕਹਿ ਦਿੰਦਾ ਵੀ ਭਾਈ ਪੇਪਰ ਕਲੀਅਰ ਕਰਨ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਬੋਰਿੰਗ ਹੁੰਦੀਆਂ ਨੇ। ਬੋਰਿੰਗ ਕੁਝ ਨਹੀਂ ਹੈ, ਐਸਾ ਕੁਝ ਤੁਹਾਡੇ ਪੇਸ਼ੈਂਸ ਦੀ ਕਮੀ ਹੈ। ਜਿਹੜਾ ਸੋਸ਼ਲ ਮੀਡੀਆ ਨਾ, ਉਹ ਤੁਹਾਨੂੰ ਐ ਚਾਹੀਦਾ ਵੀ 4 ਸੈਕਿੰਡ ਕੁਝ ਨਾ ਕੁਝ ਬਸ ਹੋ ਜਾਏ, ਗੱਲ ਸ਼ੁਰੂ ਕਨਕਲੂਡ ਹੋ ਜਾਏ। ਸਰ ਇਦਾਂ ਨਹੀਂ ਹੋ ਸਕਦਾ ਇਸ ਵਿੱਚ, ਰੀਲ ਤੇ ਰੀਲ 'ਚ ਫਰਕ ਹੁੰਦਾ ਸਰ। ਤੁਹਾਨੂੰ ਲੱਗਦਾ ਵੀ ਕੁਝ ਸੈਕਿੰਡ ਦੇ ਵਿੱਚ ਟੌਪਿਕ ਸ਼ੁਰੂ ਵੀ ਹੋ ਜਾਏ, ਕਨਕਲੂਡ ਵੀ ਹੋ ਜਾਏ, ਸਰ ਇਦਾਂ ਨਹੀਂ ਹੋ ਸਕਦਾ, ਠੀਕ ਹੈ ਨਾ। ਕੋਈ ਵੀ ਚੀਜ਼ ਜੋ ਔਖੇ ਨਾਲ ਸਿੱਖੀ ਜਾਂਦੀ ਹੈ ਉਹ ਲੰਬੀ ਟਿਕਦੀ ਹੈ ਸਰ। ਤੁਸੀਂ ਕੋਈ ਵੀ ਵਪਾਰ ਕਰੋਗੇ ਨਾ, ਔਖੀ ਕੈਟਾਗਰੀ ਦਾ ਹੋਗਾ, ਜ਼ਿਆਦਾ ਕੰਪੀਟੀਟਰਸ ਹੋਣਗੇ ਨਹੀਂ ਉਹਦੇ 'ਚ, ਐਂਡ ਤੁਹਾਡਾ ਵਪਾਰ ਟਿਕ ਜਾਣਾ ਹੈ। ਤੁਸੀਂ ਸਿੰਪਲ ਲੁਧਿਆਣੇ ਤੋਂ ਕੱਪੜਾ ਲਿਆ ਕੇ 90 ਵੇਚਣਾ ਸ਼ੁਰੂ ਕਰ ਦੋਗੇ ਨਾ, ਘੱਟੋ 500 ਦੁਕਾਨਦਾਰ ਹੈ, क्योंकि इजी मॉडल ऑफ बिजनेस है टू क्रैक, कि बहुत ही नॉलेज इन्वॉल्व नहीं है, इजी मॉडल ऑफ बिजनेस है, थोड़ी फंडिंग रिक्वायर्ड है, मेहनत तो सारे च होंगी है, मेहनत मजदूर भी करता है, नो डाउट इन दैट। पर मैं ये गल कह रहा कि अजकल की जनरेशन में मुझे लगता है कि पता नहीं कुछ इंटरेस्टिंग जा होगा कैसा होगा, ठीक है। तो याद करना है सर, बैठ के पढ़ना है सिंसियरली, सिंपल सर, ठीक है। तो इतना नहीं सोचना भी कोई इंटरेस्टिंग है नहीं है सर, 8वीं 10वीं क्लास नहीं हो। उस तो बाद सर मैं ना वीडियो देख रहा, मेरा ना फोन बजी जा रहा है, मैं तो ना बारी बार फोन ਤੇ ਗੱਲ ਕਰ ਰਿਹਾ, प्लीज अवॉइड दिस। पढ़ लो सर, जो पढ़ रहे हो पढ़ लिया करो, जो कोई होर काम कर रहे हो होर काम कर लो, सिंपल। ਜੇ ਤੁਸੀਂ ਦਿਨ ਦੇ ਵਿੱਚ 5-7 ਘੰਟੇ ਐਲੋਕੇਟ ਹੀ ਕਰਤੇ ਕਿ ਮੈਨੇ ਪੜ੍ਹਨਾ ਤਾਂ ਪੜ੍ਹਨਾ ਹੈ, ਗੱਲ ਖਤਮ ਹੋ ਗਈ ਸਰ। ਤਾਂ ਫਿਰ ਤੁਸੀਂ ਆਪਣਾ ਸਾਰਾ ਕੁਝ ਸਾਈਡ ਤੇ ਰੱਖ ਕੇ ਪੜ੍ਹ ਲਓ ਸਰ, ਵਿੱਚ ਵਿਚਾਲੇ ਨਹੀਂ ਕੰਮ ਹੁੰਦਾ। ਤੁਸੀਂ ਕਹੋ ਜੀ ਮੈਂ ਉਹ ਵੀ ਕਰ ਰਹਾ ਹਾਂ, ਤਾਂ ਗੱਲ ਹੀ ਨਹੀਂ ਬਣਦੀ, ਉਹ ਯਾਦ ਹੀ ਨਹੀਂ ਰਹਿਣਾ, ਤੁਸੀਂ ਆਪਣਾ ਟਾਈਮ ਟਪਾ ਰਹੇ ਹੋ ਸਰ। ਕਾਰਨ ਕੀ ਹੈ ਸਰ, ਕੰਪੀਟੀਸ਼ਨ ਬਹੁਤ ਟਫ ਹੈ, ਤੁਸੀਂ ਗੱਲ ਨੂੰ ਸਮਝੋ। ਇੱਕ ਬੰਦੇ ਨੂੰ ਸੀਟ ਮਿਲਣੀ ਹੈ 100 ਮਗਰ ਸਰ ਨਹੀਂ ਜੀ ਫਲਾਣੇ ਇੰਸਟੀਟਿਊਟ ਨੇ ਤਾਂ ਪਾਇਆ ਹੋਇਆ ਸੀ, ਉਹਨਾਂ ਦੇ 6 ਬੱਚੇ ਕਲੀਅਰ ਹੋ ਗਏ। ਸਰ ਉਹ 600 ਪੜ੍ਹ ਰਹੇ ਨੇ ਬੱਚੇ, ਉੱਥੇ 6 ਨਿਕਲੇ ਨੇ, ਉਹ 6 ਦੀ ਫੋਟੋ ਲੱਗ ਗਈ, 594 ਦੀ ਨਹੀਂ ਲੱਗੀ ਦੀ। तो इन ਚੱਕਰਾਂ 'ਚ ਨਾ ਜਾਓ, ਠੀਕ ਹੈ। ਪੇਪਰ ਉਹਦਾ ਨਿਕਲਣਾ ਜਿਹਨੇ ਮਿਹਨਤ ਕਰਨੀ ਹੈ ਸਰ। ਤਾਂ ਉੱਪਰਲੇ 100 ਮਗਰ ਇੱਕ ਬੱਚੇ ਨੂੰ ਚੱਕ ਲੈਣਾ ਉਹਨਾਂ ਨੇ, ਗੱਲ ਨੂੰ ਸਮਝੋ। ਅਗਰ 10,000 ਬੱਚਾ ਤਾਂ ਉੱਪਰਲੇ 100 ਚੱਕ ਲੈਣੇ, 9900 ਕਰੇ ਚਲਾ ਗਿਆ ਸਰ। ਉੱਪਰਲੇ 100 ਕਿਹੜੇ ਹੋਣਗੇ, ਜਿਹੜੇ ਜ਼ਿਆਦਾ ਪੜ੍ਹ ਕੇ ਆਏ ਨੇ ਸਰ। ਜਿਨ੍ਹਾਂ ਨੂੰ ਲੱਗਦਾ ਹੈ ਕਿ ਵੈਸੇ ਹੀ ਪੇਪਰ ਭਰ ਕੇ ਦੇਖ ਲੈਂਦੇ ਆ, ਟਰਾਈ ਕਰਕੇ ਦੇਖ ਲੈਂਦੇ ਆ, ਜਾ ਕੇ ਦੇਖ ਲੈਂਦੇ ਆ, ਪੇਪਰ 'ਚ ਐਕਸਪੀਰੀਅੰਸ ਕਰਕੇ ਦੇਖ ਲੈਂਦੇ ਆ ਕਿ ਉਹ ਤੁੱਕੇ ਨਾਲ ਨਿਕਲ ਹੀ ਜਾਵੇ। 4 ਸਾਲ ਖਰਾਬ ਕਰ ਲੋਗੇ ਤੁੱਕੇ ਮਾਰਦੇ ਮਾਰਦੇ ਆਪਦੇ ਜ਼ਿੰਦਗੀ ਦੇ, ਬੇਸ਼ਕੀਮਤੀ ਨੇ ਸਰ। ਨਾ ਐਕਸਪੈਰੀਮੈਂਟ ਕਰੋ, ਪੇਪਰ ਦਾ ਐਕਸਪੀਰੀਅੰਸ ਹੀ ਕਰਨਾ, ਤੁਸੀਂ ਐਕਸਪੀਰੀਅੰਸ ਹੀ ਕਰਨਾ ਹੈ ਤੇ ਕੁਛ ਨਾ ਕਰੋ, ਪੀਵਾਈਕਿਊ ਸੋਲਵ ਕਰ ਲਓ, ਪਿਛਲੇ ਕੋਈ ਨੈਟ ਤੇ ਕੁਐਸਚਨ ਪਕੜ ਕੇ ਸੋਲਵ ਕਰਕੇ ਦੇਖ ਲਓ, ਤੁਹਾਨੂੰ ਐਕਸਪੀਰੀਅੰਸ ਵੈਸੇ ਹੋ ਜਾਊਗਾ ਵੀ ਕਿਸ ਤਰੀਕੇ ਦਾ ਐਗਜ਼ਾਮ ਆਉਂਦਾ ਸਰ। ਉੱਥੇ ਜਾ ਕੇ ਰੀਅਲ ਮੈਚ ਜ਼ਰੂਰੀ ਐਕਸਪੈਰੀਮੈਂਟ ਕਰਨਾ ਆਪਾਂ ਨੇ, ਉੱਥੇ ਜਾ ਕੇ ਐਕਸਪੈਰੀਮੈਂਟ ਕਰਕੇ ਆਣਾ ਆਪਾਂ ਨੇ, ਨਹੀਂ ਸਮਝੇ। ਘਰੇ ਦੱਸ ਕੇ ਜਾਓਗੇ ਪੇਪਰ ਦੇਣ ਚੱਲੇ ਆ, ਘਰਦਿਆਂ ਨੇ ਪੁੱਛਣਾ ਆਂਦੇ ਨੂੰ ਹਾਂਜੀ ਕੀ ਬਣਿਆ, ਫਿਰ ਰਿਜ਼ਲਟ ਆਊਗਾ, ਫਿਰ ਪੁੱਛਾਂਗੇ ਹਾਂਜੀ ਕੀ ਬਣਿਆ, ਫਿਰ ਤੁਸੀਂ ਫੇਲ ਹੋ ਗਏ। ਉਹੀ ਬੇਫਾਲਤੂ ਦਾ ਕਲੰਕ, ਕਲੰਕ ਇਨ ਦ ਸੈਂਸ मतलब एक्चुअली ਕੀ ਹੈ, आई डोंट वांट टू यूज द वर्ड ਕਲੰਕ, मतलब ਕੀ ਹੈ ਵੀ ਟੈਨਸ਼ਨ ਦਾ ਦਿਮਾਗ ਤੇ ਹੁੰਦੀ ਹੈ ਨਾ। ਤੁਸੀਂ ਘਰੇ ਕਿੰਨੇ ਵਾਰ ਕਹਿ ਲਓ ਕਿ ਮੈਂ 4 ਪੇਪਰ 4 ਵਾਰ ਰਹਿ ਗਿਆ, ਇੱਕ ਵਾਰ ਤਾਂ ਸੋਚਣ ਲੱਗ ਜਾਂਦੇ ਨੇ, ਪਤਾ ਨਹੀਂ ਪੜਦੇ ਨਹੀਂ। ਤੁਸੀਂ ਵੈਸੇ ਹੀ ਘਰੇ 4 ਕੁਐਸਚਨ ਸੋਲਵ ਕਰਕੇ ਦੇਖ ਲਓ, ਤੁਹਾਨੂੰ ਸਮਝ ਆ ਜਾਏਗਾ ਕਿ ਮੇਰਾ ਲੈਵਲ ਕਿੰਨਾ ਹੈ ਸਰ, ਤੇ ਇੰਪਰੂਵ ਕਰਨ ਦੀ ਰਿਕੁਆਇਰਮੈਂਟ ਹੈ ਸਰ। ਤਾਂ ਵੈਸੇ ਪੀਵੀਕਿਊ ਸੋਲਵ ਕਰ ਲੈਣੇ ਚਾਹੀਦੇ ਨੇ। ਤਾਂ ਪੇਪਰ ਸਿਰਫ ਉਹਦਾ ਹੀ ਨਿਕਲਦਾ ਹੈ ਜੋ ਸਿੰਸੀਅਰਲੀ ਸਿਲੇਬਸ ਨੂੰ 4 ਵਾਰ ਕਰਦਾ ਹੈ, ਨਾ ਕਿ ਇੱਕ ਵਾਰ। ਸਿਲੇਬਸ ਪੇਪਰ ਉਹਦਾ ਨਹੀਂ ਨਿਕਲਦਾ ਵੀ ਜਿਹੜਾ ਨੋਟੀਫਿਕੇਸ਼ਨ ਆਉਣ ਤੇ ਪੜਨਾ ਸ਼ੁਰੂ ਕਰਦਾ ਹੈ, ਜਾਂ ਫਾਰਮ ਫਿਲ ਕਰਨ ਆਉਣ ਤੋਂ ਬਾਅਦ ਪੜਨਾ ਸ਼ੁਰੂ ਕਰਦਾ ਹੈ, ਠੀਕ ਹੈ ਨਾ। ਜਿਹੜੇ ਕੰਪੀਟੀਟਿਵ ਐਗਜ਼ਾਮਸ ਨੇ ਸਰ, ਉਸ ਦੀ ਗੱਲ ਕਰ ਰਹੇ ਹਾਂ, ਕਿਉਂ ਕੱਟ ਆਫ ਜਾਣੀ ਹੈ। ਸਿਸਟਮ ਇਸ ਤਰੀਕੇ ਦਾ ਕਿ ਅਗਲੇ ਨੇ 100 ਚੋਂ ਇੱਕ ਛਾਂਟਣਾ ਉੱਪਰਲਾ ਸਰ, ਸਿਸਟਮ ਇਸ ਤਰੀਕੇ ਦਾ ਸਰ। ਤੇ ਉਹੀ ਛਾਂਟਿਆ ਜਾਏਗਾ ਜਿਹੜਾ ਹੰਡਿਆ ਹੋਇਆ ਹੋਏਗਾ, ਜਿਹਨੇ 6-8 ਘੰਟੇ ਸਿੰਸੀਅਰਲੀ 8-10 ਮਹੀਨੇ ਲਗਾਤਾਰ ਪੜਿਆ ਹੋਏਗਾ। ਸਿੰਪਲ ਫੰਡਾ ਹੈ 6 ਤੋਂ 8 ਘੰਟੇ ਪੜਨਾ ਹੈ, ਬਟ ਨਾਟ ਈਜ਼ੀ, ਕਿਉਂਕਿ ਡਿਸਿਪਲਿਨ ਕਿੱਥੋਂ ਲੈ ਕੇ ਆਵੇ ਬੰਦਾ। ਰੋਜ਼ ਕਦੇ ਕਿਸੇ ਘਰੇ ਰੋਟੀ ਹੈ, ਕਦੇ ਕਿਸੇ ਦਾ ਦਾਵਤ ਹੈ, ਕਦੇ ਕਿੱਥੇ ਜਾਣਾ, ਕਦੇ ਕਿੱਥੇ ਜਾਣਾ, ਸਭ ਨੂੰ ਮਨਾ ਵੀ ਤਾਂ ਕਰਨਾ ਹੈ। ਪੇਸ਼ੈਂਸ ਚਾਹੀਦੇ, ਗਟਸ ਚਾਹੀਦੇ, ਘਰਦਿਆਂ ਦੀ ਸਪੋਰਟ ਚਾਹੀਦੀ ਹੈ। ਤੁਸੀਂ ਪੜ ਰਹੇ ਹੋ, ਕੁਝ ਮਾੜਾ ਮੋਟਾ ਤੁਹਾਡਾ ਖਾਣ ਪੀਣ ਦਾ ਸਮਾਨ ਰੈਡੀ ਹੋਵੇ। ਇੱਕ ਨੂੰ ਇਹ ਸਹੂਲਤ ਨਹੀਂ ਮਿਲਦੀ ਬੋਸ, ਅਗਰ ਜਿਹੜੇ ਬੱਚੇ ਨੂੰ ਮਿਲ ਰਹੀ ਹੈ ਔਰ ਉਹ ਤਾਂ ਫਿਰ ਵੀ ਐਗਜ਼ਾਮ ਨਹੀਂ ਕਲੀਅਰ ਹੋ ਰਿਹਾ, ਅਰੇ ਭਗਵਾਨ ਬਚਾਏ ਉਹਨਾਂ ਨੂੰ ਸਰ। ਕਈ ਬੱਚਿਆਂ ਨੂੰ ਨਹੀਂ ਵੀ ਮਿਲ ਰਹੀ ਤਾਂ ਵੀ ਉਹ ਕੱਢ ਰਹੇ ਨੇ ਐਗਜ਼ਾਮ ਸਰ, ਨਹੀਂ ਉਹਦੀ ਸਹੂਲਤ ਅਗਲੇ ਕੋਲ ਹੈਗੀ ਸਰ। ਤਾਂ ਅਗਰ ਜਿਹੜੇ ਬੱਚੇ ਨੂੰ ਘਰੋਂ ਸਹੂਲਤ ਹੈਗੀ ਹੈ ਕਿ ਬੱਚਾ 6 ਘੰਟੇ ਪੜ ਰਿਹਾ, ਉਹਦੇ ਮੰਮਾ ਨੂੰ 3 ਵਾਰ ਆ ਕੇ ਪੁੱਛ ਕੇ ਪੁੱਤ ਕੁਝ ਖਾਣਾ ਹੈ, 4 ਵਾਰ ਪੁੱਛ ਕੇ, ਤਾਂ ਉਸ ਵੱਡੀ ਨੂੰ ਸਹੂਲਤ ਚਾਹੀਦੀ ਕੀ ਹੈ, ਉਹਨੇ ਕਰਨਾ ਹੀ ਹੈ।
बुक खोलना है, टेबल हैगा, चेयर हैगा, पक्खा उत्ते लग्या हुआ है, लाइट चलदी है, पढ़ ले बैठ के इहनूं, फिर भी पढ़ नहीं हुंदा अगले तो सर। क्यों? हर 3 मिनट बाद मोबाइल करनी ध्यान है ਉਹਦਾ ਇੱਧਰ ਨੂੰ नहीं समझे? तो ਤੁਹਾਨੂੰ ਸਭ ਤੋਂ ਪਹਿਲੇ ਤਾਂ ਨਾ ਇੱਕ ਦੋ ਤਿੰਨ ਤੇ ਯੂਜ਼ਲੈਸ ਐਪਸ ਹੀ ਬੰਦ ਕਰ ਦੇਣੀ ਚਾਹੀਦੀ ਨੇ ਮੇਰੇ ਹਿਸਾਬ ਨਾਲ। ਜਿਹੜਾ ਬਿੰਗਾ ਸਟੂਡੈਂਟਸ ਸਭ ਤੋਂ ਪਹਿਲੇ ਸਨੈਪਚੈਟ, ਉਹ ਕਿਸੇ ਕੰਮ ਦੀ ਨਹੀਂ ਹੈ ਤੁਹਾਡੇ ਸਰ, ਉਹ ਕਿਸੇ ਕੰਮ ਦੀ ਨਹੀਂ ਹੈ ਸਰ। ਤੁਹਾਨੇ ਕੀ ਲੈਣਾ, ਕੋਈ 버ਗਰ ਖਾਵੇ, ਪੀਜ਼ਾ ਖਾਵੇ, ਨਾ ਖਾਵੇ, ਤੁਹਾਨੇ ਕੀ ਲੈਣਾ ਕਿਸ ਤੋਂ? ਸਰ ਨਹੀਂ, ਉਹ ਸਟ੍ਰੀਕ ਟੁੱਟ ਜਾਏਗੀ, ਤੁਹਾਡੀ ਸਟ੍ਰੀਕ ਤੋੜ ਦੇਣੀ ਐਗਜ਼ਾਮ ਨੇ, ਜਾਓਗੇ ਸਟ੍ਰੀਕ ਟੁੱਟ ਜਾਏਗੀ ਤੁਹਾਡੀ। ਤੁਹਾਨੂੰ ਦੱਸ ਕਿਹੜੇ ਪੈਸੇ ਮਿਲਦੇ ਨੇ ਉੱਥੋਂ? ਜਾਂ ਤਾਂ ਕੋਈ ਪੈਸੇ ਪੂਸੇ ਮਿਲਣ ਫਿਰ ਤਾਂ ਹੈ, ਐਵੇਂ ਤੁਸੀਂ ਆਪਦਾ ਸਮਾਂ ਬਰਬਾਦ ਕਰਦੇ ਫਿਰੀ ਜਾਂਦੇ ਹੋ। ਤੁਸੀਂ ਅਗਲੇ ਦੇ ਕਸਟਮਰ ਹੋ ਸਿਰਫ, ਤੁਸੀਂ ਉਹਦਾ ਪ੍ਰੋਡਕਟ ਯੂਜ਼ ਕਰ ਰਹੇ ਹੋ, ਤੁਹਾਡਾ ਦੱਸ ਕੀ ਫਾਇਦਾ? ਠੀਕ ਹੈ ਨਾ? ਮੈਂ ਨਹੀਂ ਕਹਿੰਦਾ ਜਿਹੜੀ ਚੀਜ਼ ਦਾ ਫਾਇਦਾ ਹੈਗਾ ਉਹ ਵਰਤ ਲਿਆ ਕਰੋ ਸਰ, ਜਿਹਦਾ ਨਹੀਂ ਹੈਗਾ ਛੱਡ ਦਿਓ, ਤੁਹਾਡਾ ਕਿਹੜਾ ਕੰਮ ਖੜ ਗਿਆ ਸਰ, ਇਜ਼ਨਟ ਦੈਟ? ਤੁਹਾਨੂੰ ਕੀ ਪਤਾ, ਬਹੁਤ ਗੱਲਾਂ ਹੁੰਦੀਆਂ ਨੇ। ਠੀਕ ਹੈ ਸਰ, ਭਾਈ ਤੁਸੀਂ ਬੜੇ ਹੋ, ਤੁਹਾਨੂੰ ਜ਼ਿਆਦਾ ਪਤਾ ਹੈ। ਅੱਗੇ ਮੂਵ ਕਰਦੇ ਹਾਂ, FIDE। ठीक है, सो मैं ना उन्हें फाइड नहीं बोलना चाहता, कारण कि कुछ ना फ्रेंच वर्ड्स ने, स्विस वर्ड्स ने। ਹੁਣ ਤੁਸੀਂ ਦੇਖੋ बोलते कि ने वर्ल्ड चेस फेडरेशन इंग्लिश, ਉਹ ਫੈਡਰੇਸ਼ਨ ਇੰਟੇ ਐਸਾ ਕੁਝ ਨਾਮ, ਪਹਿਲੇ ਉਹ ਵਿਚਾਰ ਨਹੀਂ ਸੀ ਫ੍ਰੈਂਚ ਵਰਡ, ਉਹ ਇਦਾਂ ਤੋਂ ਫਾਈਡ ਬਣਦਾ ਸਰ। ਉਹ ਬੋਲਦੇ ਕਿ ਨੇ ਵਰਲਡ ਚੈਸ ਫੈਡਰੇਸ਼ਨ, ਉੱਪਰ ਹੀ ਫੁੱਲ ਫਾਰਮ ਆਈ ਸੀ, ਮੈਂ ਉਹਦੀ ਐਗਜ਼ੈਕਟ ਫੁੱਲ ਫਾਰਮ ਨਹੀਂ ਲਿਖੀ ਹੋਈ ਸੀਗੀ, ਉਹ ਘੁਮਾ ਕੇ ਲਿਖੀ ਹੋਈ ਸੀ ਮੈंने ਓਰੀਜਨਲ ਐਵੇਂ डिटेल ਦੇ ਵਿੱਚ, समझ गए ना? तो कारण के कुछ स्विस वर्ड्स ने सर। तो वैसे कि ये चेस संस्थान है, जो फीफा कराया मैंने फुटबॉल वाला, क्रिकेट वाला करवाता सर, एक किदा हो गया, चेस वाला हो गया सर। कितने हो गया सर ये? फिर आ गया लुसाने। ठीक है सर, ਉਹ ਪੰਜਾਬੀ ਚ ਲੁਸਾਨੇ ਬੋਲਦੇ ਆ, ਲੌਸੈਨ ਬੋਲ ਲਓ ਇੰਗਲਿਸ਼ ਦੇ ਵਿੱਚ। ਠੀਕ ਹੈ, ਕੋਆਰਡੀਨੇਟਸ ਇੰਟਰਨੈਸ਼ਨਲ ਚੈਸ ਕੰਪੀਟੀਸ਼ਨ, ਅੰਤਰਰਾਸ਼ਟਰੀ ਸ਼ਤਰੰਜ ਮੁਕਾਬਲੇ ਦਾ ਤਾਲਮੇਲ ਕਰਦਾ ਹੈ ਸਰ। इंटरनेशनल काउंसिल ऑफ म्यूजियम, चलो सर मुकरिया 105 आ गया लास्ट। म्यूजियम कितने? सब तो ਵੱਧ म्यूजियम, सब तो ਵੱਧ ਤਾਂ ਨਹੀਂ, अच्छे खासे म्यूजियम कितने सर? पेरिस। ਮੈਨੂੰ ਨਹੀਂ ਪਤਾ सब तो ਵੱਧ ਹੈ ਕਿ ਨਹੀਂ ਹੈਗੇ ਸਰ। ठीक है, पर इन्ना ਤਾਂ ਜ਼ਾਹਿਰ ਜੀ ਗੱਲ ਹੈ ਕਿ ਵੀ ਨੋ ਦੈਟ ਕਿ ਵਨ ਆਫ ਦਾ ਬੈਸਟ ਆਰਕੀਟੈਕਟ ਪੁਆਇੰਟ ਆਫ ਵਿਊ ਸਿਟੀ ਸਰ, ਜਿਹੜੀਆਂ ਉਹਦੀਆਂ ਆਰਕੀਟੈਕਚਰ ਬਿਲਡਿੰਗਸ ਦੀ ਹਨਾ, ਸੋ ਉਹ ਵਿਸ਼ਵਸਨੀय ਹੈ ਸਰ। ਤੇ ਤੁਸੀਂ ਇਸ ਤੋਂ ਪਹਿਲੇ ਇੱਕ ਮੈਨੂੰ ਉਹ ਵੀ ਪੜਾਇਆ ਸੀਗਾ, ਯੂਨੈਸਕੋ ਦਾ ਹੈਡਕੁਆਟਰ ਸਰ। ਯੂਨੈਸਕੋ ਦਾ ਮਾਈ ਕਾਰਨ ਦੱਸਿਆ ਸੀਗਾ ਉੱਥੇ ਪੈਰਿਸ ਚ ਕਿਉਂ ਹੈ, ਕਾਰਨ ਕੀ ਹੈ? ਬਿਕੋਜ਼ ਆਫ ਦਾ ਹਿਸਟੋਰੀਕਲ ਔਰ ਆਰਕੀਟੈਕਚਰ ਬਿਲਡਿੰਗ ਸਰ, ਜੋ ਆਰਕੀਟੈਕਚਰ ਬੈਸਟ ਕੀਤਾ ਗਿਆ ਸਰ। ਤਾਂ ਮਿਊਜ਼ੀਅਮ ਕਿੱਥੇ ਹੋਇਆ ਸਰ? ਫਰਾਂਸ। ਠੀਕ ਹੈ, ਸੋ ਦੁਨੀਆ ਭਰ ਦੇ ਮਿਊਜ਼ੀਅਮ ਲਈ ਨੈਤਿਕ ਮਿਆਰ ਤੈਅ ਕਰਦੀ ਹੈ ਸਰ। ਸਰ ਮਿਆਰ ਤੈਅ ਕਰਦੀ ਹੈ, ਸਾਡੇ ਤਾਂ ਮਿਊਜ਼ੀਅਮ ਦੇਖਣ ਨੂੰ ਨਹੀਂ ਮਿਲਦਾ ਉਰੇ। ਇਹ ਮਿਊਜ਼ੀਅਮ ਬਣਾਉਂਦੇ ਨੇ ਤੇ ਉਹਦੇ ਰੂਲਸ ਵੀ ਸੈੱਟ ਕਰਦੇ ਨੇ, ਅੱਛਾ ਐਸਾ ਕੁਝ ਵੀ ਹੁੰਦਾ ਸਰ? ਹੁੰਦਾ। ਅੱਗੇ ਮੂਵ ਕਰੀਏ ਸਰ, ਗੱਲ ਕਰਦੇ ਹਾਂ ਜਨੀਵਾ ਦੀ ਸਰ, ਕੁਇਕ ਰਿਵੀਜ਼ਨ ਫਟਾਫਟ। ਸੋ ਸਰ WTO ਕਿੱਥੇ ਹੈ? WHO ਕਿੱਥੇ ਹੈ ਸਰ? ਸਾਰੇ ਟ੍ਰੇਡ ਵਾਲੇ ਹੈਲਥ ਵਾਲੇ ਕਿੱਧਰ ਨੇ? ਜਨੀਵਾ ਚ ਸਰ। ਠੀਕ ਹੈ, ਆ ਲੇਬਰ ਅਤੇ ਹਿਊਮਨ ਰਾਈਟਸ ਦੀ ਗੱਲ ਕਰਨ ਲੱਗਿਆ ਮੈਂ। ਠੀਕ ਹੈ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ILO ਕਿੱਥੇ ਹੈ? ਇਹ ਹਿਊਮਨ ਰਾਈਟਸ ਵਾਲੇ ਕਿੱਥੇ ਨੇ? ਰਿਫਿਊਜੀ ਵਾਲੇ ਹਿਊਮਨ ਰਾਈਟਸ ਵਾਲੇ ਕਿੱਥੇ ਨੇ? ਇਹ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਕਿੱਥੇ ਹੈ? ਜਨੇਵਾ ਚ। ਆ ਜਾਓ, ਉਸ ਤੋਂ ਬਾਅਦ ਸਾਇੰਸ ਐਂਡ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਸੈਕਟਰ ਦੀ ਸਰ। ਸਰ ਇਹ WMO ਕਿੱਥੇ ਹੈ? ਇਹ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਕਿੱਥੇ ਹੈ? ਇਹ ਟੈਲੀਕਮਿਊਨੀਕੇਸ਼ਨ ਕਿੱਥੇ ਹੈ? ਇਹ ਨਿਊਕਲੀਅਰ ਰਿਸਰਚ ਕਿੱਥੇ ਹੈ? ਇਹ ਸਟੈਂਡਰਡਾਈਜੇਸ਼ਨ ਕਿੱਥੇ ਹੈ? ਯਾਨੀ ਕਿ ਮੋਟਾ ਮੋਟਾ ਸਾਇੰਸ ਐਂਡ ਟੈਕਨੋਲੋਜੀ ਦੇ ਇਰਦ-ਗਿਰਦ ਘੁੰਮ ਰਿਹਾ ਸਰ। ਸਾਇੰਸ ਐਂਡ ਟੈਕਨੋਲੋਜੀ ਦੇ ਇਰਦ-ਗਿਰਦ ਘੁੰਮ ਰਿਹਾ ਦੁਬਾਰਾ। ਮੀਟਰੋਲੋਜੀਕਲ ਸਾਇੰਸ, ਇੰਟੈਲੈਕਚੁਅਲ ਪ੍ਰੋਪਰਟੀ, ਟੈਕਨੋਲੋਜੀ, ਪੇਟੈਂਟ, ਕਾਪੀਰਾਈਟ ਦੀ ਗੱਲ ਕਰ ਰਹੇ ਹਾਂ ਸਾਰੇ। ਟੈਲੀਕਮਿਊਨੀਕੇਸ਼ਨ, ਫਿਰ ਤੁਸੀਂ ਉਹਨੂੰ ਟੈਕਨੋਲੋਜੀ ਕਹਿ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਨਿਊਕਲੀਅਰ ਰਿਸਰਚ, ਫਿਰ ਤੁਸੀਂ ਉਹਨੂੰ ਸਾਇੰਸ ਕਹਿ ਸਕਦੇ ਹੋ। ਸਟੈਂਡਰਡਾਈਜੇਸ਼ਨ, ਫਿਰ ਤੁਸੀਂ ਉਹਨੂੰ ਸਾਇੰਸ ਐਂਡ ਟੈਕਨੋਲੋਜੀ ਕਹਿ ਸਕਦੇ ਹੋ ਸਰ। ठीक है ना, सेक्टर किहड़ा आ गया? साइंस एंड टेक्नोलॉजी। ठीक है, तो सेक्टर साइंस एंड टेक्नोलॉजी। उस तो बाद ट्रेड एंड डेवलपमेंट सर, ये सारे कितने ने सर? जनीवा। सारे इकट्ठे करते जनीवा वाले। मेरी गल समझ आ रही कि नहीं? तक कंक्लूड करना सौखा हो जाए, सारा ही पढ़ लांगे बस। वो सर पेपर्स के लिए नहीं आने, कई ऊपरले भी हैगे ने सर, जो कल्ले कल्ले है। कोई टोक्यो च भी हैगा, कोई न्यू दिल्ली च भी हैगा सर, कोई गुरुग्राम च भी हैगा सर। ठीक है ना, ब्रसल्स विच भी सीगे, न्यूयॉर्क च भी सीगे सर। हेग नीदरलैंड की गल करिए सर, इंटरनेशनल कोर्ट ऑफ जस्टिस एंड इंटरनेशनल क्रिमिनल कोर्ट, दोनों कितने ने सर ये? ठीक है जी। उस तो बाद अपना हाँ, प्रोहिबिशन फॉर द केमिकल वेपन्स, ऑर्गेनाइजेशन फॉर द केमिकल वेपन्स, ये भी कितने सीगा? हेग च, ये भी हेग च सीगा ना केमिकल वेपन्स वाला।
ਫਾਈਨ। ਨੋ 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 ਨੋ, ਉਹ ਹੈਗਾ ਤਾਂ ਨੀਦਰਲੈਂਡ 'ਚ ਹੀ, ਹੈਗਾ ਤਾਂ ਨੀਦਰਲੈਂਡ 'ਚ ਹੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਰ ਰੋਮ। ਰੋਮ ਟਰਾਇਓ, ਟਰਾਇਓ ਮਤਲਬ 3 ਹੈ ਸਰ, ਕਿਹੜੇ ਕਿਹੜੇ ਹੋ ਗਏ? ਫੂਡ, ਇਹ ਵੀ ਕੀ ਹੋ ਗਿਆ? ਐਗਰੀਕਲਚਰ, ਇਹ ਵੀ ਕੀ ਹੋ ਗਿਆ? ਫੂਡ ਸਰ। ਇਹ ਕਿੱਥੇ ਹੋ ਗਿਆ ਸਰ? ਇਟਲੀ, ਰੋਮ ਦੇ ਵਿੱਚ। ਠੀਕ ਹੋ ਗਿਆ ਸਰ, ਜੋ ਕੰਕਲੂਡ ਕਰ ਸਕਦੇ ਸੀ ਕਰਤੇ ਸਰ ਨੀਚੇ। ਠੀਕ ਹੈ, ਬਾਕੀ ਡਿਟੇਲ ਤੁਸੀਂ ਪੜ੍ਹ ਲਿਓ, ਸ਼ਾਬਾਸ਼। ਠੀਕ ਹੈ, ਆਈ ਹੋਪ ਤੁਹਾਨੂੰ ਚੀਜ਼ਾਂ ਕੁਛ ਤੋਂ ਕੁਛ ਸੁਣਨ ਨੂੰ ਔਰ ਸਿੱਖਣ ਨੂੰ ਮਿਲਿਆ ਹੋਏਗਾ ਸਰ। ਅਗਰ 2-4 ਅੱਖਰ ਵੀ ਤੁਹਾਨੂੰ ਸੁਣਨ ਨੂੰ, ਸਮਝਣ ਨੂੰ ਮਿਲੇ, ਸਿੱਖਣ ਨੂੰ ਮਿਲੇ, ਤਾਂ ਵੀ ਸਾਡਾ ਲੈਕਚਰ ਅਸੀਂ ਮੰਨਦੇ ਹਾਂ ਕਿ ਫੁੱਲਫਿਲ ਰਿਹਾ ਸਰ। ਠੀਕ ਹੈ, ਸੋ ਥੈਂਕ ਯੂ ਸੋ ਮਚ। ਠੀਕ ਹੈ, ਸਟਿਲ ਅਗਰ ਤੁਹਾਨੂੰ ਕਿਸ ਤਰੀਕੇ ਦਾ ਸੈਸ਼ਨ ਲੱਗਿਆ, ਪਲੀਜ਼ ਕਮੈਂਟ ਕਰਕੇ ਦੱਸਿਓ। ਠੀਕ ਹੈ, ਕੋਈ ਡਾਊਟ ਹੈ ਤਾਂ ਵੀ ਪੁੱਛ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਥੈਂਕ ਯੂ ਸੋ ਮਚ।